मेरे साहा मैं हर दर्शन सुख होई। हमारी वेदन तू जानता साहा अवर क्या जाने कोई। मूक उच्चरै शास्त्र खट पिंग गिरन चढ़ जाई। अंध लख बदरो सुनै जो काल कृपा कराई। अंध लख बदरो सुनै जो काल कृपा कराई। सतनाम श्री वाहिगुरु साहिब जी। गौड़ी मौज महला पंजवा। आओ हमारे राम प्यारे जियो, रैन दिनस सास सास चितारे जियो। आओ हमारे राम प्यारे जियो, रैन दिनस सास सास चितारे जियो। संत देव संदेशा पै चरणारे जियो। तुद बिन कित बिध तरियै जियो। संग तुम्हारे मैं करे आनंदा जियो। वण तिण त्रिपवन सुख परमानंदा जियो। सेज सुहावी एहु मन बिगसंदा जियो। पेख दर्शन एहु सुख लहियै जियो। चरण पखार करे नित सेवा जियो। पूजा अर्चा बंदन देवा जियो। दासन दास नाम जप लेवा जियो। बिनो ठाकुर पह कहिए जियो। इश पुन्नी मेरी मन तन हरिया जियो। दर्शन पेखत सब दुख पर हरिया जियो। हर हर नाम जपे जप तरिया जियो। एहु अजर नानक सुख सहियै जियो। हर हर नाम जपे जप तरिया जियो। एहु अजर नानक सुख सहियै जियो। वाहिगुरु जी का खालसा वाहिगुरु जी की फतेह। पतित पावन भगत वशल करुणा निधान सरवरे कायनात ਕਰੋੜਾਂ ਬ੍ਰਹਮੰਡਾਂ ਦੇ ਮਾਲਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਗੁਰ ਪਰਮੇਸ਼ਰ ਏਕੋ ਜਾਣ। ਕਲਗੀਧਰ ਦਸ਼ਮੇਸ਼ ਪਿਤਾ ਸੱਚੇ ਸਾਹਿਬ ਚੋਜੀ ਪ੍ਰੀਤਮ। ਬਾਜਾਂ ਵਾਲੇ ਮਾਹੀ ਨੀਲੇ ਦੇ ਸ਼ਾਹ ਅਸਵਾਰ। ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ ਦੀਨ ਦੁਨੀ ਦੇ ਪਾਤਸ਼ਾਹ। ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਗਰੀਬ ਨਿਵਾਜ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ। ਸਰਬਤ ਜਗਿਆਸੂ ਜਨਾਂ ਦੇ ਉੱਪਰ ਅਪਾਰ ਕਿਰਪਾਲਤਾ ਬਖਸ਼ਿਸ਼ ਰਹਿਮਤ ਕਰਕੇ ਆਪਣੇ ਪਾਵਨ ਸਤਜੁਗੀ ਤਪ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੀਆਂ ਹਾਜ਼ਰੀਆਂ, ਸੁੱਖ ਦੇ ਦਰਸ਼ਨ ਦੀਦਾਰ ਮੇਲੇ,
ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤ ਸੰਗਤ ਰੂਪੀ ਗੋਦ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰ ਰਹੇ ਨੇ। ਵੱਡਿਆਂ ਭਾਗਾਂ ਵਾਲਿਆਂ ਨੇ ਸਤਿਗੁਰਾਂ ਦੇ ਚਰਨਾਂ ਵਿਖੇ ਆ ਕਰਕੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੇ ਪਾਠ ਕੀਰਤਨ ਸ੍ਰੀ ਮੁਖਵਾਕ ਸਰਵਣ ਕਰਕੇ ਆਤਮ ਆਨੰਦ ਨੂੰ ਮਨਣਾ ਕੀਤਾ ਹੈ। ਸਤਿਗੁਰਾਂ ਦੇ ਪਾਵਨ ਸੱਚਖੰਡ ਦਰਬਾਰ ਦੀ ਨਿਤ ਦੀ ਮਰਿਆਦਾ ਦੇ ਅਨੁਸਾਰ ਵਕਤ ਹੈ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਦੁਆਰਾ ਹਰ ਜਸ ਸ਼ਰਵਣ ਕਰਨੇ ਦਾ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਸਤਿਗੁਰੂ ਜੀ ਦਾ ਬਖਸ਼ਿਆ ਨਾਮ ਉਚਾਰਨ ਕਰਕੇ ਹਰ ਜਸ ਸ਼ਰਵਣ ਕਰੀਏ। ਸਹਿਤ ਪਿਆਰ ਦੇ ਉਚਾਰਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਾਝ ਮਹੱਲਾ ਪੰਜਵਾ। ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰਬਾਣੀ ਦੇ ਮੁਜੱਸਮੇ, ਅੰਮ੍ਰਿਤ ਉਪਦੇਸ਼ ਦੇ ਦਾਤਾ, ਸਰਬਤ ਜੀਵਾਂ ਨੂੰ ਤਾਰਨਹਾਰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਗੌੜੀ ਮਾਝ ਦੇ ਅੰਦਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਭਾਈ ਮਨੀ ਸਿੰਘ ਸਾਹਿਬ ਜੀ ਨੇ ਲਿਖਣਾ ਕੀਤਾ ਹੈ, ਇਹ ਜੋ ਪਾਵਨ ਸ਼ਬਦ ਹੈ ਨਾ, ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸੁਤੇ ਸਿੱਧ ਹੀ ਸੁਭਾਵਕ ਹੀ ਦਰਸ਼ਨ ਹੋਏ ਨੇ। ਤੇ ਜਿਸ ਵੇਲੇ ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਆਪਣੇ ਪਿਤਾ ਸਤਿਗੁਰੂ ਜੀ ਦਾ ਪਾਵਨ ਦੀਦਾਰ ਹੋਇਆ ਨਾ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਿਤਾ ਸਤਿਗੁਰੂ ਜੀ ਦੇ ਦੀਦਾਰ ਕਰਕੇ ਹੀ ਜਿਉਂਦੇ ਨੇ। ਪਿਤਾ ਸਤਿਗੁਰੂ ਜੀ ਦੇ ਦਰਸ਼ਨਾਂ ਦੇ ਨਾਲ ਐਸਾ ਜਿਨ੍ਹਾਂ ਦਾ ਪਿਆਰ ਹੈ, ਇੱਕ ਘੜੀ ਨਾ ਮਿਲਤੇ ਤਾ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ। ਜਿਹੜੇ ਪਿਤਾ ਸਤਿਗੁਰੂ ਜੀ ਦੇ ਹੁਕਮ ਦੇ ਅੰਦਰ ਹੀ ਮਨ ਨੂੰ ਲੀਨ ਕਰਕੇ ਰੱਖਦੇ ਨੇ, ਦਰਸ਼ਨਾਂ ਦੇ ਅਤਿਅੰਤ ਪ੍ਰੇਮੀ ਨੇ, ਹਰ ਵੇਲੇ ਆਗਿਆ ਵਿੱਚ ਚੱਲਣ ਵਾਲੇ ਨੇ, ਤੇ ਸਤਿਗੁਰੂ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰਗੁਣ ਸਰੂਪ ਜਾਣਦੇ ਨੇ। ਆਪਣੇ ਆਪ ਨੂੰ ਦਾਸਾ ਭਾਵ ਧਾਰਨ ਕਰਕੇ ਨਿਮਰਤਾ ਦੇ ਵਿੱਚ ਰੱਖਣਾ ਕੀਤਾ ਹੈ। ਕਦੇ ਵੀ ਗੁਰੂ ਸਪੁੱਤਰ ਹੋਣ ਦਾ ਮਾਣ ਜਣਾਵਣਾ ਤੱਕ ਨਾ ਕੀਤਾ। ਐਸੇ ਸਤਿਗੁਰਾਂ ਦੇ ਪਾਵਨ ਦਰਸ਼ਨ ਦੀਦਾਰ ਜਦੋਂ ਸੁਭਾਵਕ ਹੀ ਸੁਤੇ ਸਿੱਧ ਹੀ ਅਚਨਚੇਤ ਹੀ ਹੋਏ, ਤੇ ਸਤਿਗੁਰੂ ਜੀ ਦੇ ਦਰਸ਼ਨਾਂ ਦੇ ਉਤਸ਼ਾਹ ਵਜੋਂ ਤੇ ਸ਼ੁਕਰਾਨੇ ਵਜੋਂ ਗਰੀਬ ਨਿਵਾਜ ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਉਚਾਰਿਆ ਹੈ ਜੀ। ਆਓ ਹਮਾਰੇ ਰਾਮ ਪਿਆਰੇ ਜੀਓ। ਹੇ ਸਾਡੇ ਰਾਮ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਪੂਰੇ ਸਤਿਗੁਰੂ ਪਿਤਾ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ, ਆਪ ਜੀ ਨੇ ਬੇਅੰਤ ਕਿਰਪਾਲਤਾ ਕੀਤੀ ਹੈ ਜੀ, ਆਪਣਾ ਦੀਦਾਰ ਬਖਸ਼ਿਆ ਹੈ। ਆਓ ਹੇ ਸਾਡੇ ਰਾਮ ਜੀ, ਸਾਡੇ ਪ੍ਰਮਾਤਮਾ ਜੀ, ਸਾਡੇ ਪਿਆਰੇ ਪਰਮੇਸ਼ਰ ਜੀ, ਪਿਤਾ ਸਤਿਗੁਰੂ ਜੀ, ਕਿਰਪਾਲਤਾ ਕਰਕੇ ਆਪਣਾ ਦਰਸ਼ਨ ਦੀਦਾਰ ਬਖਸ਼ਿਆ ਹੈ, ਸਾਨੂੰ ਨਿਵਾਜਿਆ ਹੈ। ਆਓ ਜੀ, ਆਓ ਜੀਓ। ਜੀਓ ਦਾ ਭਾਵ ਹੈ ਜੀ ਆਇਆਂ ਨੂੰ। ਮਹਾਰਾਜ ਆਪ ਜੀ ਨੂੰ ਜੀ ਆਇਆਂ ਨੂੰ, ਮਹਾਰਾਜ ਆਪ ਜੀ ਦਾ ਸਵਾਗਤ ਹੈ। ਮਹਾਰਾਜ ਆਪ ਜੀ ਨੇ ਦਰਸ਼ਨ ਬਖਸ਼ਿਸ਼ ਕਰਨਾ ਕੀਤਾ ਹੈ, ਰੋਮ ਰੋਮ ਕਰਕੇ ਧੰਨਵਾਦ ਹੈ। ਰਹਿਣ ਦਿਨਸ ਸਾਸ ਸਾਸ ਚਿਤਾਰੇ ਜੀਓ। हे ਪਿਤਾ ਸਤਿਗੁਰੂ ਜੀ, ਸਾਡੇ ਉੱਪਰ ਆਪ ਜੀ ਨੇ ਬਖਸ਼ਿਸ਼ ਕੀਤੀ ਹੈ। ਰਾਤ ਦਿਨ ਆਉਂਦੇ ਸਵਾਸ ਦੇ ਨਾਲ, ਜਾਂਦੇ ਸਵਾਸ ਦੇ ਨਾਲ ਹਰ ਵੇਲੇ ਆਪ ਜੀ ਦੇ ਨਾਮ ਨੂੰ ਹੀ ਚਿਤਾਰਨਾ ਕੀਤਾ ਹੈ। ਹਰ ਵੇਲੇ ਆਪ ਜੀ ਦੇ ਨਾਮ ਨੂੰ ਹੀ ਜਪਿਆ ਹੈ, ਨਾਮ ਦਾ ਹੀ ਚਿੰਤਨ ਕਰਨਾ ਕੀਤਾ ਹੈ। ਗਰੀਬ ਨਿਵਾਜ, ਅੱਗੇ ਵਾਸਤੇ ਵੀ ਸਾਡੇ ਉੱਪਰ ਇਹ ਕਿਰਪਾਲਤਾ ਕਰੋ। ਇੱਕ ਸਵਾਸ ਮਾਤਰ ਵਾਸਤੇ ਵੀ ਆਪ ਜੀ ਦਾ ਨਾਮ ਕਦੇ ਸਾਨੂੰ ਭੁੱਲ ਨਾ ਜਾਵੇ। ਆਉਂਦੇ ਸਵਾਸ ਦੇ ਨਾਲ, ਜਾਂਦੇ ਸਵਾਸ ਦੇ ਨਾਲ ਹਰ ਵੇਲੇ ਆਪ ਜੀ ਦੇ ਨਾਮ ਨੂੰ ਹੀ ਚਿਤਾਰਦੇ ਰਹੀਏ, ਨਾਮ ਦਾ ਹੀ ਚਿੰਤਨ ਕਰਦੇ ਰਹੀਏ ਜੀ। ਸੰਤ ਦੇਵ ਸੰਦੇਸਾ ਪੈ ਚਰਨਾਰੇ ਜੀਓ। ਹੇ ਸ਼ਾਂਤ ਆਤਮਾ ਪੂਰੇ ਸਤਿਗੁਰੂ ਜੀ,
ਅਸੀਂ ਆਪ ਜੀ ਦੇ ਪੈ ਚਰਨਾਰੇ ਜੀਓ, ਪੈਰੀ ਪੈ ਕਰਕੇ, ਚਰਨੀ ਪੈ ਕਰਕੇ ਆਪ ਜੀ ਦੇ ਚਰਨਾਂ ਨੂੰ ਬੇਨਤੀਆਂ ਕਰਦੇ ਹਾਂ। ਆਪ ਜੀ ਦੇ ਚਰਨਾਂ ਵਿਖੇ ਬੇਨਤੀਆਂ ਕਰਦੇ ਹਾਂ। ਸੱਚੇ ਪਾਤਸ਼ਾਹ ਕਿਰਪਾਲਤਾ ਕਰਕੇ ਸਾਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸੰਦੇਸ਼ੜਾ ਸੁਣਾਵਣਾ ਕਰੋ। ਸਾਨੂੰ ਤਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਉਪਦੇਸ਼ ਸਰਵਣ ਕਰਾਵਣਾ ਕਰੋ। ਗਰੀਬ ਨਿਵਾਜ ਜੋ ਪ੍ਰੇਮਾ ਭਗਤੀ ਦੇ ਵਾਸਤੇ ਸਹਿਤ ਭਾਉ ਦੇ, ਸਹਿਤ ਸੇਵਾ ਦੇ ਹਰੀ ਅਕਾਲ ਪੁਰਖ ਜੀ ਦੇ ਜਗਿਆਸੂਆਂ ਦੇ ਪ੍ਰਤੀ ਸੰਦੇਸ਼ੇ ਨੇ ਨਾ, ਕਿਰਪਾਲਤਾ ਕਰਕੇ ਮਹਾਰਾਜ ਉਪਦੇਸ਼ ਰੂਪੀ ਸੰਦੇਸ਼ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਸਾਨੂੰ ਸਰਵਣ ਕਰਾਵਣਾ ਕਰੋ ਜੀ। ਤੁਧ ਬਿਨ ਕਿਤ ਬਿਤ ਤਰੀਐ ਜੀਓ। ਇਹ ਸੱਚੇ ਪਾਤਸ਼ਾਹ ਆਪ ਜੀ ਦੀ ਬਖਸ਼ਿਸ਼ ਤੋਂ ਬਿਨਾਂ ਕਿਸ ਵਿਧੀ ਦੇ ਨਾਲ ਤਰਿਆ ਜਾ ਸਕਦਾ ਹੈ? ਭਾਵ ਆਪ ਜੀ ਦੀ ਬਖਸ਼ਿਸ਼ ਤੋਂ ਬਿਨਾਂ ਤਰਿਆ ਨਹੀਂ ਜਾ ਸਕਦਾ ਸੰਸਾਰ ਸਾਗਰ ਤੋਂ। ਆਪ ਜੀ ਦੀ ਕਿਰਪਾਲਤਾ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੈ। ਆਪ ਜੀ ਦੀ ਮਿਹਰ ਤੋਂ ਬਿਨਾਂ ਜੀਵਾਂ ਦਾ ਨਿਸਤਾਰਾ ਨਹੀਂ ਹੈ। ਮਹਾਰਾਜ ਆਪ ਜੀ ਦੀ ਬਖਸ਼ਿਸ਼ ਤੋਂ ਬਿਨਾਂ ਕਿਸੇ ਦੇ ਪਾਸੋਂ ਵੀ ਤਰਿਆ ਨਹੀਂ ਜਾ ਸਕਦਾ ਹੈ। ਸੰਗ ਤੁਮਾਰੇ ਮੈਂ ਕਰੇ ਆਨੰਦਾ ਜੀਓ। हे ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਸੰਗ ਦੇ ਨਾਲ ਮਿਲ ਕਰਕੇ, ਆਪ ਜੀ ਦੀ ਸੰਗਤ ਦੇ ਅੰਦਰ ਰਹਿ ਕਰਕੇ ਸੱਚੇ ਪਾਤਸ਼ਾਹ ਅਸਾਂ ਨੇ ਆਨੰਦ ਸਰੂਪ ਪਰਮਾਤਮਾ ਜੀ ਦੀ ਪ੍ਰਾਪਤੀ ਕਰਨਾ ਕੀਤੀ ਹੈ। ਮਹਾਰਾਜ ਇਹ ਆਪ ਜੀ ਦੀ ਹੀ ਬਖਸ਼ਿਸ਼ ਹੈ। ਆਪ ਜੀ ਦੀ ਸੰਗਤ ਦਾ ਕਮਾਲ ਹੈ। ਆਪ ਜੀ ਦੀ ਸੰਗਤ ਦੇ ਕਰਨੇ ਦਾ ਇਹ ਫਲ ਹੈ। ਆਪ ਜੀ ਦੇ ਨਾਲ ਮਿਲ ਕਰਕੇ, ਆਪ ਜੀ ਦੀ ਸਤ ਸੰਗਤ ਦੇ ਨਾਲ ਮਿਲ ਕਰਕੇ ਜੋ ਉਚਾਰਨ ਕੀਤਾ ਹੈ ਸਤਨਾਮ ਸ੍ਰੀ ਵਾਹਿਗੁਰੂ। ਸੱਚੇ ਪਾਤਸ਼ਾਹ ਆਪ ਜੀ ਦੀ ਸੰਗਤ ਵਿੱਚ ਮਿਲ ਕੇ ਜਪਣੇ ਦਾ ਬਹੁਤਾ ਮਹਾਤਮ ਹੈ। ਆਪ ਜੀ ਦਾ ਸੰਗ ਸੰਗਤ ਕਰਨੇ ਦਾ ਵੱਡਾ ਭਾਰੀ ਮਹਾਤਮ ਹੈ। ਇਸੇ ਹੀ ਪ੍ਰਕਾਰ ਸੰਗ ਤੁਮਾਰੇ ਮੈਂ ਕਰੇ ਆਨੰਦਾ ਜੀਓ। ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਸੰਗ ਦੇ ਨਾਲ ਰਹਿ ਕਰਕੇ, ਆਪ ਜੀ ਦੇ ਸਾਥ ਰਹਿ ਕਰਕੇ ਆਨੰਦ ਸਰੂਪ ਪਰਮਾਤਮਾ ਜੀ ਨੂੰ ਅਸਾਂ ਨੇ ਪ੍ਰਾਪਤ ਕਰ ਲਿਆ ਹੈ। ਆਪ ਜੀ ਦਾ ਪਾਵਨ ਜੋ ਸੰਗ ਹੈ ਹਰੀ ਵਾਹਿਗੁਰੂ ਜੀ ਦੀ ਆਨੰਦ ਸਰੂਪ ਜੀ ਦੀ ਪ੍ਰਾਪਤੀ ਕਰਾਵਣੇ ਵਾਲਾ ਹੈ ਜੀ। ਵਣ ਤੇਣ ਤ੍ਰਿਭਵਨ ਸੁਖ ਪਰਮਾਨੰਦਾ ਜੀਓ। ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ, ਵਣ ਦੀ ਨਿਆਈ ਇਹ ਸਰੀਰ ਹੈ। ਤ੍ਰਿਣ ਕੱਖਾਂ ਦੀ ਨਿਆਈ ਇਸ ਦੇ ਇੰਦਰੇ ਨੇ। ਤ੍ਰਿਭਵਨ ਤਿੰਨਾਂ ਭਵਨਾਂ ਦੀ ਨਿਆਈ ਜਾਗਤ, ਸੁਪਨ, ਸੁਖੋਪਤ ਤਿੰਨੇ ਹੀ ਅਵਸਥਾ ਹਨ। ਮਹਾਰਾਜ ਆਪ ਜੀ ਦੀ ਕਿਰਪਾ ਦੇ ਨਾਲ ਜਾਗਦਿਆਂ ਸੁੱਤਿਆਂ ਹਰ ਅਵਸਥਾ ਦੇ ਅੰਦਰ, ਤਿੰਨਾਂ ਅਵਸਥਾ ਦੇ ਅੰਦਰ ਸਰੀਰ ਕਰਕੇ ਅਤੇ ਇੰਦਰੀਆਂ ਕਰਕੇ ਆਨੰਦ ਸਰੂਪ ਪਰਮੇਸ਼ਰ ਜੀ ਦੇ ਅੰਦਰ ਹੀ ਸਮਾਵਣਾ ਕੀਤਾ ਹੈ। ਇਹ ਆਪ ਜੀ ਦੀ ਬਖਸ਼ਿਸ਼ ਹੈ। ਤਿੰਨਾਂ ਅਵਸਥਾ ਦੇ ਅੰਦਰ ਵੀ ਨਾਮ ਹੀ ਜਪਦੇ ਹਾਂ, ਜਾਗਦਿਆਂ ਹੋਇਆਂ, ਸੁੱਤਿਆਂ ਹੋਇਆਂ, ਸੁਖੋਪਤ ਅਤੇ ਸੁਪਨ ਅਵਸਥਾ ਦੇ ਵਿੱਚ ਵੀ। ਮਹਾਰਾਜ ਤ੍ਰਿਭਵਨ ਜੋ ਪਾਤਾਲ ਲੋਕ ਹੈ, ਆਕਾਸ਼ ਲੋਕ ਹੈ, ਪ੍ਰਿਥਵੀ ਲੋਕ ਹੈ, ਤਿੰਨਾਂ ਹੀ ਭਵਨਾਂ ਦੇ ਜੀਵ ਆਨੰਦ ਸਰੂਪ ਪਰਮਾਤਮਾ ਜੀ ਦੇ ਹੀ ਸਾਜੇ ਹੋਏ ਹਨ। ਇਹ ਆਪ ਜੀ ਦੀ ਸੰਗਤ ਦੁਆਰਾ ਪਤਾ ਲੱਗਦਾ ਹੈ। ਇਸੇ ਹੀ ਪ੍ਰਕਾਰ ਵਣ ਤੇਣ ਤ੍ਰਿਭਵਨ ਸੁਖ ਪਰਮਾਨੰਦਾ ਜੀਓ। ਸੋ ਸਾਰੀਆਂ ਅਵਸਥਾ ਕਰਕੇ ਸੁਖ ਪਰਮਾਨੰਦਾ ਜੀਓ। ਪਰਮ ਆਨੰਦ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਆਨੰਦ ਆਪ ਜੀ ਦੁਆਰਾ ਪਾਵਣਾ ਕੀਤਾ ਹੈ। ਜੋ ਸੁਖ ਸਰੂਪ ਹਰੀ ਅਕਾਲ ਪੁਰਖ ਵਾਹਿਗੁਰੂ ਹੈ ਨਾ, ਗਰੀਬ ਨਿਵਾਜ ਇਹ ਸੂਝ ਆਪਨੇ ਦਿੱਤੀ ਹੈ, ਸਮਝ ਆਪਨੇ ਦਿੱਤੀ ਹੈ। ਇਹ ਵਣ ਜਿਹੜੇ ਜੰਗਲ ਇਤਿਆਦਿਕ ਨੇ ਸਾਰੇ ਤਿਸ ਸੁਖ ਸਰੂਪ ਪਰਮ ਆਨੰਦ ਜੀ ਦੇ ਹੀ ਪੈਦਾ ਕੀਤੇ ਹੋਏ ਨੇ। ਤ੍ਰਿਣ ਜਿਤਨੀ ਵੀ ਬਨਾਸਪਤੀ ਏ, ਇਹ ਸਾਰੀ ਸੁਖ ਸਰੂਪ ਪਰਮ ਆਨੰਦ ਸੁਖ ਸਰੂਪ ਪਰਮਾਤਮਾ ਜੀ ਦੀ ਪੈਦਾ ਕੀਤੀ ਹੋਈ ਏ। ਸੱਚੇ ਪਾਤਸ਼ਾਹ ਤਿੰਨੇ ਭਵਨ ਆਕਾਸ਼ ਲੋਕ, ਪ੍ਰਿਥਵੀ ਲੋਕ, ਪਾਤਾਲ ਲੋਕ, ਤਿੰਨਾਂ ਹੀ ਲੋਕਾਂ ਦੇ ਅੰਦਰ ਜਿੰਨੇ ਵੀ ਜੀਵ ਵਸਣੇ ਵਾਲੇ ਹਨ, ਤਿੰਨਾਂ ਨੂੰ ਪਰਮ ਆਨੰਦ ਸਰੂਪ ਪਰਮਾਤਮਾ ਜੀ ਹੀ ਸੁਖ ਦੇਣ ਵਾਲੇ ਨੇ। ਇਹ ਕਿਰਪਾਲਤਾ ਕਰਕੇ ਆਪਨੇ ਹੀ ਆਪਣੇ ਉਪਦੇਸ਼ ਦੁਆਰਾ ਜਣਾਵਣਾ ਕੀਤਾ ਹੈ। ਤੇ ਐਸੇ ਤਿੰਨਾਂ ਭਵਨਾਂ ਦੇ ਪ੍ਰਤਪਾਲਕ ਸੁਖ ਸਰੂਪ ਪਰਮਾਤਮਾ ਜੀ ਦੀ ਪ੍ਰਾਪਤੀ ਦੇ ਪਰਮ ਆਨੰਦ ਨੂੰ ਆਪ ਜੀ ਦੀ ਕਿਰਪਾ ਦੁਆਰਾ ਹੀ ਮਾਣਿਆ ਹੈ ਜੀ। ਸੇਜ ਸੁਹਾਵੀ ਇਹੋ ਮਨ ਬਿਕਸੰਦਾ ਜੀਓ। ਸੱਚੇ ਪਾਤਸ਼ਾਹ ਆਪ ਜੀ ਦੀ ਬਖਸ਼ਿਸ਼ ਦੇ ਨਾਲ ਹੁਣ ਇਹ ਜਿਹੜਾ ਮਨ ਹੈ ਨਾ, ਖਿੜਿਆ ਹਰਿਆ ਬਾਗ, ਮਨ ਅਤਿਅੰਤ ਬਿਕਸੰਦਾ ਪ੍ਰਸੰਨ ਚਿੱਤ ਹੋ ਰਿਹਾ ਹੈ। ਮਹਾਰਾਜ ਆਪ ਜੀ ਦੀ ਕਿਰਪਾ ਦੁਆਰਾ ਹੀ ਚਤੁਸ਼ਟੇ ਸ਼ੁੱਧ ਹੋਏ ਹਨ।
ਮਨ ਚਿਤ ਬੁੱਧ ਅਹੰਕਾਰ ਜੋ ਹਨ ਤੁਸ਼ਟੇ ਹਨ। ਸੋ ਇਹਨਾਂ ਨੂੰ ਅੰਤःਕਰਨ ਅਥਵਾ ਅੰਤਸ਼ਕਰਨ ਆਖਿਆ ਜਾਂਦਾ ਹੈ। ਸੱਚੇ ਪਾਤਸ਼ਾਹ ਆਪ ਜੀ ਦੀ ਬਖਸ਼ਿਸ਼ ਦੇ ਨਾਲ ਹੀ ਇਹ ਅੰਤਸ਼ਕਰਨ ਰੂਪੀ ਜੋ ਸੇਜਾ ਹੈ ਪਤੀ ਪਰਮਾਤਮਾ ਜੀ ਦੇ ਸੱਜਣੇ ਯੋਗ ਸ਼ੋਭਨੀਕ ਹੋਈ ਹੈ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਬਖਸ਼ਿਸ਼ ਦੇ ਨਾਲ ਇਸ ਅੰਤਸ਼ਕਰਨ ਰੂਪੀ ਸਹਿਜਾ ਦੇ ਉੱਪਰ ਹਰੀ ਪਰਮਾਤਮਾ ਜੀ ਬਿਰਾਜਮਾਨ ਹੋਏ ਨੇ। ਤੇ ਹੁਣ ਇਹ ਜਿਹੜਾ ਮਨ ਹੈ ਪਤੀ ਪਰਮਾਤਮਾ ਜੀ ਦੀ ਵਾਹਿਗੁਰੂ ਜੀ ਦੀ ਪ੍ਰਾਪਤੀ ਕਰਕੇ ਅਤਿਅੰਤ ਬਿਗਸ ਰਿਹਾ ਹੈ, ਖਿੜ ਰਿਹਾ ਹੈ, ਆਨੰਦ ਦੇ ਸੁਖ ਦੇ ਸਹਿਤ ਹੋ ਰਿਹਾ ਹੈ ਜੀ। ਵੇਖ ਦਰਸ਼ਨ ਇਹੋ ਸੁਖ ਲਹੀਐ ਜੀਓ। ਸੱਚੇ ਪਾਤਸ਼ਾਹ ਇਸ ਸੁਖ ਦੇ ਦਾਤਾ ਜੀ ਆਪ ਹੋ। ਆਪ ਜੀ ਦੀ ਬਖਸ਼ਿਸ਼ ਦੇ ਨਾਲ ਹੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਦਰਸ਼ਨ ਦੇਖਿਆ ਜਾਂਦਾ ਹੈ। ਆਪ ਜੀ ਦੀ ਬਖਸ਼ਿਸ਼ ਦੇ ਨਾਲ ਹੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਨੂੰ ਦੇਖਿਆ ਹੈ ਤੇ ਵਾਹਿਗੁਰੂ ਜੀ ਦਾ ਪਾਵਨ ਦੀਦਾਰ ਕਰਕੇ ਇਸ ਸੁਖ ਨੂੰ ਹਿਰਦੇ ਦੇ ਅੰਦਰ ਹੀ ਲਹੀਐ ਜੀਓ ਲੈਣਾ ਕੀਤਾ ਹੈ। ਮਹਾਰਾਜ ਆਪ ਜੀ ਨੇ ਹੀ ਕਿਰਪਾਲਤਾ ਕਰਕੇ ਆਤਮਾ ਪ੍ਰਾਤਮਾ ਨੂੰ ਇੱਕ ਕੀਤਾ ਹੈ। ਸਰੂਪ ਰੂਪ ਦੀ ਅਭੇਦਤਾ ਕਰਾਵਣਾ ਕੀਤੀ ਹੈ। ਅੰਤਸ਼ਕਰਨ ਹਿਰਦੇ ਦੇ ਅੰਦਰ ਹੀ ਪਰਮਾਤਮਾ ਜੀ ਦਾ ਦੀਦਾਰ ਆਪ ਜੀ ਨੇ ਕਰਵਾਇਆ ਹੈ ਜੀ। ਚਰਨ ਪਖਾਰ ਕਰੇ ਨਿਤ ਸੇਵਾ ਜੀਓ। ਹੇ ਸੱਚੇ ਪਾਤਸ਼ਾਹ ਅਸੀਂ ਆਪ ਜੀ ਦੇ ਚਰਨਾਂ ਨੂੰ ਪਖਾਰ ਧੋਣਾ ਕਰਦੇ ਹਾਂ। ਕਰੇ ਨਿਤ ਸੇਵਾ ਜੀਓ ਤੇ ਨਿਤਾ ਪ੍ਰਤੀ ਆਪ ਜੀ ਦੀ ਸੇਵਾ ਵਿੱਚ ਲੱਗੇ ਰਹਿਣਾ ਚਾਹੁੰਦੇ ਹਾਂ। ਮਹਾਰਾਜ ਐਸੀ ਕਿਰਪਾਲਤਾ ਕਰੋ ਆਪ ਜੀ ਦੇ ਚਰਨਾਂ ਨੂੰ ਸਹਿਤ ਪ੍ਰੇਮ ਦੇ ਸਦਾ ਧੋਂਦੇ ਰਹੀਏ। ਚਰਨ ਕਮਲ ਤੇਰੇ ਧੋਏ ਧੋਏ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ। ਮਹਾਰਾਜ ਮਨ ਅਤੇ ਬੁੱਧ ਰੂਪੀ ਹਸਤ ਕਮਲਾਂ ਦੇ ਨਾਲ ਪ੍ਰੇਮ ਰੂਪੀ ਜਲ ਦੇ ਨਾਲ ਆਪ ਜੀ ਦੇ ਅਧਿਸ਼ਠਾਨ ਰੂਪੀ ਚਰਨਾਂ ਨੂੰ ਸਦਾ ਹੀ ਧੋਂਦੇ ਰਹੀਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਐਸੀ ਬਖਸ਼ਿਸ਼ ਕਰਨਾ ਕਰੋ ਇਸੇ ਹੀ ਪ੍ਰਕਾਰ। ਚਰਨ ਪਖਾਰ ਕਰੇ ਨਿਤ ਸੇਵਾ ਜੀਓ। ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਸਾਰੇ ਹੀ ਸਿੱਖ ਸੇਵਕ ਆਪ ਜੀ ਦੇ ਚਰਨਾਂ ਨੂੰ ਪਖਾਰ ਕਰਕੇ ਰਾਤ ਦਿਨ ਆਪ ਜੀ ਦੀ ਸੇਵਾ ਕਰਨਾ ਚਾਹੁੰਦੇ ਹਨ ਜੀ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਆਪ ਜੀ ਪਾਰ ਬ੍ਰਹਮ ਪਰਮੇਸ਼ਰ ਜੀ ਦਾ ਸਰਗੁਣ ਸਰੂਪ ਹੋ। ਇਸ ਪ੍ਰਕਾਰ ਸੱਚੇ ਪਾਤਸ਼ਾਹ ਆਪ ਜੀ ਦੇ ਚਰਨ ਸਦਾ ਧੋਂਦੇ ਰਹੀਏ, ਸਦਾ ਆਪ ਜੀ ਦੀ ਸੇਵਾ ਵਿੱਚ ਲੱਗੇ ਰਹੀਏ, ਐਸਾ ਮਨ ਦਾ ਭਾਵ ਹੈ। ਪੂਜਾ ਅਰਚਾ ਬੰਧਨ ਦੇਵਾ ਜੀਓ। ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਦਰਸ਼ਨ ਆਪ ਜੀ ਦਾ ਸਿਮਰਨ ਹੀ ਸਾਡੇ ਵਾਸਤੇ 16 ਪ੍ਰਕਾਰ ਦੀ ਪੂਜਾ ਹੈ। ਆਪ ਜੀ ਦਾ ਦਰਸ਼ਨ ਹੀ ਸਾਡੇ ਵਾਸਤੇ ਅਰਚਾ ਹੈ। ਚੰਦਨ ਨੂੰ ਘਸਾ ਕਰਕੇ ਜਿਹੜਾ ਉਸ ਦਾ ਛਿੜਕਾਓ ਕਰਨਾ ਹੈ ਨਾ, ਇਸ ਨੂੰ ਅਰਚਾ ਕਿਹਾ ਜਾਂਦਾ ਹੈ। 9 ਭਗਤੀਆਂ ਦੇ ਵਿੱਚੋਂ ਇੱਕ ਭਗਤੀ ਹੈ ਅਰਚਨਾ ਕਰਨੀ, ਭਾਵ ਖੁਸ਼ਬੂਆਂ ਦਾ ਸੁਗੰਧੀਆਂ ਦਾ ਛਿੜਕਾਓ ਕਰਨਾ। ਜੋ ਖੁਸ਼ਬੂ ਵਾਸਤੇ ਘਿਓ ਦੀ ਜੋਤ ਜਗਾਉਣੀ ਹੈ, ਫੁੱਲ ਮਾਲਾ ਅਰਪਣ ਕਰਨੀਆਂ ਨੇ, ਗੁਰ ਚਰਨਾਂ ਵਿਖੇ ਫੁੱਲ ਭੇਟਾ ਕਰਨੇ ਨੇ, ਪਰਫਿਊਮ ਇਤਿਆਦਿਕ ਸੁਗੰਧੀਆਂ ਦਾ ਛਿੜਕਾਓ ਕਰਨਾ ਹੈ। ਇਹ ਸਾਰੀ ਜਿਹੜੀ ਸੇਵਾ ਹੈ ਇਹ 9 ਭਗਤੀ ਚੋਂ ਇੱਕ ਭਗਤੀ ਹੈ। ਸੋ ਇਸ ਨੂੰ ਅਰਚਾ ਅਥਵਾ ਅਰਚਨਾ ਆਖਿਆ ਜਾਂਦਾ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਪਾਵਨ ਨਾਮ ਹੀ ਸਾਡੇ ਵਾਸਤੇ 16 ਪ੍ਰਕਾਰ ਦੀ ਪੂਜਾ ਹੈ। ਆਪ ਜੀ ਦਾ ਨਾਮ ਹੀ ਸਾਡੇ ਵਾਸਤੇ ਅਰਚਾ, ਖੁਸ਼ਬੂਆਂ ਸੁਗੰਧੀਆਂ ਦਾ ਛਿੜਕਾਓ ਕਰਨਾ ਹੈ। ਆਪ ਜੀ ਦਾ ਨਾਮ ਹੀ ਹੈ ਪ੍ਰਕਾਸ਼ ਸਰੂਪ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਦੇ ਉੱਪਰ ਡੰਡੌਤ ਕਰਨੀ ਹੈ। ਕਿਉਂਕਿ ਨਾਮ ਜਪੇ ਤੋਂ ਬਿਨਾ ਸੇਵਾ ਨਹੀਂ ਹੁੰਦੀ, ਨਾਮ ਜਪੇ ਤੋਂ ਬਿਨਾ ਪੂਜਾ ਸਫਲ ਨਹੀਂ ਹੁੰਦੀ। ਨਾਮ ਦੇ ਨਾਲ ਹੀ ਪੂਜਾ ਸਫਲੀਏ, ਨਾਮ ਦੇ ਨਾਲ ਹੀ ਦਾਤਾਰ ਸੱਚੇ ਪਾਤਸ਼ਾਹ ਜੀ ਹੋਰ ਸਾਰੀਆਂ ਕਿਰਿਆਵਾਂ ਸਫਲੀਆਂ ਨੇ। ਇਸ ਕਰਕੇ ਆਪ ਜੀ ਦਾ ਨਾਮ, ਆਪ ਜੀ ਦਾ ਦੀਦਾਰ ਸਾਡੇ ਵਾਸਤੇ ਸ਼ੋਭਨੀਕ ਹੈ। ਇਸੇ ਪ੍ਰਕਾਰ ਪੂਜਾ ਅਰਚਾ ਬੰਧਨ ਦੇਵਾ ਜੀਓ। ਇਹ ਪ੍ਰਕਾਸ਼ ਸਰੂਪ ਸਤਿਗੁਰੂ ਜੀ ਜਿਹੜੇ ਮਾਈ ਭਾਈ ਆਪ ਜੀ ਦੇ ਚਰਨਾਂ ਉੱਪਰ ਆ ਕਰਕੇ ਬੰਧਨ ਕਰਦੇ ਨੇ, ਨਮਸਕਾਰ ਕਰਦੇ, ਬੰਧਨ ਪਾਠ ਹੈ ਨਾ ਜੀ, ਬੰਧਨ ਆਪ ਜੀ ਦੇ ਚਰਨਾਂ ਤੇ ਜੋ ਬੰਧਨ ਨਮਸਕਾਰ ਕਰਦੇ ਨੇ, ਆਪ ਜੀ ਕਿਰਪਾਲਤਾ ਕਰਕੇ ਤਿੰਨਾਂ ਨੂੰ ਆਪਣੀ ਪੂਜਾ ਆਪਣੀ ਅਰਚਨਾ ਨਾਮ ਰੂਪੀ ਬਖਸ਼ਿਸ਼ ਕਰਨਾ ਕਰਦੇ ਹੋ। ਕਿਉਂਕਿ ਸਾਧ ਸੰਗਤ ਜੀ ਇਹ ਜਿਹੜਾ ਪਾਠ ਬੜੇ ਧਿਆਨ ਦੇ ਨਾਲ ਪੜ੍ਹਨੇ ਵਾਲਾ ਹੁੰਦਾ ਹੈ। ਬੰਧਨ ਤੇ ਬੰਧਨ, ਬੰਧਨ ਤੋਂ ਭਾਵ ਹੁੰਦਾ ਬੰਧਨ ਪੈ ਜਾਣੇ, ਜੰਮਣ ਮਰਨ ਦੇ ਬੰਧਨ, ਵਿਕਾਰਾਂ ਦੇ ਬੰਧਨ, ਹਉਮੈ ਦੇ ਬੰਧਨ, ਰਾਗ ਦਵੈਸ਼ ਦੇ ਬੰਧਨ, ਸਾਰੇ ਬੰਧਨ। ਤੇ ਬੰਧਨ ਤੋਂ ਭਾਵ ਹੁੰਦਾ ਨਮਸਕਾਰ ਕਰਨੀ, ਡੰਡਾਉਤ ਬੰਧਨ ਅਨੇਕ ਬਾਰ
ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਹੇ ਗਰੀਬ ਨਿਵਾਜ, ਜਿਹੜਾ ਆਪ ਜੀ ਦੇ ਚਰਨਾਂ ਤੇ ਆ ਕੇ ਡੰਡੌਤ ਵੀ ਕਰ ਦਿੰਦਾ ਨਾ, ਮਹਾਰਾਜ ਆਪ ਜੀ ਕਿਰਪਾਲਤਾ ਕਰਕੇ ਉਸ ਦੀ ਪੂਜਾ ਵੀ ਸਫਲੀ ਕਰ ਦਿੰਦੇ ਹੋ, ਉਸ ਦੀ ਅਰਚਨਾ ਵੀ ਸਫਲੀ ਕਰ ਦਿੰਦੇ ਹੋ। ਅਥਵਾ ਆਪ ਜੀ ਦੇ ਚਰਨਾਂ ਦੇ ਉੱਪਰ ਜਿਹੜਾ ਡੰਡੌਤ ਕਰ ਦਿੰਦਾ ਹੈ, ਮਹਾਰਾਜ ਆਪ ਜੀ ਉਸ ਨੂੰ ਭਗਤੀ ਰੂਪੀ ਅਰਚਨਾ ਬਖਸ਼ਣਾ ਕਰਦੇ ਹੋ। ਇਸੇ ਪ੍ਰਕਾਰ ਆਪ ਜੀ ਉਸ ਨੂੰ ਸਾਰੇ ਬੰਧਨਾਂ ਤੋਂ ਮੁਕਤ ਕਰ ਦੇਣਾ ਕਰਦੇ ਹੋ। ਗਰੀਬ ਨਿਵਾਜ ਜਿਹੜਾ ਡੰਡੌਤ ਦੰਡਵਤ ਮਨ ਨੂੰ ਸਿੱਧਾ ਆਪ ਜੀ ਦੇ ਚਰਨਾਂ ਦੇ ਨਾਲ ਲਾ ਲੈਣਾ ਕਰਦਾ ਹੈ। ਰੇ ਮਨ ਡੀਗ ਨਾ ਡੋਲੀਆ ਸਿੱਧਾ ਮਾਰਗ ਧਾਓ। ਜਿਵੇਂ ਡੰਡੇਵਤ ਲੰਬੇ ਪੈ ਕਰਕੇ ਡੰਡੌਤ ਬੰਦਨਾ ਕਰਨੀ ਹੈ, ਇਸੇ ਪ੍ਰਕਾਰ ਮਨ ਨੂੰ ਵੀ ਡੰਡੇਵਤ ਸਿੱਧਾ ਹੀ ਆਪ ਜੀ ਦੇ ਚਰਨਾਂ ਦੇ ਨਾਲ ਜੋੜਨਾ ਹੈ। ਸਾਹਿਬ ਜੀ ਆਪ ਜੀ ਕਿਰਪਾ ਕਰਕੇ ਪ੍ਰੇਮਾ ਭਗਤੀ ਰੂਪੀ ਅਰਚਨਾ ਉਸ ਨੂੰ ਬਖਸ਼ਿਸ਼ ਕਰ ਦੇਣਾ ਕਰਦੇ ਹੋ ਜੀ। ਦਾਸਨ ਦਾਸ ਨਾਮ ਜਪ ਲੇਵਾ ਜੀਓ। ਸੱਚੇ ਪਾਤਸ਼ਾਹ ਸਾਡੀ ਇਹ ਭਾਵਨਾ ਹੈ, ਆਪ ਜੀ ਦੇ ਦਾਸਾਂ ਦੇ ਦਾਸ ਸਦਾ ਬਣ ਕਰਕੇ ਰਹੀਏ ਤੇ ਆਪ ਜੀ ਦੇ ਨਾਮ ਨੂੰ ਸਦਾ ਹੀ ਲੈਂਦੇ ਰਹੀਏ ਜੀ। ਆਪ ਜੀ ਦੇ ਨਾਮ ਨੂੰ ਜਪਦੇ ਰਹੀਏ। ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਆਪ ਜੀ ਦੇ ਨਾਮ ਨੂੰ ਜਪਣਾ ਕਰਦੇ ਨੇ, ਉਹਨਾਂ ਦੇ ਦਾਸਾਂ ਦੇ ਵੀ ਦਾਸ ਬਣ ਕਰਕੇ ਆਪ ਜੀ ਦੇ ਨਾਮ ਨੂੰ ਸਦਾ ਆਰਾਧਦੇ ਰਹੀਏ। ਬਿਨੋ ਠਾਕੁਰ ਪਹਿ ਕਹੀਐ ਜੀਓ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਾਡੇ ਠਾਕੁਰ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਜੀਓ, ਇਹ ਬੇਨਤੀਆਂ ਆਪ ਜੀ ਦੇ ਚਰਨਾਂ ਵਿਖੇ ਅਸੀਂ ਕਹਿਣਾ ਕਰਦੇ ਹਾਂ। ਆਪ ਜੀ ਦਾ ਦੀਦਾਰ, ਆਪ ਜੀ ਦੇ ਦਾਸਾਂ ਦੇ ਦੁਆਰਾ ਮਿਲ ਕਰਕੇ ਜਪਣਾ ਨਾਮ, ਉਹਨਾਂ ਦੇ ਦਾਸਾਂ ਦੇ ਦਾਸ ਹੋ ਕਰਕੇ ਰਹਿਣਾ ਤੇ ਨਾਮ ਨੂੰ ਸਿਮਰਦੇ ਰਹਿਣਾ। ਮਹਾਰਾਜ ਇਹ ਦਾਤ ਸਦਾ ਬਖਸ਼ ਕਰਕੇ ਰੱਖੋ। ਮਹਾਰਾਜ ਇਹ ਬੇਨਤੀਆਂ ਠਾਕੁਰ ਜੀ ਆਪ ਜੀ ਦੇ ਚਰਨੀ ਕਰਨਾ ਕਰਦੇ ਹਾਂ ਜੀ। ਇਛ ਪੁੰਨੀ ਮੇਰੀ ਮਨ ਤਨ ਹਰਿਆ ਜੀਓ। ਸੱਚੇ ਪਾਤਸ਼ਾਹ ਹਰ ਵੇਲੇ ਆਪ ਜੀ ਦੇ ਦੀਦਾਰਿਆਂ ਦੀ ਚਾਹਤ ਮਨ ਵਿੱਚ ਰਹਿੰਦੀ ਏ। ਆਪ ਜੀ ਨੇ ਅਚਨਚੇਤ ਹੀ ਦਰਸ਼ਨ ਬਖਸ਼ਿਸ਼ ਕਰ ਦੇਣਾ ਕੀਤੇ ਨੇ, ਸਾਡੀ ਇੱਛਾ ਪੂਰਨ ਹੋ ਗਈ ਏ। ਮਹਾਰਾਜ ਦੀਦਾਰਿਆਂ ਦੀ ਆਪ ਜੀ ਨੇ ਕਿਰਪਾਲਤਾ ਕਰਕੇ ਭਾਵਨਾ ਪੂਰੀ ਕਰ ਦਿੱਤੀ ਏ। ਜਿਸ ਪ੍ਰਕਾਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕਰਕੇ ਪੌਂਟਾ ਸਾਹਿਬ ਦੀ ਧਰਤੀ ਰਾਜੇ ਮੇਦਨੀ ਪ੍ਰਕਾਸ਼ ਦੇ ਰਾਜ ਨਾਹਣ ਦੇ ਵਿੱਚ ਆਏ ਨੇ। ਆਪਣੇ ਪੂਰਬਲੇ ਜਨਮਾਂ ਦਾ ਤਪ ਸਥਾਨ ਪੌਂਟਾ ਸਾਹਿਬ ਸਤਿਗੁਰੂ ਜੀ ਨੇ ਪ੍ਰਗਟ ਕਰਨਾ ਕੀਤਾ ਹੈ। ਤੇ ਰਾਜਾ ਫਤਿਹ ਸ਼ਾਹ ਜਿਹੜਾ ਮੇਦਨੀ ਪ੍ਰਕਾਸ਼ ਦੇ ਨਾਲ ਵੱਡਾ ਭਾਰੀ ਵੈਰ ਰੱਖਦਾ ਸੀ, ਤੇ ਫਤਿਹ ਸ਼ਾਹ ਦੀ ਜਿਹੜੀ ਬੇਟੀ ਸੀ ਉਸ ਦੀ ਕੁੜਮਾਈ 22 ਧਾਰ ਦੇ ਸਿਰਮੌਰ ਰਾਜਿਆਂ ਦੇ ਵਿੱਚੋਂ ਸਿਰਮੌਰ ਜਿਹੜਾ ਰਾਜਾ ਸੀ, ਮੁਖੀ ਰਾਜਾ ਸੀ ਭੀਮ ਚੰਦ, ਉਹਦੇ ਬੇਟੇ ਅਜਮੇਰ ਚੰਦ ਦੇ ਨਾਲ ਹੋਈ ਸੀ। ਮੇਦਨੀ ਪ੍ਰਕਾਸ਼ ਨੂੰ ਚਿੰਤਾ ਪੈ ਗਈ, ਫਤਿਹ ਸ਼ਾਹ ਪਹਿਲਾਂ ਹੀ ਮੇਰੇ ਨਾਲੋਂ ਤਕੜਾ ਹੈ, ਬਾਹੂ ਬਲ ਬਹੁਤਾ ਹੈ, ਸੈਨਾ ਬਲ ਬਹੁਤਾ ਹੈ, ਤੇ ਹੁਣ ਇਹ ਭੀਮ ਚੰਦ ਦਾ ਸੰਬੰਧੀ ਹੋ ਗਿਆ ਹੈ, ਮੇਰੇ ਤੇ ਹਮਲਾ ਕਰਕੇ ਮਾਰੀ ਨਾ ਦੇਵੇ, ਰਾਜ ਭਾਗ ਖੋਈ ਨਾ ਲੇਵੇ, ਮੈਨੂੰ ਬੰਦੀਖਾਨੇ 'ਚ ਹੀ ਨਾ ਪਾ ਦੇਵੇ, ਮੈਨੂੰ ਉਜਾੜੀ ਨਾ ਦੇਵੇ। ਇਸ ਪ੍ਰਕਾਰ ਡਰ ਧਾਰਨ ਕਰਕੇ ਸਤਿਗੁਰੂ ਜੀ ਦੀ ਸ਼ਰਨ ਗ੍ਰਹਿਣ ਕਰਨਾ ਕੀਤੀ ਸੀ। ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕਰਕੇ ਦਰਸ਼ਨ ਬਖਸ਼ ਕੇ ਮੇਦਨੀ ਪ੍ਰਕਾਸ਼ ਦੀ ਫਤਿਹ ਸ਼ਾਹ ਦੇ ਨਾਲ ਸੁਲ੍ਹਾ ਕਰਾ ਦਿੱਤੀ। ਜਿਹੜਾ ਹਮਲੇ ਦਾ ਰਾਜ ਖੁੱਸਣ ਦਾ ਡਰ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਿੱਤਰਤਾ ਕਰਵਾ ਕੇ ਉਹ ਡਰ ਉਹ ਖੌਫ ਹੀ ਮੇਟ ਦਿੱਤਾ। ਹੁਣ ਪੀਰ ਬੁੱਧੂ ਸ਼ਾਹ, ਸੈਯਦ ਬੁੱਧੂ ਸ਼ਾਹ ਸਡੌਰੇ ਦੇ ਰਹਿਣ ਵਾਲਾ, ਉਸਨੇ ਕਨਸੋ ਸੁਣੀ ਹੈ, ਪਤਾ ਲੱਗਿਆ ਹੈ ਕਿਸੇ ਦੇ ਪਾਸੋਂ ਇਹ ਆਵਾਜ਼ ਸੁਣੀ ਹੈ ਕਿ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਉਦੋਂ ਨਾਮ ਗੋਬਿੰਦ ਰਾਏ ਸੀ, ਇਹ ਨਾਹਣ ਦੀ ਧਰਤੀ ਤੇ ਆਏ ਨੇ। ਤੇ ਸਡੌਰੇ ਤੋਂ ਅਨੰਦਪੁਰ ਸਾਹਿਬ ਬਹੁਤ ਦੂਰ ਸੀ, ਪਰ ਸਡੌਰੇ ਤੋਂ ਨਾਹਣ ਜਾਣਾ, ਪੌਂਟਾ ਸਾਹਿਬ ਜਾਣਾ ਬਹੁਤਾ ਦੂਰ ਨਹੀਂ। ਆਪਣੇ 500 ਮੁਰੀਦਾਂ ਨੂੰ ਨਾਲ ਲਿਆ, ਕਿਉਂਕਿ ਵੱਡਾ ਭਾਰੀ ਜਾਗੀਰਦਾਰ ਸੀ, ਬਹੁਤ ਧਨਾੜ ਸੀ ਪੀਰ ਬੁੱਧੂ ਸ਼ਾਹ। ਬਹੁਤ ਵੱਡੀ ਜਾਗੀਰ ਹੋਣ ਦੇ ਕਾਰਨ ਜਾਗੀਰ ਦੀ ਰਖਵਾਲੀ ਵਾਸਤੇ ਸਨੱਧਬੱਧ ਸੂਰਮੇ ਨਾਲ ਰੱਖਿਆ ਕਰਦਾ, ਜਿਹੜੇ ਇਹਦੇ ਚੇਲੇ ਸਨ। ਸਾਰੀ ਜਾਗੀਰ ਵੀ ਉਹਨਾਂ ਨੇ ਸੰਭਾਲਣੀ ਤੇ ਸੇਵਾ ਵੀ ਉਹਨਾਂ ਨੇ ਕਰਨੀ। ਉਹਨਾਂ 500 ਮੁਰੀਦਾਂ ਨੂੰ ਨਾਲ ਲੈ ਕਰਕੇ ਸਡੌਰੇ ਤੋਂ ਚੱਲ ਕਰਕੇ ਪੌਂਟਾ ਸਾਹਿਬ ਪੁੱਜਾ ਹੈ। ਆ ਕਰਕੇ ਕੀ ਤੱਕਦਾ ਹੈ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ, ਸਰੂ ਵਰਗਾ ਕੱਦ, ਹਸੂ ਹਸੂ ਕਰਦਾ ਚਿਹਰਾ, ਚੜ੍ਹਦੇ ਸੂਰਜ ਦੀ ਲਾਲੀ ਵਰਗੀਆਂ ਮਗਦੀਆਂ ਗਰੀਬ ਨਿਵਾਜ ਸਤਿਗੁਰਾਂ ਦੇ ਮੁਖ ਤੇ ਲਾਲੀਆਂ, ਐਸਾ ਤੇਜ ਪ੍ਰਤਾਪ ਜਿਹੜਾ ਝੱਲਿਆ ਨਹੀਂ ਜਾਂਦਾ।
ਤੇ ਸਤਿਗੁਰੂ ਜੀ ਗੰਗਾ ਦੇ ਕਿਨਾਰੇ, ਵਾਹਿਗੁਰੂ, ਜਮਨਾ ਦੇ ਕਿਨਾਰੇ ਖੜੇ ਜਮਨਾ ਦੀਆਂ ਪਾਣੀ ਦੀਆਂ ਲਹਿਰਾਂ ਨੂੰ ਤੱਕ ਰਹੇ ਨੇ। ਜਿਸ ਵੇਲੇ ਪੀਰ ਬੁੱਧੂ ਸ਼ਾਹ ਆਇਆ ਨਾ, ਤੇ ਤਾਂ ਕਰਕੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਉੱਪਰ ਡੰਡੌਤ ਬੰਦਨਾ ਕੀਤੀ ਹੈ। ਚਰਨ ਪਕੜ ਲਏ ਨੇ, ਡੰਡੇ ਵੱਲ ਸਿੱਧਾ ਲੰਮੇ ਪੈ ਗਿਆ। ਜਦੋਂ ਡੰਡੌਤ ਕੀਤੀ ਹੈ ਨਾ, ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਮੁਸਕਰਾ ਕਰਕੇ ਵਚਨ ਕਰਨਾ ਕੀਤਾ, ਆਓ ਪਿਆਰਿਓ, ਬੜੇ ਚਿਰ ਬਾਅਦ ਮਿਲਾਪ ਹੋਇਆ ਹੈ, ਚਿਰਾਂ ਦੇ ਵਿਛੜੇ ਸਾਂ। ਜਦੋਂ ਇਹ ਵਚਨ ਕਰਨਾ ਕੀਤਾ, ਪੀਰ ਬੁੱਧੂ ਸ਼ਾਹ ਨੂੰ ਸਮਝ ਆ ਗਈ ਸੱਚੇ ਪਾਤਸ਼ਾਹ ਵਿਛੜਿਆਂ ਨੂੰ ਮਿਲਣ ਵਾਲੇ ਵੀ ਆਪ, ਬਿਦਾਂ ਬਣਾਉਣ ਵਾਲੇ ਵੀ ਆਪ, ਬਖਸ਼ਿਸ਼ਾਂ ਕਰਨ ਵਾਲੇ ਵੀ ਆਪ, ਤੇ ਪਛਾਣਨ ਵਾਲੇ ਵੀ ਆਪ। ਮਹਾਰਾਜ ਪਿਆਰ ਨੂੰ ਵੀ ਆਪ ਪਛਾਣਦੇ ਹੋ, ਵਿਛੜਿਆਂ ਨੂੰ ਵੀ ਪਛਾਣ ਕਰਕੇ ਆਪ ਹੀ ਮਿਲਦੇ ਹੋ। ਪਰ ਨਾਲ ਦੇ ਜਿਹੜੇ ਸਾਰੇ ਚੇਲੇ ਸਨ 500, ਉਹਨਾਂ ਨੂੰ ਆਪਣੀ ਜਾਤੀ ਦਾ ਬੜਾ ਹੰਕਾਰ ਹੈ। ਅਸੀਂ ਮੁਸਲਮਾਨ ਹਾਂ, ਅਸੀਂ ਸੈਯਦ ਜਾਤੀ ਚੋਂ ਹਾਂ, ਸਾਡੇ ਪੀਰ ਜੀ ਸੈਯਦ ਜਾਤੀ ਚੋਂ ਨੇ। ਉਹਨਾਂ ਦੇ ਹਿਰਦੇ ਦੇ ਅੰਦਰ ਅਜੇ ਜਾਤ ਪਾਤ ਦਾ ਬਹੁਤ ਵੱਡਾ ਭੇਦ ਭਾਵ ਸੀ। ਅੱਖਾਂ ਦੇ ਉੱਪਰ ਤਵੱਸਬ ਦੀਆਂ ਪੱਟੀਆਂ ਵੱਜੀਆਂ ਹੋਈਆਂ ਨੇ। ਪਰ ਪੀਰ ਬੁੱਧੂ ਸ਼ਾਹ ਦੀ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ, ਨਜ਼ਰ ਕਰਕੇ ਨਿਰਮਲ ਨਜ਼ਰ ਕਰ ਦਿੱਤੀ ਏ। ਦੁਐਤ ਨਜ਼ਰਾਂ ਦੇ ਵਿੱਚੋਂ ਤੇ ਹਿਰਦੇ ਵਿੱਚੋਂ ਮਿਟ ਦੇਣਾ ਕੀਤੀ ਏ। ਪਰ ਇਹਨਾਂ ਦੇ ਮਨ ਵਿੱਚ ਮਾਣ ਹੈ, ਸੋਚਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਿੰਦੂ ਜਾਤ ਦੇ ਵਿੱਚੋਂ ਨੇ, ਇਹ ਸਿੱਖਾਂ ਦੀ ਸਿਰਜਣਾ ਕਰਦੇ ਨੇ, ਵੱਖਰਾ ਪੰਥ ਚਲਾਇਆ ਹੈ। ਇਥੋਂ ਤੱਕ ਕਿ ਸਿੱਖਾਂ ਨੂੰ ਕਾਫਰ ਕਿਹਾ ਕਰਦੇ ਸਨ। ਹਿਰਦੇ ਦੇ ਵਿੱਚ ਕੁਝ ਕੁ ਮੈਲਾ ਭਾਵ ਆਇਆ ਹੈ, ਤੇ ਇਥੋਂ ਤੱਕ ਮਨ ਦੇ ਅੰਦਰ ਕ੍ਰਿਜਦੇ ਨੇ, ਤੇ ਰਿਹਾ ਨਹੀਂ ਗਿਆ। ਤੇ ਇੱਕ ਚੇਲੇ ਨੇ ਬੋਲ ਹੀ ਦਿੱਤਾ, ਕਹਿਣ ਲੱਗੇ, ਹੇ ਸੈਯਦ ਜੀ, ਹੇ ਪੀਰ ਜੀ, ਇਸਲਾਮ ਮਤ ਦੇ ਅੰਦਰ ਇਤਨਾ ਵੱਡਾ ਭਾਰੀ ਤੁਹਾਡਾ ਸਤਿਕਾਰ, ਸੈਯਦ ਤੁਹਾਡੀ ਜਾਤੀ ਕੁਲ ਖਾਨਦਾਨ ਦਾ ਖਿਆਲ ਤਾਂ ਕਰਦੇ। ਇੱਕ ਸਿੱਖਾਂ ਦੇ ਗੁਰੂ, ਇੱਕ ਹਿੰਦੂ ਪੀਰ ਦੇ ਆ ਕਰਕੇ ਪੈਰੀ ਪਏ ਹੋ। ਇੱਕ ਤਾਂ ਤੁਹਾਡੀ ਉਮਰ ਬਜ਼ੁਰਗੀ ਵਾਲੀ, ਤੇ ਉਹਨਾਂ ਦੀ ਉਮਰ 18 ਕੁ ਸਾਲ। ਉਹ ਤਾਂ ਸਰੀਰ ਨੂੰ ਹੀ ਤੱਕਦੇ ਨੇ ਨਾ, ਜੋਤ ਨਹੀਂ ਅਜੇ ਨਜ਼ਰ ਆਉਂਦੀ ਹੈ। ਉਹਨਾਂ ਦੀ ਉਮਰ 18 ਕੁ ਸਾਲ, ਤੁਸੀਂ ਬਜ਼ੁਰਗੀ ਵਾਲੇ। ਉਹ ਸਿੱਖਾਂ ਦੇ ਗੁਰੂ, ਹਿੰਦ ਦੇ ਪੀਰ, ਤੁਸੀਂ ਇਸਲਾਮ ਮਤ ਦੇ ਪੀਰ। ਇਸੇ ਪ੍ਰਕਾਰ ਉਹ ਗ੍ਰਸਥੀ, ਇੱਕ ਗ੍ਰਸਥੀ ਦੇ, ਛੋਟੀ ਉਮਰ ਵਾਲੇ ਦੇ, ਦੂਜੇ ਧਰਮ ਵਾਲੇ ਦੇ ਆ ਕੇ ਪੈਰੀ ਪੈ ਗਏ। ਆਪਣੀ ਕੁਲ ਦਾ ਖਿਆਲ ਤੇ ਕਰ ਲੈਂਦੇ, ਮਜ਼ਹਬ ਇਸਲਾਮ ਦਾ ਖਿਆਲ ਤਾਂ ਕਰ ਲੈਂਦੇ। ਤੇ ਪੀਰ ਜੀ ਕਹਿਣ ਲੱਗੇ, ਪੁੱਤਰੋ, ਤੁਹਾਨੂੰ ਪਛਾਣਨਾ ਨਹੀਂ ਆਇਆ। ਜਿਸ ਖੁਦਾ ਨੂੰ ਨਿਤਾ ਪ੍ਰਤੀ ਤੁਸੀਂ ਸਜਦਾ ਕਰਦੇ ਹੋ, ਅੱਲਾਹ ਤਾਲਾ ਕਹਿ ਕਰਕੇ, ਕਰੀਮ ਕਹਿ ਕਰਕੇ, ਰਹੀਮ ਕਹਿ ਕਰਕੇ, ਪਰਵਦਗਾਰ ਕਹਿ ਕਰਕੇ, ਇਹ ਉਹੀ ਅੱਲਾਹ ਤਾਲਾ ਪ੍ਰਤੱਖ ਸਾਖਿਆਤਕਾਰ ਸਵਰੂਪ ਧਾਰਨ ਕਰਕੇ ਆਏ ਨੇ। ਜਿਸ ਖੁਦਾ ਦੀ ਜੋਤ ਨੇ ਸੁਲੇਮਾਨ ਦੇ ਕਾਰਜ ਸਵਾਰੇ, ਇਹ ਉਹੀ ਮੇਰਾ ਅੱਲਾਹ ਤਾਲਾ, ਮੇਰਾ ਪਰਵਦਗਾਰ ਸਰੀਰ ਧਾਰਨ ਕਰਕੇ ਆਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਸ ਪੀਰ ਦੇ ਹਿਰਦੇ ਦੀ ਭਾਵਨਾ ਨੂੰ ਤੱਕਣਾ ਕੀਤਾ ਹੈ। ਤੇ ਜਦੋਂ ਸਤਿਗੁਰੂ ਜੀ ਨੇ ਬਚਨ ਕਰਨਾ ਕੀਤਾ ਸੀ, ਚਿਰਾਂ ਦੇ ਆ ਵਿਛੜੇ ਮਿਲਿਓ, ਤੇ ਨਾਲ ਹੀ ਬੇਨਤੀ ਕਰਨਾ ਕੀਤੀ ਸੀ, ਸੱਚੇ ਪਾਤਸ਼ਾਹ, ਮੈਂ ਤੇ ਜੁਗਾ ਜੁਗਾਂਤਰਾਂ ਤੋਂ ਤੁਹਾਡੇ ਚਰਨਾਂ ਦਾ ਦਾਸ ਹਾਂ। ਤੇ ਹੁਣ ਆਪਣੇ ਮੁਰੀਦਾਂ ਨੂੰ ਪੀਰ ਕਹਿਣ ਲੱਗਾ, ਪੁੱਤਰੋ, ਮੈਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕੋਈ ਪਹਿਲੀ ਵਾਰ ਥੋੜਾ ਸਜਦਾ ਕੀਤਾ ਹੈ। ਮੈਂ ਤੇ ਜੁਗਾ ਜੁਗਾਂਤਰਾਂ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਚਰਨਾਂ ਦਾ ਭੌਰਾ ਹਾਂ। ਪਤਾ ਨਹੀਂ ਕਿਤਨੇ ਕ ਜਨਮ ਲੈ ਕਰਕੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸੇਵਾ ਕਰਦਾ ਰਿਹਾ, ਤੇ ਸਦਾ ਹੀ ਡੰਡੌਤਾ ਕਰਦਾ ਰਿਹਾ। ਤੁਸੀਂ ਮੇਰੀ ਡੰਡੌਤ ਅੱਜ ਦੇਖੀ ਹੈ? ਮੈਂ ਤੇ ਸਦਾ ਤੋਂ ਹੀ ਇਹਨਾਂ ਦੇ ਚਰਨਾਂ ਤੇ ਡੰਡੌਤ ਕਰਦਾ ਹਾਂ। ਮੈਂ ਤੇ ਪਤਾ ਨਹੀਂ ਕਿਤਨੇ ਕ ਜਨਮ ਇਹਨਾਂ ਦੇ ਚਰਨਾਂ ਦੀ ਸ਼ਰਨ ਵਿੱਚ ਗੁਜ਼ਾਰੇ ਨੇ। ਗਰੀਬ ਨਿਵਾਜ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਪੌਂਟਾ ਸਾਹਿਬ ਵਾਲੇ ਅਸਥਾਨ ਤੇ ਤਪ ਕੀਤਾ, ਹਜ਼ੂਰ ਸਾਹਿਬ ਵਾਲੇ ਅਸਥਾਨ ਤੇ ਤਪ ਕੀਤਾ। ਇਸੇ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੇਮਕੁੰਟ ਸਾਹਿਬ ਵਾਲੇ ਪਾਵਨ ਅਸਥਾਨ ਤੇ ਤਪ ਕੀਤਾ। ਕਿਤਨੇ ਸੰਗੀ, ਕਿਤਨੇ ਸਾਥੀ, ਕਿਤਨੇ ਮੁਰੀਦ, ਕਿਤਨੇ ਸੇਵਕਾਂ ਨੇ ਕਦੋਂ ਕਦੋਂ ਡੰਡੌਤਾਂ ਕੀਤੀਆਂ, ਅਸੀਂ ਥੋੜਾ ਨਾ ਜਾਣ ਸਕਦੇ ਹਾਂ। ਕਹਿਣ ਲੱਗਾ, ਮੈਂ ਤੇ ਸਤਿਗੁਰੂ ਜੀ ਦੇ ਚਰਨਾਂ ਦਾ ਜੁਗਾ ਜੁਗਾਂਤਰਾਂ ਤੋਂ ਦੀਵਾਨਾ ਹਾਂ, ਭੌਰਾ ਹਾਂ, ਦਾਸ ਹਾਂ, ਸੇਵਕ ਹਾਂ। ਇਹਨਾਂ ਚਰਨਾਂ ਤੋਂ ਵਿਛੋੜਾ ਪੈ ਗਿਆ ਸੀ। ਗਰੀਬ ਨਿਵਾਜ ਜੀ ਨੇ ਫੁਰਨਾ ਕਰਕੇ ਆਪ ਹੀ ਚਰਨਾਂ ਦੇ ਨਾਲ ਮੇਲ ਲੈਣਾ ਕੀਤਾ ਹੈ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਹਿਰਦੇ ਦੇ ਅੰਦਰ ਦਇਆ ਦੀ ਭਾਵਨਾ ਆਈ ਏ। ਗਰੀਬ ਨਿਵਾਜ ਸਾਹਿਬ ਜੀ ਨੂੰ ਤਰਸ ਆ ਗਿਆ ਸਾਰੇ ਮੁਰੀਦਾਂ ਦੇ ਉੱਪਰ, ਤੇ ਮੁਸਕਰਾਉਂਦਿਆਂ ਹੋਇਆਂ ਇੱਕ ਅੰਮ੍ਰਿਤ ਦ੍ਰਿਸ਼ਟੀ ਸਾਰੇ ਸੇਵਕਾਂ ਦੇ ਉੱਪਰ ਪਾ ਦੇਣਾ ਕੀਤੀ ਏ, ਤੇ ਸਾਰਿਆਂ ਦੇ ਹਿਰਦਿਆਂ ਦੇ ਅੰਦਰੋਂ ਦੂਈ ਦੁਵੈਤ ਹੀ ਮਿਟਾ ਦਿੱਤੀ ਏ। ਸਾਧ ਸੰਗਤ ਜੀ,
ਇਹੋ ਜਿਹੇ ਫਿਰ ਪੀਰ ਬੁੱਧੂ ਸ਼ਾਹ ਜੀ ਸਢੌਰੇ ਵਾਲੇ ਜਦੋਂ ਪਠਾਨ ਜਿਹੜੇ ਸਤਿਗੁਰੂ ਜੀ ਦੇ ਪਾਸ ਭਰਤੀ ਕਰਾਏ ਸਨ, ਦੌੜ ਗਏ ਸਨ ਨਾ, ਤੇ ਪੀਰ ਬੁੱਧੂ ਸ਼ਾਹ ਜੀ ਇਹਨਾਂ ਹੀ ਆਪਣੇ ਮੁਰੀਦਾਂ ਨੂੰ, ਸਾਲਿਆਂ ਨੂੰ ਤੇ ਪੁੱਤਰਾਂ ਨੂੰ ਲੈ ਕਰਕੇ ਸਤਿਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ। ਇਹਨਾਂ ਵਿੱਚੋਂ ਕਿੰਨੇ ਮੁਰੀਦਾਂ ਨੇ ਸਤਿਗੁਰੂ ਜੀ ਦੀ ਸੇਵਾ ਹਿਤ ਆਪਣੇ ਤਨ ਕੁਰਬਾਨ ਕਰ ਦਿੱਤੇ, ਮੈਦਾਨੇ ਜੰਗ ਦੇ ਅੰਦਰ ਜੂਝ ਕਰਕੇ ਸ਼ਹਾਦਤਾਂ ਪ੍ਰਾਪਤ ਕਰਨਾ ਕੀਤੀਆਂ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਐਸਾ ਦੀਦਾਰ ਇੱਕ ਝਲਕ ਮਾਤਰ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕੇ ਦੁਖ ਬਿਦਾਰੇ, ਦਾਸ ਕਾ ਦੁਖ ਬਿਦਾਰਿਓ। ਸੋ ਅੱਖ ਨੂੰ ਥੋੜਾ ਜਿਹਾ ਟੇਢਾ ਕਰਕੇ ਕੌਰ ਵਾਲੇ ਪਾਸੇ ਨੂੰ ਲੰਘਦਿਆਂ ਟੇਢਾ ਜਾਂ ਮਾੜਾ ਜਿਹਾ ਤੱਕ ਜਾਣਾ, ਇਸ ਨੂੰ ਕਿਰਪਾ ਕਟਾਖ, ਕਟਾਕਸ਼ ਟੇਢੇ ਨੇਤਰਾਂ ਦੇ ਨਾਲ ਦੇਖਣਾ ਸਤਿਗੁਰੂ ਜੀ ਨੇ ਕਥਨ ਕਰਨਾ ਕੀਤਾ ਹੈ। ਐਸੀ ਵੱਡੀ ਭਾਰੀ ਬਖਸ਼ਿਸ਼ ਹੈ ਆਪ ਜੀ ਦੀ ਨਜ਼ਰ ਦੇ ਅੰਦਰ ਕਿ ਲੰਘਦਿਆਂ ਥੋੜੇ ਜਿਹੇ ਨੇਤਰੇ ਟੇਢੇ ਕਰਕੇ ਨਜ਼ਰ ਹੀ ਮਾਰ ਜਾਣ ਤੇ ਆਪਣੇ ਦਾਸਾਂ ਦੇ ਦੁੱਖਾਂ ਨੂੰ ਨਾਸ਼ ਕਰ ਦਿੰਦੇ ਨੇ। ਐਸਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਦੀਦਾਰ ਹੈ। ਸੋ ਇੱਕ ਦੀਦਾਰ ਜੰਮਣ ਮਰਨ ਕੱਟ ਦਿੰਦਾ ਹੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸੋ ਇਸੇ ਹੀ ਪ੍ਰਕਾਰ ਇਛ ਪੁੰਨੀ ਮੇਰੀ, ਮਨ ਤਨ ਹਰਿਆ ਜੀਓ। ਸੋ ਜਿਸ ਪ੍ਰਕਾਰ ਸਡੌਰੇ ਵਾਲੇ ਪੀਰ ਦੀ ਇੱਛਾ ਪੂਰੀ ਕਰ ਦਿੱਤੀ, ਤਨ ਮਨ ਹਰਿਆ ਹੀ ਹੋ ਗਿਆ, ਤਨ ਮਨ ਸ਼ੁਭ ਗੁਣਾਂ ਦੇ ਸਹਿਤ ਹੋ ਗਿਆ ਹੈ। ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਵਿਖੇ ਬੇਨਤੀ ਕਰਨਾ ਕਰੀਏ, ਸੱਚੇ ਪਾਤਸ਼ਾਹ ਕਿਰਪਾਲਤਾ ਕਰਕੇ ਸਾਡੀ ਵੀ ਇਹ ਇੱਛਾ ਪੂਰੀ ਕਰ ਦਿਓ। ਸਾਡਾ ਜਿਹੜਾ ਤਨ ਮਨ ਹੈ ਸਦਾ ਹੀ ਹਰਿਆ ਖੜਾਓ ਦੇ ਸਹਿਤ ਬਣਿਆ ਰਵੇ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਸੱਚੇ ਪਾਤਸ਼ਾਹ ਸਾਡੀ ਇੱਛਾ ਪੂਰੀ ਕਰ ਦਿਓ ਜੀ। ਇੱਛਾ ਕੀ ਹੈ? ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਆਪਣਾ ਜਾਣ ਕਰਕੇ ਸਾਡੀ ਪ੍ਰਤਪਾਲਣਾ ਕਰਨਾ ਕਰੋ ਜੀ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਚਰਨਾਂ ਦੇ ਨਾਲ ਸਾਡੇ ਮਨ ਦਾ ਨੇਹ ਹੋ, ਮਨ ਦੀ ਰੁਚੀ, ਮਨ ਦਾ ਪਿਆਰ ਬਣਿਆ ਰਵੇ, ਐਸੀ ਕਿਰਪਾਲਤਾ ਕਰੋ ਜੀ। ਦਰਸ਼ਨ ਪੇਖਤ ਸਭ ਦੁਖ ਪਰ ਹਰਿਆ ਜੀਓ। ਮਹਾਰਾਜ ਆਪ ਜੀ ਦਾ ਪਾਵਨ ਦੀਦਾਰ ਕਰਕੇ ਹੀ ਸਾਰਾ ਜਿਹੜਾ ਦੁੱਖ ਹੈ ਉਤਰ ਗਿਆ ਹੈ। ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਆਪ ਜੀ ਦਾ ਪਾਵਨ ਦੀਦਾਰ ਐਸਾ ਹੈ, ਵਿਕਾਰਾਂ ਦਾ ਦੁੱਖ, ਜੰਮਣ ਮਰਨ ਦਾ ਦੁੱਖ, ਜੰਮਾ ਦਾ ਦੁੱਖ ਇਤਿਆਦਿਕ ਸਾਰਾ ਆਪ ਜੀ ਦੇ ਪਾਵਨ ਦੀਦਾਰਿਆਂ ਦੇ ਨਾਲ ਹੀ ਉਤਰ ਜਾਂਦਾ ਹੈ। ਸਤਿਗੁਰੂ ਜੀ ਦਾ ਦੀਦਾਰ ਭੁੱਲਾਂ ਬਖਸ਼ ਦਿੰਦਾ ਹੈ। ਸਤਿਗੁਰੂ ਜੀ ਦਾ ਦੀਦਾਰ ਟੁੱਟਿਆਂ ਨੂੰ ਗੰਢ ਲੈਂਦਾ ਹੈ। ਸਤਿਗੁਰੂ ਜੀ ਦਾ ਦੀਦਾਰ ਜੰਮਣ ਮਰਨ ਦੇ ਦੁੱਖ ਕੱਟ ਦਿੰਦਾ ਹੈ। ਕੋਈ ਵਿਛੜਿਆ ਹੋਵੇ, ਟੁੱਟਾ ਹੋਵੇ, ਖੁੰਝਿਆ ਹੋਵੇ, ਭੁੱਲਿਆ ਹੋਵੇ, ਵਿਰੋਧੀ ਹੋ ਗਿਆ ਹੋਵੇ, ਬਾਗੀ ਹੋ ਗਿਆ ਹੋਵੇ, ਪਰ ਭਾਵਨਾ ਦੇ ਨਾਲ ਆ ਕੇ ਨਤਮਸਤਕ ਹੋ ਕਰਕੇ ਦੀਦਾਰ ਕਰ ਲਵੇ, ਸਤਿਗੁਰੂ ਜੀ ਬਖਸ਼ ਦਿੰਦੇ ਨੇ। ਸਤਿਗੁਰੂ ਜੀ ਦੇ ਘਰ ਤੋਂ ਸਮਾਂ ਪਾ ਕਰਕੇ ਟੁੱਟ ਗਏ ਬਾਬਾ ਰਾਮ ਰਾਏ ਜੀ। ਸਤਿਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਚਨਾਂ ਦੇ ਨਾਲ ਔਰੰਗਜ਼ੇਬ ਦੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਗਏ ਨੇ। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਚਨ ਕਰਨਾ ਕੀਤਾ ਸੀ, ਰਾਮ ਰਾਏ ਜੀ ਜੋ ਵੀ ਆਪਣੀ ਜ਼ੁਬਾਨ ਚੋਂ ਬਚਨ ਕਰੋਗੇ ਸੱਤ ਹੋ ਜਾਵੇਗਾ, ਸਾਡਾ ਨਿਵਾਸ ਤੁਹਾਡੀ ਰਸਨਾ ਤੇ ਹੋਵੇਗਾ। ਤੇ ਨਾਲ ਹੀ ਬਚਨ ਕਰਨਾ ਕੀਤਾ ਸੀ, ਜ਼ਾਲਮ ਜ਼ਰਵਾਣੇ ਦੇ ਅੱਗੇ ਝੁਕਣਾ ਨਹੀਂ, ਨਿਵਣਾ ਨਹੀਂ, ਸੱਚ ਦਾ ਪ੍ਰਕਾਸ਼ ਤੇ ਸੱਚ ਦਾ ਹੀ ਪ੍ਰਚਾਰ ਕਰਨਾ ਹੈ। ਰਾਮ ਰਾਏ ਜੀ ਸਤਿਗੁਰੂ ਜੀ ਦੀ ਆਗਿਆ ਪਾ ਕਰਕੇ ਨਤਮਸਤਕ ਹੋ ਕਰਕੇ ਚਲੇ ਗਏ ਨੇ। ਬਾਖੂਬੀ ਔਰੰਗਜ਼ੇਬ ਬਾਦਸ਼ਾਹ ਦੇ ਹਰ ਇੱਕ ਸਵਾਲ ਦਾ ਜਵਾਬ ਦਿੰਦੇ ਨੇ, ਨਿਰੁੱਤਰ ਕਰਦੇ ਨੇ। ਕਾਜੀ ਮੌਲਾਣੇ ਸਭ ਨੇ ਦੇ ਮੂੰਹ ਬੰਦ ਕਰ ਦਿੱਤੇ। ਪਰ ਇੱਕ ਵਾਰ ਸਮਾਂ ਐਸਾ ਬਣ ਆਇਆ, ਕਾਜ਼ੀਆਂ ਨੇ, ਮੌਲਾਣਿਆਂ ਨੇ ਜਾ ਕਰਕੇ ਬਾਦਸ਼ਾਹ ਨੂੰ ਚੁੱਕਣਾ ਦਿੱਤੀ ਹੈ। ਬਾਦਸ਼ਾਹ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੁਰਬਾਣੀ ਦੇ ਅੰਦਰ ਮੁਸਲਮਾਨ ਦੀ ਨਿੰਦਿਆ ਲਿਖੀਏ। ਸਤਿਗੁਰੂ ਜੀ ਨੇ ਲਿਖਿਆ ਹੈ, ਮਿੱਟੀ ਮੁਸਲਮਾਨ ਕੀ ਪੀੜਾ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲ ਦੀ ਕਰੇ ਪੁਕਾਰ, ਜਲ ਜਲ ਰੋਵੈ ਬਪੁੜੀ ਝੜ ਝੜ ਪਵਹਿ ਅੰਗਿਆਰ। ਕਿ ਮੁਸਲਮਾਨ ਦੀ ਜਿਹੜੀ ਕਬਰ ਦੀ ਮਿੱਟੀ ਹੈ ਸੜਦੀ ਇਹ ਵੀ ਹੈ, ਕਿਉਂਕਿ ਕਬਰਾਂ ਦੀ ਮਿੱਟੀ ਚਿਕਨੀ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿਧਾਂਤ ਨੂੰ ਦ੍ਰਿੜ ਕਰਵਾਉਣਾ ਕੀਤਾ ਸੀ, ਪਰ ਨਾ ਸਮਝਾਂ ਦੀ ਸਮਝ ਵਿੱਚ ਨਾ ਆਇਆ। ਮਹਾਰਾਜ ਇਹ ਤਾਂ ਨਿੰਦਿਆ ਹੋ ਗਈ ਨਾ ਕਿ ਮੁਸਲਮਾਨ ਜਿਹੜਾ ਹੈ ਉਹਦੀ ਕਬਰ ਦੀ ਜਿਹੜੀ ਮਿੱਟੀ ਹੈ, ਇੱਟਾਂ ਬਣਦੀਆਂ ਨੇ, ਭਾਂਡੇ ਬਣਦੇ ਨੇ, ਅੰਗਿਆਰ ਝੜ ਝੜ ਪੈਂਦੇ ਨੇ, ਤੇ ਫਿਰ ਕਬਰ ਦੀ ਮਿੱਟੀ ਬੜੀ ਦੁਖੀ ਹੁੰਦੀ ਹੈ। ਰਾਮ ਰਾਏ ਨੇ ਪਹਿਲਾਂ ਬੇਅੰਤ ਕਰਾਮਾਤਾਂ ਦਿਖਾ ਕਰਕੇ ਬਚਨਾਂ ਦੀ ਸਿੱਧਤਾ ਦੇ ਨਾਲ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਭਾਵੇਂ ਸਭ ਦੀ ਤਸੱਲੀ ਕਰਾ ਛੱਡੀ ਸੀ, ਪਰ ਜਦੋਂ ਬਾਦਸ਼ਾਹ ਨੇ ਪੁੱਛਣਾ ਕੀਤਾ ਬਾਬਾ ਰਾਮ ਰਾਏ ਸਾਹਿਬ ਜੀ ਨੂੰ
ਕਿ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਸ ਪ੍ਰਕਾਰ ਮੁਸਲਮਾਨਾਂ ਦੇ ਪਰਥਾਏ ਕਿਉਂ ਲਿਖਿਆ ਹੈ? ਤੁਹਾਡਾ ਤੇ ਸਾਡੇ ਨਾਲ ਇਤਨਾ ਨੇਹੋ ਹੈ, ਪਿਆਰ ਹੈ। ਤੇ ਥੋੜਾ ਜਿਹਾ ਲਿਹਾਜ਼ ਕਰਕੇ ਕਹਿ ਦਿੱਤਾ ਸੀ, ਨਹੀਂ ਜੀ ਇਹ ਮਿੱਟੀ ਮੁਸਲਮਾਨ ਕੀ ਨਹੀਂ, ਮਿੱਟੀ ਬੇਈਮਾਨ ਕੀ ਲਿਖਣਾ ਸੀ। ਕੇਵਲ ਤਾਂ ਕੇਵਲ ਜ਼ੁਬਾਨੀ ਕਹਿ ਦਿੱਤਾ ਮੁਸਲਮਾਨ ਕੀ ਜਗ੍ਹਾ ਬੇਈਮਾਨ। ਤੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਸਿੱਖਾਂ ਨੇ ਜਾ ਦੱਸਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬਾ ਰਾਮ ਰਾਏ ਸਾਹਿਬ ਜੀ ਨੇ ਜ਼ੁਬਾਨੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੁਰਬਾਣੀ ਦੀ ਪਵਿੱਤਰ ਪੰਕਤੀ ਦਾ ਅੱਧਾ ਅੱਖਰ ਬਦਲਿਆ ਏ, ਮੁਸਲਮਾਨ ਤੋਂ ਬੇਈਮਾਨ ਆਖਿਆ। ਤੇ ਸਤਿਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ। ਇਸ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੀ ਬੇਅਦਬੀ ਕੀਤੀ ਹੈ। ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣਹੁ ਸੋ ਸਿੱਖ ਨਹੀਂ ਹਮਾਰਾ। ਜਿਸ ਨੇ ਪਾਵਨ ਗੁਰਬਾਣੀ ਦੇ ਸਤਿਕਾਰ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਨਹੀਂ ਨਾ ਕੀਤਾ, ਅਦਬ ਨਹੀਂ ਕੀਤਾ, ਡਰ ਨਹੀਂ ਧਾਰਨ ਕੀਤਾ, ਜਾਣੋ ਉਹ ਸਾਡਾ ਸਿੱਖ ਹੀ ਨਹੀਂ। ਤੇ ਮੁਆਫ ਕਰਨਾ ਸਾਧ ਸੰਗਤ ਜੀ, ਅੱਜ ਥਾਂ ਥਾਂ ਤੇ ਗੁਰਬਾਣੀ ਦੀ ਨਿਰਾਦਰੀ ਹੋ ਰਹੀ ਹੈ। ਵਿਆਹ ਵਾਲੇ ਕਾਰਡ, ਮਿਰਤਕ ਦੇ ਭੋਗ ਵਾਲੇ ਜਿਹੜੇ ਕਾਰਡ ਹੋਇਆ ਕਰਦੇ ਨੇ, ਉਹਨਾਂ ਦੇ ਉੱਪਰ ਗੁਰਬਾਣੀ ਦੀ ਪੰਕਤੀ ਲਿਖ ਦਿੱਤੀ ਜਾਂਦੀ ਹੈ। ਮਿਰਤਕ ਦੇ ਪਾਠ ਦੇ ਲਿਖ ਦਿੱਤਾ ਜਾਂਦਾ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ, ਸੱਚਾ ਪਿੰਡ ਮਿਲਿਆ। ਜਾਂ ਪੰਕਤੀ ਲਿਖ ਦਿੱਤੀ ਜਾਂਦੀ ਹੈ, ਘੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ। ਕਿਸੇ ਨੇ ਭੋਗ ਤੇ ਜਾਣਾ, ਕਿਸੇ ਨੇ ਨਹੀਂ ਜਾਣਾ, ਪਰ ਕਾਰਡ ਪੜਿਆ ਤੇ ਸੁੱਟ ਦਿੱਤਾ ਡਸਟਬਿਨ ਦੇ ਵਿੱਚ। ਕਿੰਨੀ ਵੱਡੀ ਭਾਰੀ ਨਿਰਾਦਰੀ ਹੈ। ਵਿਆਹ ਦੇ ਕਾਰਡ ਨੇ ਪੰਕਤੀਆਂ ਲਿਖ ਦਿੱਤੀਆਂ, ਲੱਖ ਖੁਸ਼ੀਆਂ ਪਾਤ ਸਾਹੀਆ, ਜੇ ਸਤਿਗੁਰ ਨਦਰ ਕਰੇ। ਵਿਆਹ ਤੇ ਜਾਣਾ ਸੀ, ਚੱਲ ਗਏ, ਨਹੀਂ ਜਾਣਾ ਨਾ ਗਏ, ਉਹ ਗੱਲ ਵੱਖਰੀ ਹੈ। ਪਰ ਕਾਰਡ ਦਾ ਕੀ ਕੀਤਾ ਗਿਆ? ਸੁੱਟ ਦਿੱਤੇ ਗਏ ਡਸਟਬਿਨ ਦੇ ਅੰਦਰ। ਘੋਰ ਮਨਮਤ ਤੇ ਬੇਅਦਬੀ ਹੈ। ਅਖਬਾਰਾਂ ਦੇ ਉੱਪਰ ਇਸ਼ਤਿਹਾਰ ਦਿੱਤੇ ਜਾਂਦੇ ਨੇ, ਗੁਰਬਾਣੀ ਦੀਆਂ ਪੰਕਤੀਆਂ ਲਿਖਾ ਦਿੱਤੀਆਂ ਜਾਂਦੀਆਂ ਨੇ। ਉਹ ਅਖਬਾਰਾਂ ਰੱਦੀ ਵਿੱਚ ਵਿਕਦੀਆਂ ਨੇ, ਕੂੜੇ ਤੇ ਜਾਂਦੀਆਂ ਨੇ, ਪੈਰਾਂ ਹੇਠਾਂ ਰੁਲਦੀਆਂ ਨੇ। ਇਸੇ ਪ੍ਰਕਾਰ ਜਦੋਂ ਅਖਬਾਰਾਂ ਨੂੰ ਵਰਤਿਆ ਜਾਂਦਾ, ਪੈਲਸਾਂ ਦੇ ਵਿੱਚ ਟੋਕਰਿਆਂ ਵਿੱਚ ਰੱਖੀਆਂ ਜਾਂਦੀਆਂ ਨੇ, ਉੱਪਰ ਪਕੌੜੇ ਜਲੇਬੀਆਂ ਪਾਏ ਜਾਂਦੇ ਨੇ, ਫਿਰ ਉਹ ਅਖਬਾਰਾਂ ਫਿਰ ਪੈਰਾਂ ਵਿੱਚ ਰੁਲਦੀਆਂ ਨੇ। ਵੱਡੀ ਭਾਰੀ ਨਿਰਾਦਰੀ ਤੇ ਬੇਅਦਬੀ। ਗੁਟਕਾ ਸਾਹਿਬ ਦੀ ਬੇਅਦਬੀ, ਪਿਛਲੇ ਦੌਰ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੱਡੀ ਭਾਰੀ ਬੇਅਦਬੀ ਹੈ। ਜੇਕਰ ਜ਼ੁਬਾਨੀ ਅੱਧਾ ਅੱਖਰ ਬਦਲ ਦਿੱਤਾ, ਮੁਸਲਮਾਨ ਨੂੰ ਬੇਈਮਾਨ ਕਹਿ ਦਿੱਤਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਪੁੱਤਰ ਨੂੰ ਵੀ ਮੂੰਹ ਨਹੀਂ ਲਾਇਆ ਤੇ ਬਚਨ ਕਰ ਦਿੱਤਾ, ਜਿੱਧਰ ਨੂੰ ਮੁੱਖ ਹੈ ਉਧਰ ਹੀ ਚਲਿਆ ਜਾਵੇ, ਸਾਡੇ ਅੱਜ ਤੋਂ ਮੱਥੇ ਨਾ ਲੱਗੇ। ਤੇ ਨਾਲ ਹੀ ਬਚਨ ਕਰ ਦਿੱਤਾ, ਸਾਡਾ ਕੋਈ ਸਿੱਖ ਸੇਵਕ ਵੀ ਇਸ ਨੂੰ ਮੂੰਹ ਨਾ ਲਾਵੇ। ਸਾਰੇ ਸਿੱਖਾਂ ਦੇ ਵੱਲੋਂ ਦੁਰਕਾਰੇ ਗਏ। ਤੇ ਰਾਮ ਰਾਏ ਜੀ ਨੇ ਫਿਰ ਪਹਾੜੀ ਇਲਾਕੇ ਦੇ ਵਿੱਚ ਦੂਨ ਨਾਮ ਘਾਟੀਆਂ ਦਾ ਹੁੰਦਾ ਹੈ, ਪਹਾੜਾਂ ਦੀਆਂ ਘਾਟੀਆਂ ਦੇ ਵਿੱਚ ਆਪਣਾ ਡੇਰਾ ਬਣਾ ਕੀਤਾ। ਤੇ ਜਿਸ ਵੇਲੇ ਦੂਨ ਦੇ ਅੰਦਰ, ਭਾਵ ਘਾਟੀਆਂ ਦੇ ਅੰਦਰ ਆਪਣਾ ਡੇਰਾ ਬਣਾ ਲੈਣਾ ਕੀਤਾ, ਤੇ ਪ੍ਰਸਿੱਧ ਹੋ ਗਿਆ ਜੀ ਬਾਬਾ ਰਾਮ ਰਾਏ ਜੀ ਦਾ ਡੇਰਾ ਹੈ। ਤੇ ਡੇਰਾ ਬਣਾਇਆ ਦੂਨ ਦੇ ਵਿੱਚ, ਤੇ ਨਾਮ ਪਾ ਗਿਆ ਦੇਹਰਾਦੂਨ, ਜਿਹੜਾ ਅੱਜ ਵੀ ਚੱਲਦਾ ਹੈ। ਅੱਜ ਘੋਗਵਾਸ ਦਾ ਸ਼ਹਿਰ ਹੈ। ਇਹ ਸਤਿਗੁਰੂ ਹਰ ਰਾਏ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਡੇ ਪੁੱਤਰ ਸਨ ਬਾਬਾ ਰਾਮ ਰਾਏ ਜੀ, ਤੇ ਉਹਨਾਂ ਦਾ ਵਸਾਇਆ ਸ਼ਹਿਰ ਹੈ। ਭਾਵੇਂ ਕਰਾਮਾਤਾਂ ਬੜੀਆਂ ਨੇ, ਸ਼ਕਤੀਆਂ ਬੜੀਆਂ ਨੇ, ਬਚਨ ਸਿੱਧੀ ਹੈ, ਸਿੱਖੀ ਸੇਵਕੀ ਬੜੀ ਹੈ, ਪੂਜਾ ਭੇਟ ਬੜੀ ਹੁੰਦੀ ਹੈ, ਚੜਾਵੇ ਬੜੇ ਚੜ੍ਹਦੇ ਨੇ, ਮੱਥੇ ਬੜੇ ਟਿਕਦੇ ਨੇ, ਨਾਮ ਬੜਾ ਹੈ, ਬਾਦਸ਼ਾਹ ਵੀ ਪੈਰਾਂ ਤੇ ਸਿਰ ਰੱਖ ਕੇ ਮੱਥਾ ਟੇਕਦਾ ਹੈ। ਪਰ ਹਿਰਦੇ ਨੂੰ ਸ਼ਾਂਤੀ ਨਹੀਂ, ਕਿਉਂਕਿ ਸਤਿਗੁਰੂ ਜੀ ਤੋਂ ਟੁੱਟ ਗਏ ਨੇ ਨਾ। ਸਤਿਗੁਰੂ ਜੀ ਦਾ ਦੀਦਾਰ ਨਹੀਂ ਹੁੰਦਾ ਨਾ। ਸਤਿਗੁਰੂ ਜੀ ਨੇ ਬਚਨ ਕਰ ਦੇਣਾ ਕੀਤਾ ਹੈ, ਜਿੱਧਰ ਮੂੰਹ ਹੈ ਉਧਰ ਚਲਿਆ ਜਾਵੇ, ਸਾਡੇ ਮੱਥੇ ਨਾ ਲੱਗੇ। ਪਰ ਜਿਸ ਵੇਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਪੌਂਟਾ ਸਾਹਿਬ ਵਾਲੇ ਮੁਕਾਮ ਤੇ ਸੁਭਾਏਮਾਨ ਹੋ ਕਰਕੇ ਸੰਗਤਾਂ ਦੇ ਬੇੜੇ ਤਾਰ ਰਹੇ ਨੇ ਨਾ, ਤੇ ਰਾਮ ਰਾਏ ਸਾਹਿਬ ਜੀ ਦੇ ਮਨ ਵਿੱਚ ਵਿਚਾਰ ਆਈ, ਮੈਂ ਗੁਰੂ ਦੇ ਨਾਲੋਂ ਟੁੱਟ ਗਿਆ ਹਾਂ। ਸਰੀਰ ਕਰਕੇ ਬਜ਼ੁਰਗੀ ਦੀ ਅਵਸਥਾ ਹੈ। ਜਿਹੜੇ ਮਸੰਦ ਹਨ ਇਹ ਵੀ ਆਕੀ ਹੋ ਗਏ ਹਨ, ਮਰਜ਼ੀ ਕਰਦੇ ਹਨ, ਬਚਨ ਨਹੀਂ ਮੰਨਦੇ। ਕੋਈ ਅਣਹੋਣੀ ਹੋਣ ਦਾ ਖਦਸ਼ਾ ਹੈ। ਅੱਜ ਨਹੀਂ ਤੇ ਕੱਲ ਸਰੀਰ ਨੇ ਸ਼ਾਂਤ ਹੋ ਹੀ ਜਾਣਾ ਹੈ। ਕਿਉਂ ਨਾ ਸਰੀਰ ਦੇ ਜਿਉਂਦਿਆਂ ਜੀ ਸਤਿਗੁਰੂ ਜੀ ਦੇ ਚਰਨੀ ਲੱਗ ਕੇ ਆਪਣੀ ਭੁੱਲ ਬਖਸ਼ਾ ਲਵਾਂ। ਫਿਰ ਦੁਨਿਆਵੀ ਰਿਸ਼ਤੇ ਨੂੰ ਵੀ ਵਿਚਾਰਿਆ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਰਿਸ਼ਤੇ ਦੇ ਵਿੱਚੋਂ ਸਾਡੇ ਚਾਚਾ ਜੀ ਲੱਗਦੇ ਨੇ। ਤੇ ਜਿਹੜੇ ਵੱਡੇ ਹੁੰਦੇ ਨੇ, ਬਜ਼ੁਰਗ ਹੁੰਦੇ ਨੇ, ਇਹ ਪਿਤਾ ਦੇ ਸਮਾਨ ਹੁੰਦੇ ਨੇ। ਰਿਸ਼ਤੇ ਕਰਕੇ ਵੀ ਪਿਤਾ ਜੀ ਦੇ ਭਰਾਤਾ ਜੀ ਲੱਗਦੇ ਨੇ, ਚਾਚਾ ਜੀ ਲੱਗਦੇ ਨੇ। ਪੁੱਤ ਜਾਣ ਕੇ, ਨਲਾਇਕ ਜਾਣ ਕੇ, ਨਿਕੰਮਾ ਜਾਣ ਕੇ ਸਹੀ ਗਲ ਦੇ ਨਾਲ ਜ਼ਰੂਰ ਲਾ ਲੈਣਗੇ। ਜਿਸ ਪ੍ਰਕਾਰ ਪੁੱਤਰ ਬੇਅੰਤ ਅਪਰਾਧ ਕਰਦੇ ਨੇ, ਪਰ ਮਾਤਾ ਪਿਤਾ ਝਿੜਕ ਕੇ ਉਪਦੇਸ਼ ਦਿੰਦੇ ਨੇ ਤੇ ਗਲ ਨਾਲ ਲਾ ਹੀ ਲੈਂਦੇ ਨੇ ਨਾ। ਜੇ ਮੈਂ 7ਵੇਂ ਜਾਮੇ ਚੋਂ ਖੁੰਝ ਗਿਆ ਤੇ 10ਵਾਂ ਜਾਮਾ ਸਤਿਗੁਰੂ ਜੀ ਨੇ ਧਾਰਨ ਕੀਤਾ,
ਭੁੱਲ ਬਖਸ਼ਾ ਕਰਕੇ ਹੁਣ ਸਤਿਗੁਰੂ ਜੀ ਦੇ ਚਰਨੀ ਲੱਗ ਜਾਵਾਂ। ਤੇ ਇਸ ਵੇਲੇ ਆਪਣੇ ਮਸੰਦਾਂ ਦੇ ਨਾਲ ਵਿਚਾਰ ਕੀਤੀ, ਪਰ ਮਸੰਦ ਨਹੀਂ ਚਾਹੁੰਦੇ ਕਿ ਆਪ ਜੀ ਦਾ ਮਿਲਾਪ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਹੋਵੇ। ਪਰ ਆਪ ਜੀ ਨੇ ਆਪਣੇ ਪਿਆਰ ਦੇ ਅਨੁਸਾਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਵਾਸਤੇ ਇੱਕ ਪੱਤਰ ਲਿਖਿਆ ਹੈ, ਇੱਕ ਚਿੱਠੀ ਲਿਖੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਅਸੀਂ ਪਾਪੀ ਹਾਂ, ਗੁਨਾਹਗਾਰ ਹਾਂ, ਭੁੱਲਣਹਾਰ ਹਾਂ। ਆਪ ਜੀ ਸਾਨੂੰ ਭੁੱਲਿਆਂ ਨੂੰ ਰਾਹੇ ਪਾਉਣ ਵਾਲੇ ਹੋ। ਭੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਸੱਚੇ ਪਾਤਸ਼ਾਹ ਅਸੀਂ ਭੁੱਲਣਹਾਰ ਹਾਂ, ਆਪ ਰਾਹੇ ਪਾਉਣ ਵਾਲੇ ਹੋ। ਅਸੀਂ ਗੁਨਾਹਗਾਰ ਹਾਂ, ਆਪ ਜੀ ਬਖਸ਼ਿੰਦ ਹੋ, ਬਖਸ਼ਣਹਾਰ ਹੋ। ਸੱਚੇ ਪਾਤਸ਼ਾਹ ਅਸੀਂ ਟੁੱਟ ਜਾਣ ਵਾਲੇ ਹਾਂ ਤੇ ਆਪ ਜੀ ਗੰਢ ਲੈਣ ਵਾਲੇ ਹੋ, ਮੇਲ ਲੈਣ ਵਾਲੇ ਹੋ। ਕਿਰਪਾ ਕਰਕੇ ਮੈਨੂੰ ਟੁੱਟੇ ਨੂੰ ਵੀ ਗੰਢ ਲਵੋ, ਮੈਨੂੰ ਵੀ ਵਿਛੜੇ ਨੂੰ ਮੇਲ ਲਵੋ। ਸੱਚੇ ਪਾਤਸ਼ਾਹ ਵਿਛੜਿਆ ਮੇਲਾ ਪ੍ਰਭੂ ਹਰ ਦਰਗ ਹੈ ਕਾਬ ਸੀਠ। ਇਹ ਆਪ ਜੀ ਦਾ ਪਰ ਉਪਕਾਰ ਹੈ। ਜਗਤਰ ਸੰਸਾਰ ਦੇ ਉੱਪਰ ਟੁੱਟਿਆਂ ਨੂੰ ਗੰਢ ਲੈਂਦੇ ਹੋ, ਵਿਛੜਿਆਂ ਨੂੰ ਮੇਲ ਲੈਂਦੇ ਹੋ। ਮੈਂ ਵੀ ਸਤਿਗੁਰਾਂ ਦੇ ਚਰਨਾਂ ਤੋਂ ਵਿਛੜ ਗਿਆ, ਮੈਨੂੰ ਮੇਲ ਲਵੋ। ਜਿਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਰਾਮ ਰਾਏ ਜੀ ਦੀ ਇਹ ਪੱਤਰਕਾ ਪਹੁੰਚੀ ਹੈ ਨਾ, ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਟੁੱਟੇ ਨੂੰ ਗੰਢਣ ਵਾਸਤੇ, ਵਿਛੜੇ ਨੂੰ ਮੇਲਣ ਵਾਸਤੇ ਉਤਸ਼ਾਹ ਪੂਰਵਕ ਆਪ ਇਸ ਦਾ ਜਵਾਬ ਲਿਖਣਾ ਕੀਤਾ ਹੈ। ਰਾਮ ਰਾਏ ਜੀ, ਗੁਰੂ ਘਰ ਦੇ ਵਿੱਚ ਤੁਹਾਡਾ ਸਵਾਗਤ ਹੈ। ਜਦੋਂ ਵੀ ਜਿੱਥੇ ਵੀ ਮਿਲਣਾ ਚਾਹੁੰਦੇ ਹੋ ਸਾਨੂੰ ਦੱਸ ਦਿਓ, ਅਸੀਂ ਚੱਲ ਕੇ ਆ ਜਾਵਾਂਗੇ। ਤੇ ਰਾਮ ਰਾਏ ਜੀ ਨੇ ਵਿਚਾਰਨਾ ਕੀਤਾ ਕਿ ਜੇ ਸਤਿਗੁਰੂ ਜੀ ਨੂੰ ਦੇਹਰਾਦੂਨ ਵਿੱਚ ਬੁਲਾਈਏ ਤਾਂ ਵੀ ਗੱਲ ਬਣਨੀ ਆਉਂਦੀ, ਲੋੜ ਮੈਨੂੰ ਹੈ, ਚੱਲ ਕੇ ਮੈਨੂੰ ਜਾਣਾ ਚਾਹੀਦਾ ਹੈ। ਪਰ ਸਤਿਗੁਰੂ ਜੀ ਦੇ ਮੁਕਾਮ ਪੌਂਟਾ ਸਾਹਿਬ ਜਾਣ ਦੇ ਨਾਲੋਂ ਕਿਧਰੇ ਬਾਹਰ ਬੁਲਾ ਲਈਏ। ਬੇਨਤੀ ਭੇਜੀਏ, ਸੱਚੇ ਪਾਤਸ਼ਾਹ ਮੈਂ ਜਮਨਾ ਤੇ ਆਪ ਜੀ ਨੂੰ ਮਿਲਣਾ ਚਾਹੁੰਦਾ ਹਾਂ। ਇਧਰੋਂ ਰਾਮ ਰਾਏ ਜੀ ਦੇਹਰਾਦੂਨ ਤੋਂ ਤਿਆਰ ਹੋ ਕੇ ਚੱਲ ਪਏ ਨੇ। ਕਲਗੀਧਰ ਸੱਚੇ ਪਾਤਸ਼ਾਹ ਜੀ ਪੌਂਟਾ ਸਾਹਿਬ ਤੋਂ ਤੇ ਜਮਨਾ ਦੇ ਉੱਪਰ ਮਿਲੇ ਨੇ। ਇੱਕ ਕਿਨਾਰੇ ਤੇ ਬੇੜੀ ਹੈ ਸਤਿਗੁਰੂ ਸਾਹਿਬ ਜੀ ਦੀ, ਦੂਸਰੇ ਕਿਨਾਰੇ ਤੇ ਬੇੜੀ ਹੈ ਰਾਮ ਰਾਏ ਜੀ ਦੀ। ਰਾਮ ਰਾਏ ਦੇ ਮਸੰਦ ਵੀ ਕਿਨਾਰੇ ਤੇ ਖੜੇ ਹੋ ਗਏ ਤੇ ਸਤਿਗੁਰੂ ਜੀ ਨੇ ਹੁਕਮ ਕੀਤਾ, ਸਿੱਖਾਂ ਨੂੰ ਸਿੱਖੋ, ਤੁਸੀਂ ਵੀ ਇੱਥੇ ਖੜੇ ਹੋ ਜਾਓ। ਇੱਕ ਬੇੜੀ ਦੇ ਵਿੱਚ ਰਾਮ ਰਾਏ ਜੀ ਵੱਲ ਸਤਿਗੁਰੂ ਸਾਹਿਬ ਜੀ ਆਏ ਨੇ, ਰਾਮ ਰਾਏ ਸਤਿਗੁਰੂ ਸਾਹਿਬ ਜੀ ਵੱਲ ਨੂੰ ਚੱਲ ਪਏ ਨੇ। ਜਦੋਂ ਦੋਵੇਂ ਬੇੜੀਆਂ ਜਮਨਾ ਦੇ ਵਿੱਚ ਆ ਕਰਕੇ ਮਿਲੀਆਂ ਨੇ ਤਾਂ ਰਾਮ ਰਾਏ ਜੀ ਆਪਣੀ ਬੇੜੀ ਦੇ ਵਿੱਚੋਂ ਉਤਰ ਕਰਕੇ ਸਤਿਗੁਰੂ ਕਲਗੀਧਰ ਸਾਹਿਬ ਜੀ ਦੀ ਬੇੜੀ ਵਿੱਚ ਜਾ ਸਵਾਰ ਹੋਏ ਨੇ। ਸਤਿਗੁਰੂ ਜੀ ਨੇ ਉਮਰ ਕਰਕੇ ਵੱਡੇ ਜਾਣ ਕੇ ਭਾਵੇਂ ਸਤਿਕਾਰ ਕਰਨਾ ਚਾਹਿਆ ਹੈ, ਪਰ ਇਸ ਤੋਂ ਪਹਿਲਾਂ ਹੀ ਰਾਮ ਰਾਏ ਜੀ ਟਹਿ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨੀ ਪੈ ਗਏ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਰਿਸ਼ਤੇ ਕਰਕੇ ਵੀ ਆਪ ਜੀ ਵੱਡੇ, ਅਵਸਥਾ ਕਰਕੇ ਆਪ ਜੀ ਵੱਡੇ, ਗੁਰਿਆਈ ਦੀ ਜੋਤ ਆਪ ਜੀ ਦੇ ਹਿਰਦੇ ਦੇ ਅੰਦਰ, ਕੁੱਲ ਸੰਸਾਰ ਦੇ ਪੂਜਨੀਕ ਪਰਮ ਪਿਤਾ ਪਰਮਾਤਮਾ ਦੇ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਜੀ, ਕੁੱਲ ਦਾਨਵ ਮਾਨਵ ਇਸਤਰੀ ਪੁਰਸ਼ ਦੇਵੀ ਦੇਵਤਿਆਂ ਸਾਰਿਆਂ ਦੇ ਵਿੱਚੋਂ ਵੀ ਆਪ ਜੀ ਵੱਡੇ। ਤੇ ਵੱਡਿਆਂ ਦੀ ਵਡਿਆਈ ਇਹ ਹੁੰਦੀ ਹੈ ਕਿ ਛੋਟਿਆਂ ਦੇ ਗੁਨਾਹਾਂ ਨੂੰ ਬਖਸ਼ ਲੈਂਦੇ ਨੇ। ਸੱਚੇ ਪਾਤਸ਼ਾਹ ਅਲਪੱਗ ਹਾਂ, ਅਗਿਆਨੀ ਹਾਂ, ਨਾ ਸਮਝ ਹਾਂ, ਟੁੱਟਾ ਹੋਇਆ ਹਾਂ, ਚਰਨਾਂ ਤੋਂ ਵਿਛੜਿਆ ਹਾਂ, ਪਰ ਜੈਸਾ ਵੀ ਹਾਂ ਆਪ ਜੀ ਦੇ ਚਰਨੀ ਪਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਸ਼ਰਨ ਪਏ ਦੀ ਲੱਜਾ ਰੱਖੋ। ਜੇ ਆਪਣਾ ਪਾਵਨ ਦੀਦਾਰ ਬਖਸ਼ਿਸ਼ ਕਰਨਾ ਕੀਤਾ ਨਾ ਤਾਂ ਸੱਚੇ ਪਾਤਸ਼ਾਹ ਦਰਸ਼ਨਾਂ ਦਾ ਫਲ ਹੁੰਦਾ ਹੈ ਕਿ ਜਿਹੜਾ ਗੁਰੂ ਕਾ ਦੀਦਾਰ ਕਰਦਾ ਜੰਮਣ ਮਰਨ ਕੱਟਿਆ ਜਾਂਦਾ ਹੈ। ਗਰੀਬ ਨਿਵਾਜ ਕਿਰਪਾਲਤਾ ਕਰਕੇ ਮੇਰਾ ਵੀ ਜੰਮਣ ਮਰਨ ਕੱਟ ਦਿਓ। ਇੱਥੇ ਆਪ ਜੀ ਦੇ ਚਰਨਾਂ ਦੇ ਨਾਲੋਂ ਟੁੱਟਿਆਂ, ਗੁਰ ਚਰਨਾਂ ਦੇ ਨਾਲੋਂ ਟੁੱਟਿਆਂ ਉਮਰ ਦਾ ਵੱਡਾ ਹਿੱਸਾ ਬਤੀਤ ਹੋਇਆ ਹੈ। ਮਹਾਰਾਜ ਇੱਥੇ ਤੇ ਵਿਛੜਿਆ ਰਿਹਾ, ਪਰ ਦਰਗਾਹ ਦੇ ਵਿੱਚ ਮੇਲ ਬਣ ਆਵੇ, ਉਥੋਂ ਮੈਂ ਟੁੱਟਿਆ ਨਾ ਰਹਿ ਜਾਵਾਂ, ਵਾਂਝਾ ਨਾ ਰਹਿ ਜਾਵਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਰਾਮ ਰਾਏ ਜੀ ਨਿਹਾਲ 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 ਹੋਏ। ਜਿਹੜਾ ਆਪਣੀ ਭੁੱਲ ਨੂੰ ਸਵੀਕਾਰ ਕਰਕੇ ਸਤਿਗੁਰੂ ਜੀ ਦੇ ਚਰਨੀ ਟਹਿ ਪੈਂਦਾ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਪਿਛਲੇ ਸਾਰੇ ਔਗਣ ਬਖਸ਼ ਲੈਂਦੇ ਨੇ। ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੈ, ਅੱਗੇ ਪ੍ਰੇਮਾ ਭਗਤੀ ਦੇ ਸਿੱਧੇ ਰਸਤੇ ਤੇ ਪਾ ਦਿੰਦੇ ਨੇ। ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੋ ਮੇਰੀ ਧਰਮ ਸੁਪਤਨੀ ਹੈ, ਬੀਬੀ ਪੰਜਾਬ ਕੌਰ ਹੈ, ਰਿਸ਼ਤੇ ਦੇ ਵਿੱਚ ਆਪ ਜੀ ਦੀ ਨੂੰਹ ਲੱਗਦੀ ਹੈ। ਮਹਾਰਾਜ ਮੇਰੇ ਸਰੀਰ ਦਾ ਅੰਤ ਹੋਣ ਵਾਲਾ ਮੈਨੂੰ ਨਜ਼ਦੀਕ ਪ੍ਰਤੀਤ ਹੁੰਦਾ ਹੈ, ਮਗਰੋਂ ਉਸ ਦਾ ਖਿਆਲ ਰੱਖਣਾ। ਸੱਚੇ ਪਾਤਸ਼ਾਹ ਜਿਹੜੇ ਮਸੰਦ ਨੇ ਆਕੀ ਹੋ ਬੈਠੇ ਨੇ, ਇਹ ਦੁਖਦਾਇਕ ਨੇ, ਦੁੱਖ ਜ਼ਰੂਰ ਦੇਣਗੇ। ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਭਵਿੱਖਤ ਬਚਨ ਕਰ ਦੇਣਾ ਕੀਤਾ, ਮਸੰਦਾਂ ਨੂੰ ਸਮਾਂ ਆਉਣ ਤੇ ਸੋਧਾ ਲਾਇਆ ਜਾਵੇਗਾ ਤੇ ਪੰਜਾਬ ਕੌਰ ਦੇ ਸਿਰ ਤੇ ਹੱਥ ਅਸੀਂ ਆਪ ਰੱਖਾਂਗੇ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਮ ਰਾਏ ਜੋ ਟੁੱਟ ਚੁੱਕਿਆ ਸੀ ਉਸ ਨੂੰ ਵੀ ਮੇਲ ਲੈਣਾ ਕੀਤਾ ਹੈ।
ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਜੋ ਨਦੀ ਦੇ ਕਿਨਾਰੇ ਤੇ ਖੜੇ ਨੇ, ਸਤਿਗੁਰੂ ਜੀ ਦਾ ਦੀਦਾਰ ਐਵੇਂ ਕਰ ਰਹੇ ਨੇ ਜਿਵੇਂ ਬਹੁਤ ਸਾਰੀਆਂ ਚਕੋਰਾਂ ਚੰਦ ਨੂੰ ਨਿਹਾਰ ਰਹੀਆਂ ਹੋਣ। ਤੇ ਸਤਿਗੁਰੂ ਜੀ ਨੇ ਬਚਨ ਕਰਨਾ ਕੀਤਾ, ਸਿੱਖੋ ਨਿਹਾਲ 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 ਹੋਏ। ਪਰ ਜਿਹੜੇ ਰਾਮ ਰਾਏ ਦੇ ਮਸੰਦ ਸਨ, ਸਤਿਗੁਰੂ ਜੀ ਵੱਲ ਪਿੱਠ ਕਰਕੇ ਖੜੇ ਰਹੇ, ਸਤਿਗੁਰੂ ਜੀ ਦਾ ਦੀਦਾਰ ਨਹੀਂ ਕਰਦੇ, ਅਸੀਂ ਗੁਰੂ ਦਾ ਦਰਸ਼ਨ ਨਹੀਂ ਕਰਨਾ। ਤੇ ਸਤਿਗੁਰੂ ਜੀ ਨੇ ਵਚਨ ਕਰਨਾ ਕੀਤਾ, ਰਾਮ ਰਾਏ ਦੀ ਸੰਗਤ ਭੂਤ ਨਹੀਂ ਹੋਈ। ਸਤਿਗੁਰੂ ਜੀ ਦਾ ਦੀਦਾਰ ਨਹੀਂ ਕਰਦਾ ਜਿਹੜਾ ਟੁੱਟਿਆ ਹੋਵੇ, ਦੀਦਾਰਾਂ ਤੋਂ ਵਾਂਝਾ ਹੋਵੇ, ਉਹ ਭੂਤਨਾ ਹੋਇਆ ਕਰਦਾ ਹੈ। ਤੇ ਸਮਾਂ ਪਾ ਕਰਕੇ ਫਿਰ ਇਸ ਦੇ ਮਸੰਦਾਂ ਨੇ ਰਾਮ ਰਾਏ ਜੀ ਦਾ ਦਾਹ ਸੰਸਕਾਰ ਜਿਉਂਦਿਆਂ ਦਾ ਕਰ ਦੇਣਾ ਕੀਤਾ ਸੀ। ਤੇ ਬੀਬੀ ਪੰਜਾਬ ਕੌਰ ਨੇ ਚਿੱਠੀ ਲਿਖ ਕਰਕੇ ਪਾਵਨਾ ਕੀਤੀ ਸੀ। ਤੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਦੇਹਰਾਦੂਨ ਆ ਕੇ ਨਾ ਜਿਹੜੇ ਸਤਿਕਾਰਯੋਗ ਸਨ ਮਸੰਦ, ਉਹਨਾਂ ਨੂੰ ਸਿਰੋਂ ਪਾਓ। ਤੇ ਜਿਹੜੇ ਦੁਸ਼ਟ ਬਿਰਤੀ ਵਾਲੇ ਸਨ, ਗੁੜ ਦੇ ਕੜਾਹਿਆਂ ਵਿੱਚ ਪਾ ਪਾ ਕਰਕੇ ਸਾਧ ਸੰਗਤ ਜੀ ਫਿਰ ਸਾੜਿਆ ਸੀ ਉਹਨਾਂ ਮਸੰਦਾਂ ਨੂੰ। ਤੇ ਉਹ ਕੜਾਹੇ ਅੱਜ ਵੀ ਦੇਹਰਾਦੂਨ ਵਿੱਚ ਮੌਜੂਦ ਨੇ। ਗਰੀਬ ਨਿਵਾਜ ਸਤਿਗੁਰੂ ਜੀ ਜਿਹੜੇ ਰਾਮ ਰਾਏ ਜੀ ਵਾਂਗੂ ਟੁੱਟ ਗਏ ਗੁਰੂ ਚਰਨਾਂ ਦੇ ਨਾਲੋਂ, ਉਹਨਾਂ ਨੂੰ ਵੀ ਆਪਣਾ ਦੀਦਾਰ ਬਖਸ਼ ਕੇ ਮੁਕਤੀ ਦੀ ਦਾਤ ਪ੍ਰਦਾਨ ਕਰਦੇ ਨੇ, ਟੁੱਟੀ ਨੂੰ ਗੰਢ ਲੈਂਦੇ ਨੇ, ਵਿਛੜਿਆਂ ਨੂੰ ਮੇਲ ਲੈਂਦੇ ਨੇ। ਐਸਾ ਸਤਿਗੁਰੂ ਜੀ ਦਾ ਬਿਰਦ ਹੈ। ਸੋ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੂਰੇ ਸਤਿਗੁਰੂ ਜੀ ਦੇ ਬਿਰਦ ਨੂੰ ਜਣਾਵਣਾ ਕਰਦੇ ਹਨ ਜੀ ਇਸੇ ਪ੍ਰਕਾਰ। ਦਰਸ਼ਨ ਪੇਖਤ ਸਭ ਦੁੱਖ ਪਰ ਹਰਿਆ ਜੀਓ। ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨ ਮਾਤਰ ਕਰਨੇ ਦੇ ਨਾਲ ਸਾਰੇ ਜਿਹੜੇ ਦੁੱਖ ਹਨ ਪਰ ਹਰਿਆ ਨਿਵਰਤ ਹੋ ਜਾਂਦੇ ਨੇ, ਪਰੇ ਹੀ ਰਹਿ ਜਾਂਦੇ ਨੇ, ਮੁੱਕ ਹੀ ਜਾਂਦੇ ਹਨ। ਐਸਾ ਆਪ ਜੀ ਦਾ ਪਾਵਨ ਦੀਦਾਰ ਹੈ। ਸਤਿਗੁਰੂ ਰਾਮਦਾਸ ਜੀ ਆਪ ਜੀ ਦਾ ਦਰਸ਼ਨ ਕਰਕੇ ਵਿਛੋੜੇ ਦਾ ਦੁੱਖ ਮਿਟ ਗਿਆ। ਸ੍ਰੀ ਕਲਗੀਧਰ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਦੀਦਾਰ ਕਰਕੇ ਰਾਮ ਰਾਏ ਜੀ ਦਾ ਵਿਛੋੜੇ ਦਾ ਦੁੱਖ ਮਿਟ ਗਿਆ। ਕਿਰਪਾਲਤਾ ਕਰਕੇ ਆਪਣੇ ਪਾਵਨ ਤਖਤ ਸਾਹਿਬ ਜੀ ਦੀ ਹਾਜ਼ਰੀ ਬਖਸ਼ ਰਹੇ ਹੋ, ਸਰਬਤ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ ਰਹੇ ਹੋ। ਮਹਾਰਾਜ ਸਾਰੇ ਜਨਮਾਂ ਜਨਮਾਂਤਰਾਂ ਤੋਂ ਵਿਛੜੇ ਹੋਏ ਟੁੱਟੇ ਹੋਏ ਹੀ ਆਏ ਆ ਆਪ ਜੀ ਦੇ ਦਰ ਤੇ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲਹੁ ਰਾਮ, ਚਾਰ ਕੁੰਟ ਦਹ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ। ਚਾਰੇ ਹੀ ਕੁੰਡਾਂ ਦੇ ਵਿੱਚ, ਚਾਰੇ ਹੀ ਜੁਗਾਂ ਦੇ ਵਿੱਚ, ਬਹੁਤੀਆਂ ਜੂਨੀਆਂ ਵਿੱਚ ਪੈ ਕਰਕੇ ਭਰਮਦੇ ਰਹੇ ਆ। ਸੱਚੇ ਪਾਤਸ਼ਾਹ ਆਪ ਜੀ ਪਾਵਨ ਦੀਦਾਰ ਆਪਣੇ ਤਖਤ ਸਾਹਿਬਾਨ ਜੀ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣਾ ਬਖਸ਼ ਰਹੇ ਹੋ। ਕਿਰਪਾਲਤਾ ਕਰਕੇ ਸਾਡੇ ਵੀ ਸਾਰੇ ਦੁੱਖਾਂ ਦੀ ਨਿਵਰਤੀ ਕਰ ਦਿਓ। ਸਾਰਿਆਂ ਨੇ ਮਨ ਦੇ ਭਾਵ ਦੇ ਨਾਲ ਬੇਨਤੀ ਕਰਨੀ, ਸੱਚੇ ਪਾਤਸ਼ਾਹ ਸਾਨੂੰ ਵੀ ਟੁੱਟਿਆਂ ਨੂੰ ਗੰਢ ਲਓ, ਸਾਡੇ ਦੁੱਖਾਂ ਦੀ ਨਿਵਰਤੀ ਕਰ ਦੇਵੋ। ਜੰਮਣ ਮਰਨ ਇਤਿਆਦਿਕ ਵਿਛੋੜੇ ਦੇ ਦੁੱਖ ਸਾਡੇ ਕੱਟ ਦੇਵੋ ਜੀ। ਹਰ ਹਰ ਨਾਮ ਜਪੇ ਜਪ ਤਰਿਆ ਜੀਓ। ਹੇ ਸੱਚੇ ਪਾਤਸ਼ਾਹ ਜੀਓ, ਆਪ ਜੀ ਦਾ ਜਿਹੜਾ ਹਰ ਹਰ ਨਾਮ ਹੈ ਸਭਨਾਂ ਨੂੰ ਹਰਿਆ ਭਰਿਆ ਕਰਨੇ ਵਾਲਾ ਹੈ। ਸਭਨਾਂ ਦੇ ਹਰ ਕਿਸੇ ਦੇ ਜਪਣੇ ਯੋਗ ਹੈ, ਹਰ ਇੱਕ ਦੇ ਦੁੱਖਾਂ ਨੂੰ ਹਰ ਲੈਣ ਵਾਲਾ ਹੈ। ਜਿਸ ਨੇ ਵੀ ਜਪਿਆ ਉਹ ਸੰਸਾਰ ਸਾਗਰ ਤੋਂ ਤਰ ਗਿਆ ਹੈ ਜੀ। ਇਹੋ ਅਜਰ ਨਾਨਕ ਸੁਖ ਸਹੀ ਹੈ ਜੀਓ। ਹੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ, ਆਪ ਜੀ ਨੇ ਕਿਰਪਾਲਤਾ ਕੀਤੀ ਹੈ, ਦਰਸ਼ਨ ਦੀਦਾਰ ਬਖਸ਼ਿਆ ਹੈ, ਹਿਰਦੇ ਦੇ ਅੰਦਰ ਨਾਮ ਦਾ ਪ੍ਰਕਾਸ਼ ਬਖਸ਼ਿਆ ਹੈ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਕਰਦੇ ਨੇ, ਬੇਨਤੀ ਕਰਦੇ ਨੇ, ਹੇ ਪਿਤਾ ਗੁਰਦੇਵ ਸਤਿਗੁਰੂ ਜੀ ਸਾਡੇ ਉੱਪਰ ਕਿਰਪਾਲਤਾ ਕਰੋ। ਜੋ ਆਪ ਜੀ ਨੇ ਦਰਸ਼ਨ ਬਖਸ਼ਿਆ ਹੈ, ਹਿਰਦੇ ਦੇ ਅੰਦਰ ਸ਼ਾਂਤੀ ਬਖਸ਼ੀ ਹੈ, ਹਿਰਦੇ ਦੇ ਅੰਦਰ ਕਿਰਪਾਲਤਾ ਕਰਕੇ ਆਪਣੀ ਜੋਤ ਬਖਸ਼ੀ ਹੈ। ਹਿਰਦੇ ਦੇ ਅੰਦਰ ਆਪ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਰੂਪ ਸ਼ਕਤੀ ਬਖਸ਼ਿਸ਼ ਕਰਨਾ ਕੀਤੀ ਹੈ ਨਾ, ਇਸ ਅਜਰ ਵਸਤੂ ਨੂੰ ਜਰ ਲੈਣਾ ਕਰੀਏ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਦੋਂ ਪ੍ਰਾਪਤੀ ਹੁੰਦੀ ਹੈ, ਰਿੱਧੀਆਂ ਸਿੱਧੀਆਂ ਨਿੱਧੀਆਂ ਇਤਿਆਦਿਕ ਸਾਰੀਆਂ ਸ਼ਕਤੀਆਂ ਤਾਬਿਆ ਹੋ ਜਾਂਦੀਆਂ ਨੇ। ਤੇ ਅਸਲ ਦੇ ਵਿੱਚ ਇਹ ਰਿੱਧੀਆਂ ਸਿੱਧੀਆਂ ਨਾਮ ਜਪਦੀਆਂ ਹੀ ਚਰਨਾਂ ਦੀਆਂ ਦਾਸੀਆਂ ਹੋ ਜਾਂਦੀਆਂ ਪ੍ਰਾਪਤੀ ਤੋਂ ਪਹਿਲਾਂ ਹੀ। ਤੇ ਇਹ ਜਿਹੜੀਆਂ ਸ਼ਕਤੀਆਂ ਹੁੰਦੀਆਂ ਨੇ ਅਜ਼ਰ ਹੁੰਦੀਆਂ ਨੇ, ਜਰਨੀਆਂ ਤੇ ਅੰਤਕ ਕਠਨ ਹੁੰਦੀਆਂ ਨੇ। ਜਿਹੜਾ ਇਹਨਾਂ ਨੂੰ ਜਰਦਾ ਹੈ ਵਾਹਿਗੁਰੂ ਜੀ ਦੀ ਦਰਗਾਹ ਤੇ ਅਤਿਅੰਤ ਸਨਮਾਨ ਪਾਉਂਦਾ ਹੈ। ਤੇ ਜਿਹੜਾ ਰਿੱਧੀਆਂ ਸਿੱਧੀਆਂ ਦੀਆਂ ਕਰਾਮਾਤਾਂ ਦੇ ਚਮਤਕਾਰੇ ਦੁਨੀਆ ਨੂੰ ਦਿਖਾ ਕਰਕੇ ਆਪਣੀ ਪੂਜਾ ਕਰਾਉਣ ਵਿੱਚ ਉਲਝ ਜਾਂਦਾ ਨਾ, ਉਹ ਵਾਹਿਗੁਰੂ ਜੀ ਦੇ ਦਰ ਤੇ ਮਾਣ ਨਹੀਂ ਪਾਉਂਦਾ ਹੈ। ਗਰੀਬ ਨਿਵਾਜ ਸਤਿਗੁਰੂ ਜੀ ਦੇ ਬਚਨ ਨੇ ਨਾ, ਰਿੱਧ ਸਿੱਧ ਅਵਰਾ ਸਾਧ ਅਥਵਾ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਤੇ ਬੀਬੀ ਭਾਨੀ ਜੀ ਨੇ ਵੀ ਬੇਨਤੀ ਪਿਤਾ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਕਰਨਾ ਕੀਤੀ ਸੀ ਨਾ, ਜਾਣ ਨਾ ਦੇਸਾਂ ਸੋਢਿਓ ਹੋਰਸ ਅਜ਼ਰ ਨਾ ਜਰਿਆ ਜਾਏ। ਸੱਚੇ ਪਾਤਸ਼ਾਹ ਇਹ ਗੁਰਤਾ ਗੱਦੀ ਦੀ ਦਾਤ ਇਤਨੀ ਵੱਡੀ ਹੈ, ਗੁਰੂ ਜੋਤ ਇਤਨੀ ਵੱਡੀ ਹੈ
ਇਹ ਸੋਢੀਆਂ ਦੀ ਕੁਲ ਦੇ ਵਿੱਚ ਹੀ ਰਵੇਗੀ ਤੇ ਭਲੀ ਗੱਲ ਹੈ। ਹੋਰ ਕਿਸੇ ਦੇ ਪਾਸੋਂ ਏਡੀ ਵੱਡੀ ਅਜਰ ਸ਼ਕਤੀ ਜਰੀ ਨਹੀਂ ਜਾਣੀ ਹੈ। ਤੇ ਸਨਮਾਨ ਉਹੀ ਉਹ ਪਾਉਂਦਾ ਜਿਹੜਾ ਅਜਰ ਨੂੰ ਜਰ ਲੈਂਦਾ ਹੈ। ਦੁਨੀਆ ਦੇ ਅੰਦਰ ਅਜਰ ਸ਼ਕਤੀਆਂ ਨੂੰ ਹਿਰਦੇ ਦੇ ਅੰਦਰ ਜਰ ਲਵੇ, ਵਾਹਿਗੁਰੂ ਜੀ ਦੀ ਬੰਦਗੀ ਕਰਦਾ ਤੇ ਕਰਾਉਂਦਾ ਰਵੇ, ਤੇ ਵਾਹਿਗੁਰੂ ਜੀ ਦੇ ਦਰ ਦਰਗਾਹ ਦੇ ਅੰਦਰ ਤੇ ਦੁਨੀਆ ਦੇ ਅੰਦਰ ਵੀ ਮਾਣ ਪਾਉਂਦਾ ਹੈ। ਤੇ ਜਿਹੜਾ ਇਸ ਅਜਰ ਵਸਤੂ ਨੂੰ ਨਹੀਂ ਜਰ ਸਕਦਾ, ਉਹ ਵਾਹਿਗੁਰੂ ਜੀ ਦੇ ਦਰ ਤੇ ਮਾਣ ਨਹੀਂ ਪਾਉਂਦਾ। ਮਹਾਂਪੁਰਖਾਂ ਦੇ ਬਚਨ ਨੇ ਜਿਹੜੇ ਕਰਾਮਾਤਾਂ ਦੁਨੀਆ ਅੰਦਰ ਵਿਖਾਉਂਦੇ ਨੇ ਆਪਣੀ ਪੂਜਾ ਵਾਸਤੇ, ਕਿਸੇ ਦੇ ਭਲੇ ਵਾਸਤੇ ਕਰਾਮਾਤ ਦਿਖਾ ਦੇਣੀ ਅਲੱਗ ਬਾਤ ਹੈ, ਉਹ ਭਲਾ ਹੈ, ਪਰਉਪਕਾਰ ਹੈ, ਬੇੜਾ ਤਾਰ ਦੇਣਾ ਹੈ। ਪਰ ਆਪਣੀ ਪੂਜਾ ਪ੍ਰਤਿਸ਼ਠਤਾ ਵਾਸਤੇ ਹੀ, ਮੱਥੇ ਟਿਕਾਉਣ ਵਾਸਤੇ ਜਿਹੜੀਆਂ ਕਰਾਮਾਤਾਂ ਦਿਖਾਉਣੀਆਂ ਨੇ ਨਾ, ਉਹ ਕਰਾਮਾਤਾਂ ਵਿੱਚ ਉਲਝ ਜਾਂਦਾ, ਵਾਹਿਗੁਰੂ ਜੀ ਦੇ ਦਰ ਤੇ ਮਾਣ ਨਹੀਂ ਪਾਉਂਦਾ ਹੈ, ਸਤਿਕਾਰ ਨਹੀਂ ਪਾਉਂਦਾ ਹੈ। ਪਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੇ ਸੱਚਖੰਡ ਦਰਬਾਰ ਵਿਖੇ ਜਦੋਂ ਸੰਤਾਂ ਦੀ ਸਭਾ, ਬ੍ਰਹਮ ਗਿਆਨੀਆਂ ਦੀ ਸਭਾ, ਮਹਾਂਪੁਰਖਾਂ ਦੀ ਸਭਾ, ਉੱਥੇ ਤੇ ਪਤਾ ਨਹੀਂ ਕਿੰਨੇ ਕੁ ਕਰੋੜਾਂ ਮਹਾਂਪੁਰਖ ਬ੍ਰਹਮ ਗਿਆਨੀ, ਕੋਈ ਇੱਕ ਥੋੜਾ ਹੈ। ਪਰ ਸਭ ਤੋਂ ਵੱਧ ਮਾਣ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਨੇ ਅਜਰ ਸ਼ਕਤੀਆਂ ਨੂੰ ਪ੍ਰਾਪਤ ਕਰਕੇ ਵੀ ਜਰ ਕੇ ਰੱਖਿਆ, ਆਪਣੀ ਪੂਜਾ ਇਤਿਆਦਿਕ ਵਿੱਚ ਨਹੀਂ ਲੱਗੇ, ਦੁਨੀਆ ਨੂੰ ਨਹੀਂ ਲਾਇਆ, ਤੇ ਅਜਰ ਵਸਤੂ ਨੂੰ ਜਰ ਕੇ ਸਦਾ ਵਾਹਿਗੁਰੂ ਜੀ ਦੀ ਬੰਦਗੀ ਨੂੰ ਕਰਨਾ ਕੀਤਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਤੇ ਪਹਿਲਾਂ ਹੀ ਧੀਰਜ ਧਾਰੀ ਨੇ, ਪਰਉਪਕਾਰੀ ਨੇ, ਅਕਾਲ ਪੁਰਖ ਜੀ ਦੇ, ਵਾਹਿਗੁਰੂ ਜੀ ਦੇ ਸਰਗੁਣ ਸਰੂਪ ਨੇ, ਗੁਰ ਅਰਜੁਨ ਪ੍ਰਤੱਖ ਹਰ, ਤੇ ਮਹਾਂਪੁਰਖਾ ਕਾ ਬੋਲਣਾ ਹੋਵੇ ਕਿਤੇ ਪ੍ਰਥਾਏ। ਇਹ ਸਰਬਤ ਸੰਸਾਰ ਵਾਸਤੇ ਸਾਂਝੇ ਉਪਦੇਸ਼ ਦਾ ਬਚਨ ਹੈ। ਸਿੱਖੋ, ਜਦੋਂ ਇਸ ਪ੍ਰਕਾਰ ਸਤਿਗੁਰੂ ਜੀ ਦੇ ਨਾਲ ਭਾਵਨਾ ਕਰਕੇ ਜੁੜ ਜਾਵੋਗੇ, ਪ੍ਰੇਮ ਨਾਲ ਜੁੜ ਜਾਵੋਗੇ, ਦਰਸ਼ਨਾਂ ਦੀ ਤਾਬ ਰੱਖ ਕਰਕੇ, ਦਰਸ਼ਨਾਂ ਦੇ ਪ੍ਰੇਮੀ ਹੋ ਕਰਕੇ ਦੀਦਾਰ ਕਰੋਗੇ, ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕਰਨੀਆਂ ਨੇ, ਮਿਹਰਾਂ ਕਰਨੀਆਂ ਨੇ, ਨਾਮ ਬਖਸ਼ਣਾ ਹੈ, ਬੰਦਗੀ ਬਖਸ਼ਣੀ ਹੈ। ਬੰਦਗੀ ਕਰਦਿਆਂ ਰਿੱਧੀਆਂ ਸਿੱਧੀਆਂ ਵੀ ਆਉਣੀਆਂ ਨੇ, ਕਰਾਮਾਤਾਂ ਵੀ ਆਉਣੀਆਂ ਨੇ, ਬਖਸ਼ਿਸ਼ਾਂ ਹੋਣੀਆਂ ਨੇ। ਪਰ ਸਫਲੇ ਤਾਂ ਹੋਵੋਗੇ ਇਹਨਾਂ ਅਜਰ ਵਸਤੂਆਂ ਨੂੰ ਜਰ ਜਾਵੋਗੇ ਤੇ ਉਹ ਵਾਹਿਗੁਰੂ ਜੀ ਦੇ ਦਰ ਤੇ ਸ਼ੋਭਨੀਕ ਹੁੰਦਾ ਹੈ ਜਿਹੜਾ ਅਜ਼ਰ ਵਸਤੂ ਨੂੰ ਜਰ ਜਾਂਦਾ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਆਪ ਬੇਨਤੀ ਕਰਕੇ ਸਾਨੂੰ ਬੇਨਤੀਆਂ ਕਰਨੇ ਦੀ ਜਾਚ ਸਿਖਾਉਂਦੇ ਹਨ। ਫਿਰ ਪੜ੍ਹ ਦਿਓ ਜੀ। ਇਹੋ ਅਜਰ ਨਾਨਕ ਸੁਖ ਸਹੀਐ ਜੀਓ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਸਰਗੁਣ ਸਰੂਪ ਜੀਓ, ਪਿਤਾ ਸਤਿਗੁਰੂ ਜੀਓ, ਜੋ ਆਪ ਜੀ ਨੇ ਨਾਮ ਦੀ ਜੋਤ, ਨਾਮ ਦੀ ਬਰਕਤ, ਨਾਮ ਦਾ ਨਿਧਾਨ ਖਜ਼ਾਨਾ ਹਿਰਦੇ ਦੇ ਅੰਦਰ ਰੱਖ ਦਿੱਤਾ ਨਾ, ਇਹ ਅਜਰ ਵਸਤੂ ਹੈ। ਆਪ ਜੀ ਕਿਰਪਾਲਤਾ ਕਰੋ, ਅਸੀਂ ਇਸ ਅਜ਼ਰ ਵਸਤੂ ਨੂੰ ਜਰ ਜਾਈਏ। ਜੋ ਸੁੱਖ ਸਰੂਪ ਪਰਮਾਤਮਾ ਜੀ ਹਿਰਦੇ ਦੇ ਅੰਦਰ ਪ੍ਰਗਟ ਹੋ ਆਏ ਹਨ ਨਾ, ਇਸ ਦੀ ਪ੍ਰਾਪਤੀ ਦੇ ਸੁੱਖ ਨੂੰ ਸਹੀ ਹੈ ਜੀਓ ਮੰਨਣਾ ਕਰੀਏ, ਪ੍ਰਾਪਤੀ ਦੇ ਸੁੱਖ ਨੂੰ ਮਾਣੀਏ, ਇਸ ਅਜ਼ਰ ਵਸਤੂ ਨੂੰ ਜਰ ਕਰਕੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਿਤਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਅੱਗੇ ਨਿਮਰਤਾ ਤੇ ਸਹਿਤ ਪਿਆਰ ਦੇ ਸ਼ੁਕਰਾਨੇ ਦੇ ਸ਼ਬਦ ਨੂੰ ਉਚਾਰਨਾ ਕੀਤਾ ਹੈ ਜੀ। ਗੌੜੀ ਮਾਝ ਮਹੱਲਾ ਪੰਜਵਾ। ਸੋ ਗੌੜੀ ਰਾਗ ਹੈ, ਮਾਝ ਸਮਿਲਿਤ ਕਰਕੇ ਅਥਵਾ ਇਸ ਦੀ ਜਾਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਨ ਕਰਨਾ ਕਰਦੇ ਹਨ ਜੀ। ਸੁਣ ਸੁਣ ਸਾਜਨ ਮਨ ਮਿੱਤ ਪਿਆਰੇ ਜੀਓ। ਇਹ ਜੋ ਸ਼ਬਦ ਹੈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਉਚਾਰਨਾ ਕੀਤਾ ਹੈ। ਹੇ ਮਨ ਦੇ ਪਿਆਰੇ ਮਿੱਤਰ ਹਰੀ ਅਕਾਲ ਪੁਰਖ ਵਾਹਿਗੁਰੂ ਜੀਓ, ਸਾਡੀ ਬੇਨਤੀ ਨੂੰ ਸੁਣਨਾ ਕਰੋ ਜੀ। ਹੇ ਪਰਮ ਪਿਤਾ ਪਰਮਾਤਮਾ ਜੀ, ਆਪ ਜੀ ਦਾ ਨਾਮ ਹੀ ਸਾਡਾ ਜੀਵਨ ਰੂਪ ਹੈ। ਆਪ ਜੀ ਦੇ ਨਾਮ ਨੂੰ ਹੀ ਸੁਣ ਕਰਕੇ, ਸ਼ਰਵਣ ਕਰਕੇ, ਪ੍ਰਤੱਖ ਕੰਨਾਂ ਦੇ ਨਾਲ ਅਸੀਂ ਜਿਉਂਦੇ ਹਾਂ। ਇਸੇ ਹੀ ਪ੍ਰਕਾਰ ਸੁਣ ਸੁਣ ਸਾਜਨ ਮਨ ਮਿੱਤ ਪਿਆਰੇ ਜੀਓ। ਹੇ ਸਾਡੇ ਮਨ ਦੇ ਪਿਆਰੇ ਮਿੱਤਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ, ਸੁਣ, ਸਾਡੀ ਬੇਨਤੀ ਨੂੰ ਸਰਵਣ ਕਰਨਾ ਕਰੋ ਜੀ। ਸੁਣ, ਅਸੀਂ ਸ਼ਰਧਾ ਅਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਆਪ ਜੀ ਦੀ ਬਾਣੀ ਨੂੰ, ਆਪ ਜੀ ਦੇ ਜਸ ਨੂੰ ਸਦਾ ਹੀ ਸਰਵਣ ਕਰਦੇ ਰਹੀਏ। ਐਸੀ ਦਾਤ ਸਾਨੂੰ ਬਖਸ਼ਿਸ਼ ਕਰਨਾ ਕਰੋ ਜੀ। ਮਨ ਤਨ ਤੇਰਾ ਇਹੋ ਜੀਓ ਭੇ ਵਾਰੇ ਜੀਓ। ਸੱਚੇ ਪਾਤਸ਼ਾਹ ਸਾਡਾ ਇਹ ਮਨ ਵੀ ਆਪ ਜੀ ਦੀ ਦਾਤ ਹੈ ਤੇ ਤਨ ਵੀ ਆਪ ਜੀ ਦੀ ਦਾਤ ਹੈ। ਤਨ ਵੀ ਆਪ ਜੀ ਨੇ ਦਿੱਤਾ ਹੈ ਤੇ ਮਨ ਵੀ ਆਪ ਜੀ ਨੇ ਦਿੱਤਾ ਹੈ। ਇਸ ਤਨ ਦੇ ਅੰਦਰ ਜਿੰਦ ਵੀ ਆਪ ਜੀ ਨੇ ਪਾਈ ਹੈ, ਜੋ ਹਿਰਦਾ ਸ਼ਰਧਾ ਵਿਸ਼ਵਾਸ ਸਹਿਤ ਪ੍ਰੇਮ ਦੇ ਹੋ ਰਹੇ ਹੈ। ਇਹ ਦਾਤ ਵੀ ਆਪ ਜੀ ਨੇ ਬਖਸ਼ੀ ਹੈ। ਇਸੇ ਪ੍ਰਕਾਰ ਮਨ ਤਨ ਤੇਰਾ ਇਹੋ ਜੀਓ ਭੇ ਵਾਰੇ ਜੀਓ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਦਿੱਤਾ ਹੋਇਆ ਤਨ ਵੀ ਆਪ ਜੀ ਤੋਂ ਕੁਰਬਾਨ ਕਰਦੇ ਆ। ਇਹ ਜੀਵ ਆਪਣਾ ਮਨ ਵੀ ਤੁਹਾਡੇ ਤੋਂ ਕੁਰਬਾਨ ਕਰਦੇ ਆ। ਸੱਚੇ ਪਾਤਸ਼ਾਹ ਮਨ ਕਰਕੇ, ਤਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ
ਆਪ ਜੀ ਤੋਂ ਕੁਰਬਾਨ ਬਲਿਹਾਰ ਹੀ ਜਾਂਦੇ ਹਾਂ। ਇਸੇ ਪ੍ਰਕਾਰ ਮਨ ਤਨ ਤੇਰਾ ਇਹੋ ਜੀਓ ਭੇ ਵਾਰੇ ਜੀਓ। ਤੇ ਮਹਾਰਾਜ ਇਹ ਜੀਓ ਜੋ ਜਿੰਦੜੀ ਹੈ ਉਹ ਵੀ ਆਪ ਜੀ ਤੋਂ ਸਦਕੇ ਕਰਦੇ ਆ। ਇਹ ਜੀਓ ਜੋ ਅੰਦਰ ਆਤਮਾ ਹੈ ਇਹ ਵੀ ਆਪ ਜੀ ਤੋਂ ਘੋਲ ਕਮਾਉਂਦੇ ਹਾਂ, ਕੁਰਬਾਨ ਕਰਦੇ ਹਾਂ, ਵਾਰਦੇ ਹਾਂ। ਵਿਸਰ ਨਾਹੀ ਪ੍ਰਭ ਪ੍ਰਾਣ ਆਧਾਰੇ ਜੀਓ। हे ਪ੍ਰਭੂ ਜੀ, ਪਰਮਾਤਮਾ ਜੀ, ਆਪ ਜੀ ਸਾਡੇ ਪ੍ਰਾਣਾਂ ਦਾ ਆਧਾਰ ਹੋ। ਸਾਡੇ ਜਿਹੜੇ ਸਾਹ ਚੱਲਦੇ ਨੇ, ਸਵਾਸ ਚੱਲਦੇ ਹਨ, ਆਪ ਜੀ ਦੇ ਹੀ ਆਸਰੇ ਚੱਲਦੇ ਨੇ। ਗਰੀਬ ਨਿਵਾਜ ਜਦ ਤੱਕ ਸਾਡੇ ਤਨ ਦੇ ਅੰਦਰ ਸਵਾਸ ਚੱਲਦੇ ਨੇ, ਵਿਸਰ ਨਾਹੀ, ਆਪ ਜੀ ਦਾ ਨਾਮ ਸਾਨੂੰ ਕਦੇ ਵਿਸਰ ਨਾ ਜਾਵੇ, ਆਪ ਜੀ ਦਾ ਧਿਆਨ ਕਦੇ ਵਿਸਰ ਨਾ ਜਾਵੇ। ਸਦਾ ਪ੍ਰੇਮ ਅਵਸਥਾ ਦੇ ਅੰਦਰ ਨਿਮਗਨ ਹੁੰਦਿਆਂ ਹੋਇਆਂ ਸਹਿਤ ਪਿਆਰ ਦੇ ਜਪਦੇ ਰਹੀਏ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਸਾਹ ਸਾਹ ਦੇ ਨਾਲ, ਸਵਾਸ ਸਵਾਸ ਦੇ ਨਾਲ ਆਪ ਜੀ ਦੇ ਨਾਮ ਨੂੰ ਸਦਾ ਜਪਦੇ ਹੀ ਰਹੀਏ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓਏ ਹੋ। ਇਹ ਉਤਸ਼ਾਹ ਸਦਾ ਹੀ ਹਿਰਦੇ ਦੇ ਅੰਦਰ ਬਣਿਆ ਰਵੇ। ਆਪ ਜੀ ਦਾ ਜਿਹੜਾ ਨਾਮ ਹੈ ਨਿਮਖ ਮਾਤਰ ਵੀ ਭੁੱਲੇ ਨਾ, ਸਹਿਤ ਉਤਸ਼ਾਹ ਦੇ ਹਰ ਵੇਲੇ ਜਪਦੇ ਹੀ ਰਹੀਏ, ਕਿਉਂਕਿ ਆਪ ਜੀ ਦਾ ਨਾਮ ਹੀ ਸਾਡੇ ਪ੍ਰਾਣਾਂ ਦਾ ਆਧਾਰ ਹੈ, ਆਸਰਾ ਹੈ। ਸਦਾ ਤੇਰੀ ਸਰਣਾਈ ਜੀਓ। ਜਿਸ ਪ੍ਰਕਾਰ ਸਰੀਰ ਦਾ ਆਧਾਰ ਭੋਜਨ ਹੈ, ਜਿਹੜਾ ਮਨੁੱਖ ਭੋਜਨ ਛਕਦਾ ਹੈ ਉਹ ਜਿਉਂਦਾ ਹੈ, ਤੇ ਜੇ ਭੋਜਨ ਹੀ ਛੱਡ ਦਿੱਤਾ, ਅੰਨ ਜਲ ਹੀ ਛੱਡ ਦਿੱਤਾ, ਹੁਣ ਸਰੀਰ ਦਾ ਆਧਾਰ ਹੈ ਜਲ ਪਾਣੀ। ਪ੍ਰਸ਼ਾਦਾ ਛੱਡ ਦਿੱਤਾ, ਪਾਣੀ ਛੱਡ ਦਿੱਤਾ, ਜਿਉਂਦਾ ਨਹੀਂ ਰਹੇਗਾ, ਥੋੜੇ ਦਿਨਾਂ ਵਿੱਚ ਸਮਾਪਤ ਹੋ ਜਾਵੇਗਾ, ਸ਼ਾਂਤ ਹੋ ਜਾਵੇਗਾ, ਮਰ ਜਾਵੇਗਾ। ਜਿਸ ਪ੍ਰਕਾਰ ਸਰੀਰ ਦਾ ਆਧਾਰ ਭੋਜਨ ਹੈ, ਇਸੇ ਪ੍ਰਕਾਰ ਸਾਡੇ ਸਵਾਸਾਂ ਦਾ, ਸਾਡੇ ਮਨ ਦਾ ਆਧਾਰ ਆਪ ਜੀ ਦੇ ਨਾਮ ਦਾ ਭਜਨ ਹੈ। ਤੇ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਹੀ ਫਰਮਾਨ ਕਰਨਾ ਕਰਦੇ ਨੇ ਕਿ ਜਿਸ ਵੇਲੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਵਿਸਰ ਜਾਵੇ ਨਾ, ਤਿਤ ਵੇਲੇ ਮਰ ਜਾਏ ਜੀਓ ਮੇਰਾ, ਉਸ ਵੇਲੇ ਸਾਡਾ ਮਨ ਮਰੀ ਜਾਂਦਾ ਹੈ। ਕਿਉਂਕਿ ਮਨ ਦੀ ਖੁਰਾਕ, ਮਨ ਦਾ ਆਸਰਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ। ਸੱਚੇ ਪਾਤਸ਼ਾਹ ਆਪ ਜੀ ਦਾ ਨਾਮ ਹੀ ਸਾਡੇ ਪ੍ਰਾਣਾਂ ਦਾ ਆਧਾਰ ਹੈ। ਸੋ ਅਗਲੀ ਪੰਕਤੀ ਫਿਰ ਪੜ੍ਹ ਦਿਓ ਜੀ। ਜਿਸ ਮਿਲਿਆ ਮਨ ਜੀਵੈ ਭਾਈ ਜੀਓ। हे ਭਾਈ, हे ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਨਾਮ ਹੈ, हे ਭਾਈ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਕੇ ਹੀ ਜਿਹੜਾ ਮਨ ਹੈ ਉਹ ਸਾਡਾ ਜਿਉਂਦਾ ਹੈ, ਕਿਉਂਕਿ ਪ੍ਰਾਣਾਂ ਦਾ ਆਧਾਰ ਜੋ ਨਾਮ ਹੈ। ਸਦਾ ਤੇਰੀ ਸਰਣਾਈ ਜੀਓ। हे ਸੱਚੇ ਪਾਤਸ਼ਾਹ, ਸਦਾ ਹੀ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਹਾਂ। ਸਰਣਾਈ, ਸਰਣ ਆਈ, ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆਏ ਹਾਂ। ਸ਼ਰਨ ਪਿਆਂ ਦੀ ਲਾਜ ਰੱਖੋ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸਗਲ ਦਵਾਰ ਕਉ ਛਾੜ ਕੈ ਗਹਿਓ ਤੁਹਾਰੋ ਦਵਾਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਸ਼ਰਨ ਪਏ ਦੀ ਲਾਜ ਰੱਖ ਲਵੋ ਜੀ। ਵਿਸਰ ਨਾਹੀ ਪ੍ਰਭ ਪ੍ਰਾਣ ਆਧਾਰੇ ਜੀਓ। हे ਸਾਡੇ ਪ੍ਰਾਣਿਆਂ ਦੇ ਆਧਾਰ, ਆਸਰਾ ਸਰੂਪ ਸਤਿਗੁਰੂ ਜੀ, ਨਿਮਖ ਮਾਤਰ ਵੀ ਸਾਨੂੰ ਵਿਸਰਨਾ ਨਾ ਕਰੋ। ਆਪ ਜੀ ਦਾ ਨਾਮ ਕਦੇ ਭੁੱਲ ਨਾ ਜਾਵੇ ਜੀ। ਸਦਾ ਤੇਰੀ ਸਰਣਾਈ ਜੀਓ। ਸਦਾ ਸਦਾ ਆਪ ਜੀ ਦੀ ਸ਼ਰਨਾਈ ਹਾਂ, ਆਪ ਜੀ ਦੀ ਹੀ ਸ਼ਰਨ ਵਿੱਚ ਰਹਿਣਾ ਲੋਚਦੇ ਹਾਂ। ਜਿਸ ਮਿਲਿਆ ਮਨ ਜੀਵੈ ਭਾਈ ਜੀਓ। हे ਭਾਈ, ਜਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਿਲਾਪ ਕਰਕੇ ਹੀ ਜਿਹੜਾ ਮਨ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਦੀ ਤਰਫ ਜਿਉਂਦਾ ਹੋ ਜਾਂਦਾ ਹੈ। ਇਹ ਜਿਹੜਾ ਮਨ ਹੈ ਦੁਨੀਆ ਵੱਲ ਜਿਉਂਦਾ ਹੈ ਤੇ ਪਰਮਾਤਮਾ ਜੀ ਦੇ ਸਿਮਰਨ ਵੱਲੋਂ ਮਰਿਆ ਹੋਇਆ ਹੈ, ਪਰ ਵਾਹਿਗੁਰੂ ਜੀ ਦਾ ਨਾਮ ਜਪ ਕੇ ਦੁਨੀਆ ਦੇ ਮੋਹ ਵੱਲੋਂ ਮਰਦਾ ਹੈ ਤੇ ਵਾਹਿਗੁਰੂ ਜੀ ਦੇ ਵੱਲ ਜਿਉਂਦਾ ਹੁੰਦਾ ਹੈ। ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਓ। ਗੁਰ ਪ੍ਰਸਾਦੀ, ਜੋ ਐਸਾ ਹਰ ਹਰ ਸਭਨਾਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਨਾ, ਉਹ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪਾਇਆ ਜਾਂਦਾ ਹੈ। ਪਿਆਰਿਓ ਸਿੱਖੋ, ਸਤਿਗੁਰੂ ਜੀ ਦੀ ਨਜ਼ਰ ਦੇ ਨਾਲ ਐਸੇ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਸਭ ਕਿਛ ਪ੍ਰਭ ਕਾ ਪ੍ਰਭ ਕੀਆ ਜਾਈ ਜੀਓ। ਸਭ ਕਿਛ ਪ੍ਰਭੂ ਜੀ ਦਾ ਹੀ ਹੈ। ਸਾਡਾ ਤਨ, ਮਨ, ਧਨ, ਘਰ ਬਾਰ, ਸੰਸਾਰ, ਦੀਨ ਦੁਨੀ, ਇਸੇ ਪ੍ਰਕਾਰ ਆਕਾਸ਼ ਪਾਤਾਲ ਸਭ ਕੁਛ ਪ੍ਰਭੂ ਜੀ ਦਾ ਹੀ ਹੈ। ਤੇ ਸਭ ਜਾਈ ਜੀਓ। ਜਾਈ ਤੋਂ ਭਾਵ ਹੈ ਜਗ੍ਹਾ। ਜਿੰਨੀਆਂ ਜਗ੍ਹਾ ਨੇ, ਜਿਤਨੇ ਅਸਥਾਨ ਹਨ, ਇਹ ਖੰਡ ਹਨ, ਬ੍ਰਹਮੰਡ ਹਨ, ਜਿਤਨੇ ਵੀ ਲੋਕ ਹਨ, ਇਹ ਸਾਰੀਆਂ ਜਗ੍ਹਾ, ਸਾਰੇ ਪਦਾਰਥ, ਤਨ ਮਨ ਧਨ ਇਤਿਆਦਿਕ ਸਭ ਕੁਛ ਪ੍ਰਭੂ ਪਰਮਾਤਮਾ ਜੀ ਦਾ ਹੀ ਪੈਦਾ ਕੀਤਾ ਹੋਇਆ ਹੈ।
ਵਾਹਿਗੁਰੂ ਜੀ ਇਸ ਸਭ ਕਿਛੇ ਦੇ ਮਾਲਕ ਹਨ ਜੀ। ਪ੍ਰਭ ਕਉ ਸਦ ਬਲ ਜਾਈ ਜੀਓ। ਐਸੇ ਪ੍ਰਭੂ ਪਰਮਾਤਮਾ ਜੀ ਤੋਂ ਅਸੀਂ ਸਦਾ ਹੀ ਬਲ ਜਾਈ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਣਾ ਕਰਦੇ ਹਾਂ ਜੀ। ਏਹੁ ਨਿਧਾਨ ਜਪੈ ਵਡ ਭਾਗੀ ਜੀਓ। ਗਰੀਬ ਨਿਵਾਜ ਸਤਿਗੁਰੂ ਜੀ, ਐਸੇ ਪਰਮਾਤਮਾ ਜੀ ਦਾ ਨਾਮ ਕਿਹਨਾਂ ਨੂੰ ਜਪਣਾ ਮਿਲਦਾ ਹੈ? ਤੇ ਸਾਹਿਬ ਜੀ ਫਰਮਾਨ ਕਰਨਾ ਕਰਦੇ ਹਨ, ਇਹੋ ਨਿਧਾਨ ਸਾਰੀਆਂ ਨਿਧੀਆਂ ਦਾ ਖਜ਼ਾਨਾ ਹੈ ਪਰਮਾਤਮਾ ਜੀ ਦਾ ਨਾਮ। ਇਹ ਜਿਹੜੇ ਵੱਡਿਆਂ ਭਾਗਾਂ ਵਾਲੇ ਨੇ ਨਾ, ਉਹਨਾਂ ਨੂੰ ਹੀ ਜਪਣਾ ਮਿਲਦਾ ਹੈ। ਵੱਡਿਆਂ ਭਾਗਾਂ ਵਾਲੇ ਕੌਣ ਨੇ? ਜਿਨ੍ਹਾਂ ਤੇ ਸਤਿਗੁਰੂ ਜੀ ਦੀ ਨਜ਼ਰ ਹੋ ਗਈ, ਜਿਨ੍ਹਾਂ ਦੇ ਹਿਰਦੇ ਦੇ ਵਿੱਚੋਂ ਵਡਿਆਈ ਦੀ ਇੱਛਾ ਹੀ ਨਾਸ ਹੋ ਗਈ। ਐਸੇ ਵੱਡਿਆਂ ਭਾਗਾਂ ਵਾਲੇ ਹੀ ਵਾਹਿਗੁਰੂ ਜੀ ਦੇ ਨਾਮ ਨੂੰ ਜਪਦੇ ਹਨ ਜੀ। ਨਾਮ ਨਿਰੰਜਨ ਏਕ ਲਿਵ ਲਾਗੀ ਜੀਓ। ਜੋ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਆ ਗਏ, ਜੋ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਪ੍ਰਮਾਤਮਾ ਜੀ ਹਨ, ਐਸੇ ਪ੍ਰਮਾਤਮਾ ਜੀ ਦੇ ਇੱਕ ਨਾਮ ਦੇ ਅੰਦਰ ਤਿੰਨਾਂ ਦੀ ਲਿਵ ਲੱਗੀ ਏ। ਜੋ ਵੱਡ ਭਾਗੀ ਹਨ, ਸਤਿਗੁਰੂ ਜੀ ਦੀ ਨਦਰ ਵਾਲੇ ਹਨ। ਗੁਰ ਪੂਰਾ ਪਾਇਆ ਸਭ ਦੁੱਖ ਮਿਟਾਇਆ ਜੀਓ। ਜਿਸ ਵੇਲੇ ਪੂਰੇ ਸਤਿਗੁਰੂ ਜੀ ਨੂੰ ਪ੍ਰਾਪਤ ਕਰਨਾ ਕੀਤਾ ਨਾ, ਗੁਰ ਪੂਰਾ ਪਾਇਆ, ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੋ ਗਈ ਤੇ ਸਾਰਾ ਜਿਹੜਾ ਦੁੱਖ ਹੈ ਜੀਵਾਂ ਨੇ ਮਿਟਾ ਲੈਣਾ ਕੀਤਾ ਹੈ। ਇਹ ਪੂਰੇ ਸਤਿਗੁਰੂ ਜੀ ਦੇ ਮਿਲਾਪ ਦਾ ਫਲ ਹੈ, ਪ੍ਰਤਾਪ ਹੈ, ਪ੍ਰਕਾਸ਼ ਹੈ। ਜੰਮਣ ਮਰਨ ਦਾ ਦੁੱਖ ਮਿਟ ਜਾਂਦਾ ਹੈ, ਸਰੀਰਾਂ ਦੇ ਦੁੱਖ ਮਿਟ ਜਾਂਦੇ ਨੇ, ਮਾਨਸਿਕ ਰੋਗ ਮਿਟ ਜਾਂਦੇ ਨੇ। ਸਤਿਗੁਰੂ ਜੀ ਦੀ ਕਿਰਪਾਲਤਾ ਦੇ ਨਾਲ ਹਉਮੈ ਦਾ ਦੁੱਖ ਮਿਟ ਜਾਂਦਾ ਹੈ, ਵਿਕਾਰਾਂ ਦੇ ਦੁੱਖ ਮਿਟ ਜਾਂਦੇ ਹਨ। ਜਿਨ੍ਹਾਂ ਨੇ ਪ੍ਰਾਪਤ ਕਰਨਾ ਕੀਤਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਪੂਰੇ ਸਤਿਗੁਰੂ ਜੀ ਦੁਆਰਾ ਹੀ ਪ੍ਰਾਪਤ ਕੀਤਾ ਹੈ। ਬਿਨਾਂ ਸਤਿਗੁਰੂ ਜੀ ਤੋਂ ਪ੍ਰਾਪਤੀ ਨਹੀਂ ਹੁੰਦੀ। ਇਸੇ ਪ੍ਰਕਾਰ ਗੁਰ ਪੂਰਾ ਪਾਇਆ ਸਭ ਦੁੱਖ ਮਿਟਾਇਆ ਜੀਓ। ਜਿਸ ਨੇ ਵੀ ਪਾਇਆ ਹੈ ਪੂਰੇ ਸਤਿਗੁਰੂ ਜੀ ਦੇ ਰਾਹੀਂ ਪਾਇਆ ਹੈ, ਕੱਚਿਆਂ ਪਿੱਲਿਆਂ ਰਾਹੀਂ ਨਹੀਂ, ਕੰਨਾਂ ਵਿੱਚ ਮੰਤਰ ਦੇਣ ਵਾਲਿਆਂ ਦੇ ਰਾਹੀਂ ਵੀ ਨਹੀਂ, ਆਪਣੇ ਆਪ ਨੂੰ ਰੱਬ ਅਖਵਾਉਣ ਵਾਲਿਆਂ ਰਾਹੀਂ ਵੀ ਨਹੀਂ, ਪੂਰੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਹੀ ਮਿਲਿਆ ਹੈ। ਇਸੇ ਪ੍ਰਕਾਰ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਦੁਆਰਾ ਮਿਲਿਆ ਹੈ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਮੇਲ ਨੇ ਤਿੰਨਾਂ ਦੇ ਸਾਰੇ ਦੁੱਖਾਂ ਨੂੰ ਮਿਟਾ ਦੇਣਾ ਕੀਤਾ ਹੈ। ਗੁਰ ਪੂਰਾ ਪਾਇਆ, ਜਿਨ੍ਹਾਂ ਨੇ ਪ੍ਰਤੱਖ ਪੂਰਾ ਸਤਿਗੁਰੂ ਪ੍ਰਾਪਤ ਕਰ ਲਿਆ, ਉਹਨਾਂ ਦੇ ਸਾਰੇ ਦੁੱਖ ਹਰੀ ਪ੍ਰਮਾਤਮਾ ਜੀ ਨੇ ਮਿਟਾਇਆ ਜੀਓ, ਮਿਟਾ ਦਿੱਤੇ ਹਨ। ਕਲਗੀਧਰ ਸੱਚੇ ਪਾਤਸ਼ਾਹ ਜੀ ਸੱਚੇ ਸਾਹਿਬ ਸਰਬੰਸ ਧਰਮ ਤੋਂ ਕੁਰਬਾਨ ਕਰਕੇ ਗਰੀਬਾਂ ਨੂੰ ਉੱਚਿਆਂ ਚੁੱਕਣ ਵਾਸਤੇ, ਜਾਤੀ ਦੇ ਬੰਧਨ ਕੱਟਣ ਵਾਸਤੇ, ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਵਾਸਤੇ, ਜ਼ੁਲਮ ਦੇ ਰਾਜ ਨੂੰ ਮੇਟਣ ਵਾਸਤੇ ਬੇਅੰਤ ਕੌਤਕ ਕਰਦੇ। ਜਿਸ ਵੇਲੇ ਸਾਧ ਸੰਗਤ ਜੀ ਇਸ ਪਾਵਨ ਧਰਤੀ ਨੰਦੇੜ ਦੇ ਉੱਪਰ ਆਏ ਨੇ ਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਗੋਦਾਵਰੀ ਦੇ ਕਿਨਾਰੇ ਤੇ ਮੁਕਾਮ ਕੀਤਾ ਹੋਇਆ ਹੈ। ਡੇਰਾ ਲੱਗਿਆ ਹੋਇਆ ਹੈ, ਸਤਿਗੁਰੂ ਜੀ ਦਾ ਦੀਵਾਨ ਸਜਿਆ ਹੋਇਆ ਹੈ, ਛੋਟਾ ਤੰਬੂ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਤਖਤਾਂ ਤੇ ਬੈਠੇ ਸੋਭ ਰਹੇ ਨੇ, ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਇੱਕ ਸਿੱਖ ਆਇਆ ਹੈ, ਚਿਹਰਾ ਲਿਬੜਿਆ ਹੋਇਆ ਹੈ, ਬਸਤਰ ਸਾਰੇ ਪਾਟੇ ਹੋਏ, ਲੀਰਾਂ ਹੋਏ ਨੇ, ਥੱਕਿਆ ਹੋਇਆ ਹੈ। ਦੇਖਣ ਤੋਂ ਲੱਗਦਾ ਬੜੀਆਂ ਮੁਸੀਬਤਾਂ ਨੂੰ ਝੱਲਦਾ ਆਇਆ ਹੈ। ਤੇ ਆ ਕਰਕੇ ਧਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਢਹਿ ਪਿਆ ਹੈ ਤੇ ਚਰਨਾਂ ਦੇ ਉੱਪਰ ਢਹਿ ਕਰਕੇ ਉੱਚੀ ਭੁੱਬਾਂ ਮਾਰਨ ਲੱਗਿਆ ਹੈ। ਇਸ ਦਾ ਵੈਰਾਗ, ਇਸ ਦਾ ਦੁੱਖ ਝੱਲਿਆ ਨਹੀਂ ਜਾਂਦਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਦੇਖਿਆ, ਚਰਨਾਂ ਤੇ ਪੈ ਕਰਕੇ ਢਹਿ ਕਰਕੇ ਉੱਚੀ ਧਾਹਾਂ ਮਾਰ ਕੇ ਰੋ ਰਿਹਾ ਹੈ। ਸਾਰੀਆਂ ਸੰਗਤਾਂ ਦਾ ਖਿਆਲ ਇਧਰ ਖਿੱਚਿਆ ਗਿਆ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖ ਦੇ ਸਿਰ ਦੇ ਉੱਪਰ ਪਿਆਰ ਦੇ ਨਾਲ ਹੱਥ ਫੇਰਨਾ ਕੀਤਾ ਹੈ, ਸਿਰ ਨੂੰ ਪਲੋਸਿਆ ਹੈ, ਮੋਢਿਆਂ ਤੋਂ ਪਕੜਿਆ ਹੈ, ਚੁੱਕ ਲੈਣਾ ਕੀਤਾ। ਸਿੱਖਾ, ਕੀ ਕਾਰਨ ਹੈ? ਇੰਨਾ ਰੋਂਦਾ ਕਿਉਂ ਹੈ? ਇੰਨਾ ਦੁੱਖ ਦਾ ਪ੍ਰਗਟਾਵਾ ਕਿਉਂ ਕਰਦਾ ਹੈ? ਆਪਣੀ ਵਿਥਿਆ ਸੰਗਤ ਵਿੱਚ ਦੱਸਣੀ ਕਰ। ਕੌਣ ਹੈ ਤੂੰ? ਕਿੱਥੋਂ ਆਇਆ ਹੈ? ਤੇ ਤੇਰੀ ਇਹ ਦੁਰਦਸ਼ਾ ਹੋਣ ਦਾ ਕਾਰਨ ਕੀ ਹੈ? ਤੇ ਇਸ ਵੇਲੇ ਸਿੱਖ ਨੇ ਹੱਥ ਜੋੜਨੇ ਕੀਤੇ ਨੇ। ਸੱਚੇ ਪਾਤਸ਼ਾਹ, ਬਲਾਕੀ ਮੱਲ ਮੇਰਾ ਨਾਮ ਹੈ, ਕਾਬਲ ਦੇਸ਼ ਤੋਂ ਆਇਆ ਹਾਂ। ਮੇਰੇ ਪਿਤਾ ਜੀ ਤੇ ਮੇਰੇ ਬਾਬਾ ਜੀ, ਬਾਬਾ ਤੋਂ ਭਾਵ ਹੁੰਦਾ ਦਾਦਾ। ਪੁਰਾਣੇ ਸਮੇਂ ਦੇ ਵਿੱਚ ਤੇ ਅੱਜ ਵੀ ਪਿੰਡਾਂ ਵਿੱਚ ਦਾਦੇ ਨੂੰ ਬਾਬਾ ਆਖਿਆ ਜਾਂਦਾ ਹੈ। ਕਹਿਣ ਲੱਗਾ ਜੀ, ਮੇਰੇ ਪਿਤਾ ਜੀ ਤੇ ਮੇਰੇ ਬਾਬਾ ਜੀ ਸ੍ਰੀ ਅਨੰਦਪੁਰ ਸਾਹਿਬ ਆ ਕਰਕੇ ਆਪ ਜੀ ਦੇ ਦਰਸ਼ਨ ਕਰ ਗਏ ਸਨ, ਪਰ ਸੱਚੇ ਪਾਤਸ਼ਾਹ ਮੈਂ
ਅਭਾਗਾ ਆਪ ਜੀ ਦੇ ਦਰਸ਼ਨਾਂ ਤੋਂ ਵਿਰਵਾ ਰਹਿ ਗਿਆ ਸੀ, ਵਾਂਝਾ ਰਹਿ ਗਿਆ ਸੀ, ਨਾਲ ਨਹੀਂ ਸੀ ਆ ਸਕਿਆ। ਬਹੁਤ ਸਮੇਂ ਤੋਂ ਦਸਵੰਧ ਇਕੱਠਾ ਕਰਦਾ ਰਿਹਾ ਤੇ ਜਦੋਂ ਮੈਨੂੰ ਪਤਾ ਲੱਗਾ ਆਪ ਜੀ ਅਨੰਦਪੁਰ ਸਾਹਿਬ ਵਿਖੇ ਵਸ ਰਹੇ ਹੋ, ਸੱਚੇ ਪਾਤਸ਼ਾਹ ਕਾਬਲ ਤੋਂ ਚੱਲ ਕਰਕੇ ਦਸਵੰਧ ਲੈ ਕਰਕੇ, ਪਦਾਰਥਾਂ ਲੈ ਕਰਕੇ, ਵਸਤੂਆਂ ਲੈ ਕਰਕੇ ਜਦੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਪੁੱਜਾ ਤੇ ਪਤਾ ਲੱਗਾ ਅਨੰਦਪੁਰ ਸਾਹਿਬ ਹਕੂਮਤ ਨੇ ਉਜਾੜ ਦਿੱਤਾ ਏ। ਆਪ ਜੀ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡ ਕਰਕੇ ਅੱਗੇ ਆ ਚੁੱਕੇ ਹੋ, ਮਾਲਵੇ ਦੇਸ਼ ਵਿੱਚ। ਸੱਚੇ ਪਾਤਸ਼ਾਹ ਜਦੋਂ ਮੈਂ ਅੱਗੇ ਵਧਿਆ ਨਾ ਤੇ ਤੁਰਕਾਂ ਨੇ ਮੇਰੇ ਪਾਸੋਂ ਜਿਹੜਾ ਧਨ ਦੌਲਤ ਇਤਿਆਦਿਕ ਦਸਵੰਧ ਦੀ ਰਕਮ ਸੀ ਸਾਰੀ ਖੋਹ ਲੈਣਾ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਕਨਸੋ ਕੱਢਦਾ ਕੱਢਦਾ ਮੈਂ ਮਾਲਵੇ ਨੂੰ ਚੱਲ ਪਿਆ। ਮੇਰੇ ਨਾਲ ਦੇ ਜਿਹੜੇ ਸੰਗੀ ਸਾਥੀ ਸਨ ਉਹ ਤੇ ਅਨੰਦਪੁਰ ਸਾਹਿਬ ਤੋਂ ਨਿਰਾਸ਼ ਹੋ ਕੇ ਵਾਪਸ ਕਾਬਲ ਨੂੰ ਚਲੇ ਗਏ। ਪਰ ਆਪ ਜੀ ਦੇ ਦਰਸ਼ਨਾਂ ਦੀ ਤਾਂਘ ਸਿਦਕ ਲੈ ਕਰਕੇ, ਪਿਆਰ ਲੈ ਕਰਕੇ ਹਿਰਦੇ ਦੇ ਵਿੱਚ ਜਿਸ ਵੇਲੇ ਮਾਲਵੇ ਪੁੱਜਾ ਤੇ ਪਤਾ ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਬੋ ਕੀ ਤਲਵੰਡੀ ਕੌਤਕ ਵਰਤਾ ਕਰਕੇ ਅੱਗੇ ਨਾਂਦੇੜ ਦੀ ਧਰਤੀ ਦੱਖਣ ਦੇਸ਼ ਨੂੰ ਚਲੇ ਗਏ ਨੇ। ਮਹਾਰਾਜ ਮੈਂ ਹੱਠ ਕਰਕੇ ਆਪ ਜੀ ਦੇ ਪ੍ਰੇਮ ਦਾ ਖਿੱਚਿਆ ਹੋਇਆ ਇਧਰ ਨੂੰ ਚੱਲ ਪਿਆ ਤੇ 2 ਵਾਰ ਮੈਨੂੰ ਧਾੜਵੀਆਂ ਨੇ ਹੋਰ ਲੁੱਟਿਆ। ਮੇਰੇ ਕੋਲ ਕੁਝ ਵੀ ਨਹੀਂ ਰਹਿਣ ਦਿੱਤਾ। 3 ਵਾਰ ਲੁੱਟਿਆ ਗਿਆ, ਕੁੱਟਿਆ ਗਿਆ, ਮਾਰ ਮਾਰੀ ਗਈ ਤੇ ਸੱਚੇ ਪਾਤਸ਼ਾਹ ਮੇਰੇ ਸਰੀਰ ਦੇ ਬਸਤਰ ਵੀ ਲੀਰਾਂ ਲੀਰਾਂ ਕਰ ਦਿੱਤੇ, ਹਾਲੋਂ ਬੇਹਾਲ ਕਰ ਦਿੱਤਾ। ਦਸਵੰਧ ਦੀ ਮਾਇਆ ਖੋਹ ਲਈ, ਰਕਮ ਖੋਹ ਲਈ, ਧਨ ਦੌਲਤ ਖੋਹ ਰਿਹਾ। ਅੱਜ ਅਭਾਗਾ ਸਿੱਖ ਤੁਹਾਡੇ ਚਰਨਾਂ ਵਿੱਚ ਖਾਲੀ ਹੱਥ ਆ ਕੇ ਦਰਸ਼ਨ ਕਰ ਰਹੇ ਹਾਂ। ਸਾਧ ਸੰਗਤ ਜੀ, ਇਹ ਗੁਰੂ ਘਰ ਦੀ ਮਰਿਆਦਾ ਹੈ, ਵੇਦ ਸ਼ਾਸਤਰਾਂ ਦੀ ਮਰਿਆਦਾ ਹੈ, ਸਤਿਪੁਰਖਾਂ ਦੀ, ਸੰਤ ਪੁਰਖਾਂ ਦੀ ਮਰਿਆਦਾ ਹੈ ਕਿ ਸਤਿਗੁਰੂ ਜੀ ਦਾ ਦਰਸ਼ਨ ਕਰਨ ਵਾਸਤੇ ਜਾਣਾ ਤੇ ਕਦੇ ਵੀ ਖਾਲੀ ਹੱਥ ਨਹੀਂ ਜਾਣਾ। ਇਸੇ ਪ੍ਰਕਾਰ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾ ਵਾਲਿਆਂ ਦਾ ਵੀ ਬਚਨ ਹੈ, ਸਿੱਖਾ ਜੇ ਕੁਛ ਨਹੀਂ ਹੈਗਾ ਨਾ ਤੇ 2 ਦਾਤਨਾਂ ਹੀ ਵੱਢ ਕੇ ਲੈ ਜਾ ਕੇ ਗੁਰੂ ਕੇ ਚਰਨੀ ਰੱਖ ਕੇ, ਭੇਟਾ ਰੱਖ ਕੇ ਅਰਦਾਸ ਕਰਦੇ, ਉਹ ਦਾਤਨਾਂ ਵੀ ਸਿੱਖਾਂ ਦੀ ਸੇਵਾ ਵਿੱਚ ਲੱਗ ਜਾਣਗੀਆਂ, ਤੇਰੀ ਭੇਟਾ ਪ੍ਰਵਾਨ ਹੋ ਜਾਏਗੀ। ਗੁਰੂ ਕਾ ਦਰਸ਼ਨ ਖਾਲੀ ਹੱਥ ਨਹੀਂ ਕਰਨਾ। ਅੱਜ ਤਾਂ ਤਰੀਕੇ ਦੇ ਨਾਲ ਗੁਰੂ ਘਰ ਨੂੰ ਤੇ ਗੁਰੂ ਘਰ ਦੀ ਮਰਿਆਦਾ ਨੂੰ ਢਾਹ ਲਾਉਣ ਵਾਸਤੇ ਕਿਸੇ ਨੇ ਮੋਰਚਾ ਆਰੰਭ ਲੈਣਾ ਕੀਤਾ। ਗੁਰੂ ਕੇ ਅੱਗੇ ਗੋਲਕ ਨਹੀਂ ਰੱਖਣੀ ਚਾਹੀਦੀ, ਗੋਲਕ ਚੱਕ ਦਿਓ। ਕਿਸੇ ਨੇ ਆਰੰਭ ਦਿੱਤਾ ਜੀ 1 ਰੁਪਈਆ ਰੱਖ ਕੇ ਹੀ ਮੱਥਾ ਟੇਕਣਾ, ਵੱਧ ਨਹੀਂ ਟੇਕਣਾ। ਜੇ ਕਿਸੇ ਨੇ 10 ਦਾ ਟੇਕਣਾ ਸੀ, ਹੁਣ ਉਹਦੇ ਆਖੇ ਲਾ ਕੇ 1 ਦਾ ਤੇ ਮੱਥਾ ਟੇਕ ਦਿੱਤਾ। ਪਰ 9 ਕਿਹੜੇ ਧਰਮ ਦੇ ਕਾਰਜ ਵਿੱਚ ਖਰਚ ਕੀਤੇ ਉਹ ਕਦੀ ਦੱਸੇ ਕਿਸੇ ਨੇ? ਉਹ ਪਾਪ ਦੇ ਕਰਮਾਂ ਵਿੱਚ ਲਾਈ ਜਾਣਗੇ, ਆਪਣੀਆਂ ਭਾਵਨਾਵਾਂ, ਆਪਣੀਆਂ ਵਾਸ਼ਨਾਵਾਂ ਪੂਰੀਆਂ ਕਰਨ ਵਾਸਤੇ ਖਰਚੀ ਜਾਣਗੇ। ਪਰ ਜਦੋਂ ਗੁਰੂ ਘਰ ਜਾਣਾ ਉਦੋਂ 1 ਰੁਪਏ ਦਾ ਸਿੱਕਾ ਹੀ ਚਾਹੀਦਾ, ਉੱਥੇ ਵੱਧ ਨਹੀਂ ਟੇਕਣਾ ਜੀ। ਮਰਿਆਦਾ ਲੱਖਰੀ ਖਾਲੀ ਹੱਥ ਨਹੀਂ। ਪਰ ਕਾਰਨ ਕੀ ਹੈ? ਗੁਰੂ ਘਰ ਦੀਆਂ ਗੋਲਕਾਂ 'ਚ ਪੈਸਾ ਜਾਵੇ ਹੀ ਨਾ, ਨਾ ਸਰਾਵਾਂ ਬਣ, ਨਾ ਇਮਾਰਤਾਂ ਬਣ, ਨਾ ਲੰਗਰ ਲੱਗਣ। ਸਾਰੀ ਮਰਿਆਦਾ ਜਿਹੜੀ ਏ ਇਸ ਤਰੀਕੇ ਦੇ ਨਾਲ ਗੁਰਸਿੱਖਾਂ ਪਾਸੋਂ ਖੋਹ ਲਈ ਜਾਵੇ। ਵੱਖ-ਵੱਖ ਤਰੀਕਿਆਂ ਦੇ ਨਾਲ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਨੇ। ਰਹੋ ਵਿਚਾਰ। ਬੇਨਤੀ ਕੀਤੀ ਸੱਚੇ ਪਾਤਸ਼ਾਹ, ਅੱਜ ਮੈਂ ਅਭਾਗੇ ਨੇ, ਨਿਕੰਮੇ ਨੇ, ਗਰੀਬ ਨੇ ਤੁਹਾਡੇ ਚਰਨਾਂ ਵਿੱਚ ਖਾਲੀ ਹੱਥ ਆ ਕੇ ਮੱਥਾ ਟੇਕਿਆ। ਮਹਾਰਾਜ ਜ਼ਿੰਦਗੀ 'ਚ 1 ਹੀ ਵਾਰ ਦੀਦਾਰ ਹੋਇਆ ਤੇ ਆਪ ਜੀ ਦੇ ਚਰਨਾਂ ਤੇ ਭੇਟਾ ਵੀ ਕੁਛ ਨਾ ਰੱਖ ਸਕਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾਏ ਨੇ, ਸਿੱਖਾ ਤੇਰਾ ਪ੍ਰੇਮ ਪ੍ਰਵਾਨ। ਗੁਰੂ ਘਰ ਕਿਸੇ ਦੇ ਟਕਿਆਂ ਦਾ ਮੁਤਾਜ ਨਹੀਂ, ਗੋਬਿੰਦ ਭਾਉ ਭਗਤ ਦਾ ਭੁੱਖਾ। ਜੇ ਦਸਵੰਧ ਦੀ ਸੇਵਾ ਸਤਿਗੁਰੂ ਜੀ ਨੇ ਲਾਈਏ ਤੇ ਗੁਰਸਿੱਖਾਂ ਦੇ ਭਲੇ ਵਾਸਤੇ ਲਾਈਏ, ਗੁਰਸਿੱਖ ਦੀ ਕਮਾਈ 'ਚੋਂ ਦਸਵੰਧ ਨਿਕਲੇਗਾ, ਉਸ ਦੀ ਕਮਾਈ ਅੰਮ੍ਰਿਤ ਰੂਪ ਹੋ ਜਾਵੇਗੀ। ਜਿਹੜਾ ਛਕੇਗਾ ਉਸ ਦਾ ਵੀ ਭਲਾ ਹੋ ਜਾਵੇਗਾ। ਇਹ ਸਿੱਖਾਂ ਦੇ ਭਲੇ ਵਾਸਤੇ ਆ। ਗੁਰੂ ਕੇ ਕਾਰਜ ਤਾਂ ਸਦਾ ਚੱਲਦੇ ਹੀ ਰਹਿਣੇ ਨੇ। ਸਤਿਗੁਰੂ ਜੀ ਦਾਤਾ ਨੇ। ਸਿੱਖਾ ਤੇਰਾ ਪ੍ਰੇਮ ਪ੍ਰਵਾਨ, ਪ੍ਰੇਮ ਦੇ ਸਹਿਤ ਆ ਕਰਕੇ ਦੀਦਾਰ ਕੀਤਾ ਹੈ। ਤੇਰੀ ਭੇਟਾ ਗੁਰੂ ਘਰ ਦੇ ਅੰਦਰ ਪੁੱਜ ਗਈ ਏ। ਕਿਸੇ ਪ੍ਰਕਾਰ ਦਾ ਮਨ ਦੇ ਅੰਦਰ ਤੌਖਲਾ ਨਾ ਕਰ। ਸੱਚੇ ਪ੍ਰਕਾਸ਼ ਪਾਤਸ਼ਾਹ, ਮਨ ਦਾ ਭਰਮ ਨਹੀਂ ਜਾਂਦਾ ਹੈ। ਕਿਰਪਾਲਤਾ ਕਰੋ, ਟੁੱਟਿਆ ਹਾਂ, ਵਿਛੜਿਆ ਹਾਂ, ਚਰਨਾਂ ਦੇ ਨਾਲ ਮੇਲ ਲੈਣਾ ਕਰੋ। ਤੇ ਗਰੀਬ ਨਿਵਾਜ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਐਸੀ ਅੰਮ੍ਰਿਤ ਨਦਰ ਦੇ ਨਾਲ ਤੱਕਣਾ ਕੀਤਾ ਹੈ। ਨਾਨਕ ਨਦਰੀ ਨਦਰ ਨਿਹਾਲ ਕਰ ਦਿੱਤਾ ਹੈ, ਮਨ ਸ਼ਾਂਤ ਕਰ ਦਿੱਤਾ ਹੈ, ਖੰਡੇ ਦੀ ਪਾਹੁਲ ਬਖਸ਼ੀ ਹੈ, ਆਪਣਾ ਚਰਨ ਸੇਵਕ ਬਣਾ ਲਿਆ। ਤੇ ਇਤਿਹਾਸ ਵਿੱਚ ਵਚਨ ਆਉਂਦਾ ਹੈ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਹੀ ਰਿਹਾ। ਭਾਈ ਸੰਤੋਖ ਸਿੰਘ ਜੀ ਨੂੰ ਹੁਕਮ ਕਰਨਾ ਕੀਤਾ ਸੀ, ਸੰਤੋਖ ਸਿੰਘ ਇਸ਼ਨਾਨ ਕਰਵਾ, ਨਵੇਂ ਵਸਤਰ ਪਹਿਨਾ। ਸੱਚੇ ਪਾਤਸ਼ਾਹ ਆਪ ਜੀ ਨੇ ਗਲ ਬੱਕੜੀ ਵਿੱਚ ਲੈ ਲਿਆ, ਇੰਨਾ ਪਿਆਰ ਕੀਤਾ। ਮੇਰੇ ਤਾਂ ਬਸਤਰ ਲੀਰਾਂ ਲੀਰਾਂ ਹੋਏ ਨੇ, ਮਿੱਟੀ ਦਾ ਨਾਲ ਲਿਬੜੇ ਪਏ ਨੇ, ਮੈਲੇ ਨੇ, ਗੰਦੇ ਨੇ। ਤੇ ਸੱਚੇ ਪਾਤਸ਼ਾਹ ਜੀ ਬਚਨ ਕਰਨ ਲੱਗੇ ਨੇ, ਕਹਿੰਦੇ ਇਹਨਾਂ ਨੂੰ ਲੀਰਾਂ ਨਾ ਜਾਣ, ਇਹਨਾਂ ਨੂੰ ਰੇਸ਼ਮ ਪਸ਼ਮੀਨੇ ਦਾ ਸ਼ਾਹੀ ਪੋਸ਼ਾਕਾ ਜਾਣਨਾ ਕਰ। ਮਹਾਰਾਜ ਮੈਂ ਗਰੀਬ ਖਾਲੀ ਹੱਥ ਆਇਆ। ਕਹਿੰਦੇ ਗਰੀਬ ਨਾ ਜਾਣ ਭਾਈ, ਤੂੰ ਤੇ ਸ਼ਾਹੂਕਾਰ ਹੈ।
ਸੱਚੇ ਪਾਤਸ਼ਾਹ ਮੇਰਾ ਤੇ ਤਨ ਵੀ ਮੈਲਾ, ਮੇਰਾ ਮਨ ਵੀ ਮੈਲਾ, ਮਹਾਰਾਜ ਧੂੜ ਮਿੱਟੀ ਜੂ ਪਈਏ। ਤੇ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਸਿਖਾ ਧੂੜ ਮਿੱਟੀ ਨਾ ਕਹਿ, ਗੁਰੂ ਕੇ ਰਸਤੇ ਤੇ ਚੱਲ ਕੇ ਆਇਆ, ਸਮਝ ਲੈ ਤੇਰੇ ਤੇ ਕੇਸਰ ਚੰਦਨ ਦਾ ਛਿੜਕਾ ਹੋਇਆ ਹੈ। ਭਾਈ ਸੰਤੋਖ ਸਿੰਘ ਜੀ ਨੂੰ ਬਚਨ ਕਰਨਾ ਕੀਤਾ, ਸੰਤੋਖ ਸਿੰਘਾ ਇਸ ਦਾ ਇਸ਼ਨਾਨ ਕਰਵਾ, ਸੋਹਣਾ ਪੋਸ਼ਾਕਾ ਪਹਿਨਾ। ਸਤਿਗੁਰੂ ਜੀ ਦੇ ਹੁਕਮ ਦੇ ਨਾਲ ਇਸ਼ਨਾਨ ਕਰਵਾਇਆ ਗਿਆ, ਸੋਹਣੇ ਵਸਤਰ ਪਹਿਨਾਏ ਗਏ। ਤੇ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੀ ਰਿਹਾ। ਜਿਸ ਵੇਲੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸੱਚਖੰਡ ਜਾਣ ਦਾ ਕੌਤਕ ਰਚਿਆ ਨਾ, ਫਿਰ ਆਪਣੇ ਕਾਬਲ ਦੇਸ਼ ਵਿੱਚ ਵਾਪਸ ਗਿਆ। ਇਤਿਹਾਸ ਦੇ ਅੰਦਰ ਲਿਖਿਆ ਮਿਲਦਾ ਹੈ ਕਿ ਸਤਿਗੁਰੂ ਜੀ ਦੇ ਬਚਨ ਸਤ ਨੇ ਪ੍ਰਫੁੱਲਤ ਹੋਏ, ਕਾਬਲ ਦੇਸ਼ ਦੇ ਵਿੱਚ ਜਾ ਕਰਕੇ ਵੱਡਾ ਭਾਰੀ ਸ਼ਾਹੂਕਾਰ ਬਣਿਆ ਹੈ। ਐਸਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦਾ ਪ੍ਰਤਾਪ ਹੈ, ਜਿਸ ਨੂੰ ਵੀ ਬਖਸ਼ ਦਿੰਦੇ ਨੇ, ਬਖਸ਼ਿਸ਼ ਕਰ ਦਿੰਦੇ ਨੇ, ਨਦਰ ਕਰ ਦਿੰਦੇ ਨੇ, ਨਜ਼ਰ ਪਾ ਦਿੰਦੇ ਨੇ, ਭਲਾਈ ਕਰ ਦਿੰਦੇ ਨੇ, ਲੋਕ ਵੀ ਸਵਾਰ ਦਿੰਦੇ ਨੇ, ਪਰ ਲੋਕ ਵੀ ਸਵਾਰ ਦਿੰਦੇ ਨੇ। ਐਸੀ ਸਤਿਗੁਰੂ ਜੀ ਦੀ ਨਦਰ ਹੈ। ਇਸੇ ਪ੍ਰਕਾਰ ਗੁਰਪੂਰਾ ਪਾਇਆ ਸਭ ਦੁੱਖ ਮਿਟਾਇਆ ਜੀਓ। ਜਿਸ ਨੇ ਪੂਰੇ ਸਤਿਗੁਰੂ ਜੀ ਨੂੰ ਪ੍ਰਾਪਤ ਕਰ ਲਿਆ ਹੈ, ਉਸਨੇ ਸਾਰੇ ਦੁੱਖ ਮਿਟਾ ਲੈਣਾ ਕੀਤੇ ਨੇ। ਗਰੀਬੀ ਦੇ ਦੁੱਖ, ਦਲਿੱਦਰਤਾ ਦੇ ਦੁੱਖ, ਜੰਮਣ ਮਰਨ ਦੇ ਦੁੱਖ, ਸਾਰੇ ਦੁੱਖ ਉਸਨੇ ਮਿਟ ਲੈਣਾ ਕੀਤੇ ਹਨ। ਜਿਸ ਨੇ ਵੀ ਸਤਿਗੁਰੂ ਜੀ ਨੂੰ ਪ੍ਰਾਪਤ ਕਰ ਲਿਆ ਹੈ। 8 ਪਹਿਰ ਗੁਣ ਗਾਇਆ ਜੀਓ। ਫਿਰ ਸਤਿਗੁਰੂ ਜੀ ਦੀ ਨਦਰ ਦੇ ਨਾਲ ਹਰੀ ਪ੍ਰਮਾਤਮਾ ਜੀ ਦੇ 8 ਹੀ ਪਹਿਰ ਨਾਮ ਰੂਪੀ ਗੁਣਾਂ ਨੂੰ, ਵਡਿਆਈਆਂ ਰੂਪੀ ਗੁਣਾਂ ਨੂੰ ਗਾਉਣਾ ਕੀਤਾ ਹੈ। ਰਤਨ ਪਦਾਰਥ ਹਰ ਨਾਮ ਤੁਮਾਰਾ ਜੀਓ। ਹੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦਾ ਜੋ ਨਾਮ ਪਦਾਰਥ ਹੈ ਨਾ, ਇਹ ਰਤਨ ਪਦਾਰਥ ਹੈ। ਰਤਨ ਅਮੁੱਲਕ ਹੁੰਦੇ ਨੇ, ਆਪ ਜੀ ਦਾ ਨਾਮ ਅਤਿਅੰਤ ਅਮੁੱਲਕ ਹੈ। ਮੁੱਲ ਕਿਸੇ ਪ੍ਰਕਾਰ ਭੇਟਾ ਦੇ ਕਰਕੇ, ਮਾਇਆ ਦੇ ਕਰਕੇ ਨਹੀਂ ਖਰੀਦਿਆ ਜਾ ਸਕਦਾ। ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਐਸਾ ਆਪ ਜੀ ਦਾ ਜੋ ਨਾਮ ਪਦਾਰਥ ਹੈ, ਮਾਣਕਾਂ ਦੀ ਨਿਆਈ, ਰਤਨਾ ਦੀ ਨਿਆਈ, ਬੇਅੰਤ ਅਮੁੱਲਕ ਹੈ ਜੀਓ। ਤੂੰ ਸੱਚਾ ਸਾਹੁ ਭਗਤ ਵਣਜਾਰਾ ਜੀਓ। ਰਤਨ ਪਦਾਰਥ ਹਰ ਨਾਮ ਤੁਮਾਰਾ ਜੀਓ। ਸੱਚੇ ਪਾਤਸ਼ਾਹ ਐਸਾ ਆਪ ਜੀ ਦਾ ਨਾਮ ਹੈ, ਤੇ ਪੂਰੇ ਸਤਿਗੁਰੂ ਜੀ ਦੀ ਨਦਰ ਦੇ ਨਾਲ ਆਪ ਜੀ ਦੇ ਰਤਨ ਦੀ ਨਿਆਈ ਨਾਮ ਪਦਾਰਥ ਨੂੰ ਧਿਆਇਆ ਜਾਂਦਾ ਹੈ ਜੀ। ਤੂੰ ਸੱਚਾ ਸਾਹੁ ਭਗਤ ਵਣਜਾਰਾ ਜੀਓ। ਹੇ ਗਰੀਬ ਨਿਵਾਜ ਅਕਾਲ ਪੁਰਖ ਜੀਓ, ਆਪ ਜੀ ਸੱਚੇ ਸ਼ਾਹ ਹੋ। ਆਪ ਜੀ ਦੇ ਸਾਰੇ ਭਗਤ ਆਪ ਜੀ ਦੇ ਦਰ ਦੇ ਵਣਜਾਰੇ ਹਨ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾਵੇ ਸਾਹੋ। ਸੱਚੇ ਸ਼ਾਹ ਪਾਤਸ਼ਾਹਾਂ ਸਿਰ ਪਾਤਸ਼ਾਹੋ ਆਪ। ਹਰ ਧਨ ਰਾਸ ਸੱਚ ਵਾਪਾਰਾ ਜੀਓ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ, ਇਹ ਹਰੀ ਪ੍ਰਮਾਤਮਾ ਜੀ ਆਪ ਜੀ ਦਾ ਜਿਹੜਾ ਨਾਮ ਹੈ, ਇਹੀ ਉਹ ਸੱਚਾ ਧਨ ਹੈ। ਸ਼ਰਧਾ ਰੂਪੀ ਰਾਸ ਦੁਆਰਾ ਵਿਹਾਜਿਆ ਜਾਂਦਾ ਹੈ। ਸੱਚ ਵਾਪਾਰਾ ਜੀਓ, ਤੇ ਸ਼ਰਧਾ ਭਾਵਨਾ ਦੇ ਨਾਲ ਸਵਾਸ ਸਵਾਸ ਆਪ ਜੀ ਦਾ ਨਾਮ ਜਪਣਾ। ਸਤਨਾਮ ਸ੍ਰੀ ਵਾਹਿਗੁਰੂ। ਇਹੀ ਉਹੀ ਗੁਣ ਸਿੱਖ ਜਿਹੜੇ ਵਣਜਾਰੇ ਨੇ, ਆਪ ਜੀ ਦੇ ਨਾਮ ਰੂਪੀ ਵਪਾਰ ਨੂੰ ਕਰਦੇ ਹਨ ਜੀ। ਜਨ ਨਾਨਕ ਸਦ ਬਲਹਾਰਾ ਜੀਓ। ਗਰੀਬ ਨਿਵਾਜ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਹੇ ਵਾਹਿਗੁਰੂ, ਅਸੀਂ ਜਨ ਆਪ ਜੀ ਦੇ ਚਰਨਾਂ ਤੋਂ ਸਦਾ ਸਦਾ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ, ਆਪ ਜੀ ਦੇ ਨਾਮ ਤੋਂ ਬਲਿਹਾਰ ਜਾਂਦੇ ਹਾਂ। ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਜੀ ਦਾ ਦੀਦਾਰ, ਸਤਿਗੁਰੂ ਜੀ ਦੇ ਦੀਦਾਰਿਆਂ ਦਾ ਤੇਜ ਪ੍ਰਤਾਪ, ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਤੇ ਨਾਮ ਦੁਆਰਾ ਜੀਵ ਨੂੰ ਦੁੱਖਾਂ ਤੋਂ ਰਹਿਤ ਕਰਨਾ ਦਰਸਾਵਣਾ ਕੀਤਾ ਹੈ। ਤੇ ਸਾਹਿਬ ਜੀ ਫਰਮਾਨ ਕਰਦੇ ਹਨ, ਹੇ ਅਕਾਲ ਜੀ, ਆਪ ਜੀ ਦੇ ਨਾਮ ਤੋਂ, ਆਪ ਜੀ ਦੇ ਸਰੂਪ ਤੋਂ, ਬਖਸ਼ਿਸ਼ਾਂ ਤੋਂ ਅਸੀਂ ਸਦਾ ਸਦਾ ਬਲਿਹਾਰ ਕੁਰਬਾਨ ਜਾਣਾ ਕਰਦੇ ਹਾਂ ਜੀ। ਇਹ ਗਰੀਬ ਨਿਵਾਜ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਅੰਮ੍ਰਿਤ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਨਾ ਕੀਤੀ ਹੈ ਜੀ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ੋ ਜੀ। ਗਰੀਬ ਨਿਵਾਜ ਸਤਿਗੁਰੂ ਜੀ ਦੀ ਸੰਗਤ ਬਖਸ਼ਣੇ ਯੋਗ ਹੈ, ਕਿਰਪਾ ਕਰਕੇ ਖਿਮਾ ਅੱਗੇ ਵਾਸਤੇ ਸਮਤ ਬਖਸ਼ਣੀ। ਸਤਿਗੁਰਾਂ ਦੇ ਪਾਵਨ ਉਪਦੇਸ਼ਾਂ ਨੂੰ ਹਿਰਦੇ ਵਿੱਚ ਵਸਾਵਣੇ ਦਾ ਯਤਨ ਕਰੀਏ, ਜਿਸ ਦੇ ਨਾਲ ਸਾਡਾ ਪੜਿਆ ਸੁਣਿਆ
ਕਥਨ ਕੀਤਾ ਸਫਲਾ ਹੋਏ। ਥਾਂ ਪੈ ਜਾਵੇ ਸਤਿਗੁਰੂ ਜੀ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਗਰੀਬ ਨਿਵਾਜ ਸਤਿਗੁਰੂ ਜੀ ਸਭਨਾਂ ਦੀਆਂ ਯਾਤਰਾ ਸਫਲੀਆਂ ਕਰਨ। ਦਰੋਂ ਘਰੋਂ ਸਾਨੂੰ ਸਾਰਿਆਂ ਨੂੰ ਪਿਆਰੀ ਗੁਰਸਿੱਖੀ ਬਖਸ਼ ਕਰਕੇ ਨਿਹਾਲ ਕਰਨ ਜੀ। ਹਰ ਧਨ ਰਾਸ ਸਚ ਵਾਪਾਰਾ ਜੀਓ, ਜਨ ਨਾਨਕ ਸਦ ਬਲਿਹਾਰਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास।